पर ਅਲੋਪ ਹੋ ਰਹੀ ਪੰਜਾਬੀ ਵਿਰਾਸਤ ਨੂੰ ਸਾਂਭਣ ਦਾ ਵੱਡਾ ਉਪਰਾਲਾ ਹੈ ਜੋ ਕਿ ਵਿਦਿਆਰਥੀਆਂ ਨੂੰ ਪੰਜਾਬੀ ਵਿਰਸੇ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਵਿਭਾਗ ਦੁਆਰਾ ਸਾਹਿਤ ਸਿਰਜਣ ਅਤੇ ਰੰਗਮੰਚ ਨਾਲ ਸੰਬੰਧਿਤ ਸਰਗਰਮੀਆਂ ਵਿਦਿਆਰਥੀਆਂ ਦੀ ਪ੍ਰਤਿਭਾ ਨਿਖਾਰਨ ਦੇ ਨਾਲ-ਨਾਲ ਨਰੋਏ ਸਮਾਜ ਦੀ ਉਸਾਰੀ ਲਈ ਪ੍ਰੇਰਦੀਆਂ ਹਨ ਤੇ ਨਾਲ ਹੀ ਰੁਜ਼ਗਾਰ ਦੇ ਮੌਕੇ ਵੀ ਪੈਦਾ ਕਰਦੀਆਂ ਹਨ। ਵਿਭਾਗ ਦੀ ਨਾਟ ਮੰਡਲੀ ਪਿੰਡ-ਪਿੰਡ ਜਾ ਕੇ ਸੁਨੇਹੇ ਦੇ ਰੂਪ ਵਿੱਚ ਨੁੱਕੜ ਨਾਟਕ ਨੂੰ ਪੇਸ਼ ਕਰਦਿਆਂ ਜਨ ਸਧਾਰਨ ਨੂੰ ਸਮਾਜਿਕ ਸਮੱਸਿਆਵਾਂ ਪ੍ਰਤੀ ਜਾਗਰੂਕ ਕਰਦੀ ਹੈ। ਸਮੇਂ-ਸਮੇਂ ਤੇ ਵਿਭਾਗ ਵੱਲੋਂ ਵਿਦਿਆਰਥੀਆਂ ਲਈ ਵਿਦਿਅਕ ਯਾਤਰਾਵਾਂ ਵੀ ਆਯੋਜਿਤ ਕੀਤੀਆਂ ਜਾਂਦੀਆਂ ਰਹਿੰਦੀਆਂ ਹਨ। ਕਾਲਜ ਲਾਇਬ੍ਰੇਰੀ, ਵਿਭਾਗੀ ਲਾਇਬ੍ਰੇਰੀ, ਆਨਲਾਈਨ ਕਲਾਸਾਂ, ਨੈਟ ਦੀ ਤਿਆਰੀ ਲਈ ਮੁਫਤ ਕਲਾਸਾਂ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਵਿਸ਼ੇਸ਼ ਸਹੂਲਤਾਂ ਹਨ। ਅਜੋਕੇ ਸਾਇੰਸ ਅਤੇ ਟੈਕਨੋਲੋਜੀ ਦੇ ਦੌਰ ਵਿੱਚ ਪੰਜਾਬੀ ਭਾਸ਼ਾ ਵਿੱਚ ਪ੍ਰਾਪਤ ਡਿਗਰੀ ਅਧਿਆਪਨ, ਪੱਤਰਕਾਰੀ, ਅਨੁਵਾਦਕ, ਪ੍ਰੂਫ ਰੀਡਰ, ਬਿਜਲਈ ਮੀਡੀਆ ਦੇ ਖੇਤਰ ਵਿੱਚ ਰੁਜ਼ਗਾਰ ਦੇ ਅਨੇਕਾਂ ਮੌਕੇ ਪੈਦਾ ਕਰਦੀ ਹੈ। ਵਿਭਾਗ ਵਿੱਚ BA, ਪੰਜਾਬੀ ਆਨਰਸ ਅਤੇ MA ਦੇ ਕੋਰਸ ਚੱਲ ਰਹੇ ਹਨ। ਆਪਣੀ ਸ਼ਖਸੀਅਤ ਦੇ ਨਿਖਾਰ ਅਤੇ ਰੁਜ਼ਗਾਰ ਦੇ ਵਿਭਿੰਨ ਅਵਸਰ ਪ੍ਰਾਪਤ ਕਰਨ ਦੇ ਯੋਗ ਬਣਨ ਲਈ ਵਿਦਿਆਰਥੀ ਕੰਨਿਆ ਮਾਂ ਵਿਦਿਆਲਿਆ ਦੇ ਪੰਜਾਬੀ ਵਿਭਾਗ ਦਾ ਹਿੱਸਾ ਜ਼ਰੂਰ ਬਣਨ। ਸੌਣ ਮਹੀਨਾ ਧੀਆਂ ਦੇ ਪਿਪਲੀ ਪਿੰਗਾਂ ਪਈਆਂ। ਕੰਨਿਆ ਮਾਂ ਵਿਦਿਆਲਿਆ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਤੀਜ ਸੈਲੀਬ੍ਰੇਸ਼ਨ ਦੇ ਵਿੱਚ ਸ਼ਾਮਿਲ ਹੋਣ ਲਈ ਆਪ ਸਭ ਨੂੰ ਜੀ ਆਇਆਂ। ਬਹੁਤ ਬਹੁਤ ਤੀਜ ਮੁਬਾਰਕ। ਅੱਜ ਸਾਡੇ ਨਾਲ ਵਿਸ਼ੇਸ਼ ਮਹਿਮਾਨ ਜੁੜੇ ਹਨ। ਖੂਬਸੂਰਤ ਸੀਰਤ ਵਾਲੇ ਪੰਜਾਬੀ ਦੀ ਜਾਣੀ ਮਾਣੀ ਕਵਿੱਤਰੀ, ਧੀਮੇ ਬੋਲਾਂ ਦੇ ਨਾਲ ਵੱਡੇ ਸੱਚ ਕਹਿਣ ਵਾਲੀ ਕਵਿੱਤਰੀ ਸੁਖਵਿੰਦਰ ਅੰਮ੍ਰਿਤ ਜੀ, ਅਸੀਂ ਤੁਹਾਨੂੰ ਜੀ ਆਇਆਂ ਕਹਿੰਦੇ ਹਾਂ। ਇਸ ਦੇ ਨਾਲ ਹੀ ਅੱਜ ਸਾਡੇ ਵਿੱਚ ਹਨ ਕਾਲਜ ਪ੍ਰਿੰਸੀਪਲ ਡਾਕਟਰ ਅਤਿਮਾ ਸ਼ਰਮਾ ਜੀ। ਸਰਬਪੱਖੀ ਸ਼ਖਸੀਅਤ ਮੈਂ ਇਸ ਲਈ ਕਹਿ ਰਹੀ ਹਾਂ ਕਿ ਜਿੱਥੇ ਇਹ ਦੂਰ ਅੰਦੇਸ਼ ਤੇ ਪਰਪੱਕ ਦ੍ਰਿਸ਼ਟੀ ਦੇ ਮਾਲਕ ਆ, ਉੱਥੇ ਇਹ ਬੜੀ ਸੁਰੀਲੀ ਆਵਾਜ਼ ਦੇ ਮਾਲਕ ਵੀ ਨੇ। ਤੇ ਅਸੀਂ ਚਾਹਾਂਗੇ ਕਿ ਜੇ ਕਿਤੇ ਇਸ ਪ੍ਰੋਗਰਾਮ ਦੇ ਚੱਲਦੇ ਦੌਰਾਨ ਸਬਬ ਬਣਿਆ ਤੇ ਅਸੀਂ ਇਹਨਾਂ ਦਾ ਗੀਤ ਵੀ ਸੁਣਾਂਗੇ, ਜੇ ਮਾਹੌਲ ਇਸ ਤਰ੍ਹਾਂ ਜੇ ਠੀਕ ਲੱਗਿਆ ਤੇ। ਇਸ ਦੇ ਨਾਲ ਹੀ ਸ਼ੁਰੂ ਕਰਦੇ ਹਾਂ ਤੀਆਂ ਦਾ ਤਿਉਹਾਰ। ਅਸੀਂ ਸਾਰੇ ਜਾਣਦੇ ਹਾਂ ਕਿ ਤੀਆਂ ਦਾ ਤਿਉਹਾਰ ਕੁੜੀਆਂ ਦਾ, ਔਰਤਾਂ ਦਾ, ਮੁਟਿਆਰਾਂ ਦਾ, ਪੰਜਾਬਣਾਂ ਦਾ ਤਿਉਹਾਰ ਆ। ਇਹ ਉਹ ਤਿਉਹਾਰ ਆ ਜਿਹਦੀ ਵਿਆਹੀਆਂ ਮੁਟਿਆਰਾਂ ਨੂੰ ਬੜੀ ਉਡੀਕ ਰਹਿੰਦੀ ਸੀ। ਬੇਸ਼ੱਕ ਹੁਣ ਸਾਡੀ ਜੀਵਨ ਸ਼ੈਲੀ ਬਦਲ ਗਈ ਹੈ, ਪਰ ਇੱਕ ਸਮਾਂ ਸੀ ਜਦੋਂ ਇਹ ਸਾਉਣ ਮਹੀਨਾ ਵਿਆਹੀਆਂ ਕੁੜੀਆਂ ਦੇ ਲਈ ਚਾਵਾਂ ਦਾ ਮਹੀਨਾ ਸੀ। ਉਹ ਚਾਅ ਦਾ ਕਾਰਨ ਕੀ ਸੀ? ਉਹ ਚਾਅ ਦਾ ਕਾਰਨ ਸੀ ਕਿ ਸਹੁਰੇ ਘਰ ਰਹਿੰਦਿਆਂ ਧੀਆਂ ਨੂੰ ਵਾਪਸ ਪੇਕੀ ਪਰਤਣ ਦਾ ਮੌਕਾ ਮਿਲਦਾ ਸੀ। ਵਾਪਸ ਪੇਕੀ ਪਰਤ ਸਕਣ ਇਸ ਦੇ ਲਈ ਇਹ ਕਿਹਾ ਜਾਂਦਾ ਸੀ ਕਿ ਸਾਉਣ ਮਹੀਨੇ ਦੇ ਵਿੱਚ ਨੂੰਹ ਤੇ ਸੱਸ ਇਕੱਠੀਆਂ ਨਹੀਂ ਰਹਿ ਸਕਦੀਆਂ। ਜੇ ਇਕੱਠੀਆਂ ਰਹਿਣਗੀਆਂ ਤਾਂ ਸੱਸ ਦਾ ਕੋਈ ਨੁਕਸਾਨ ਹੋ ਸਕਦਾ ਆ, ਕੋਈ ਮਾੜੀ ਘਟਨਾ ਵਾਪਰ ਸਕਦੀ ਹੈ। ਤੇ ਫਿਰ ਕੀ ਸੀ, ਇਸ ਡਰ ਤੋਂ ਨੂੰਹ ਨੂੰ ਚਾਈ ਪੇਕੇ ਭੇਜ ਦਿੱਤਾ ਜਾਂਦਾ ਸੀ। ਤੇ ਪੇਕੇ ਆ ਕੇ ਧੀ ਫਿਰ ਬਚਪਨ ਦੇ ਵਿੱਚ ਪਹੁੰਚਦਿਆਂ ਹੋਇਆਂ ਬਚਪਨ ਦੀਆਂ ਸਹੇਲੀਆਂ ਦੇ ਨਾਲ ਇੱਕਮਿਕ ਹੁੰਦੀ, ਉਹੀ ਖੇਡਾਂ ਖੇਡਦੀ, ਉਹੀ ਗਿੱਧੇ ਪਾਉਂਦੀ, ਉਹੀ ਪੀਂਘਾਂ ਝੂਟਦੀਆਂ ਤੇ ਆਪਣੇ ਉਸ ਪੁਰਾਣੇ ਸਮੇਂ ਦੇ ਵਿੱਚ ਵਾਪਸ ਪਰਤ ਜਾਂਦੀ। ਇਸ ਤੀਆਂ ਦੇ ਤਿਉਹਾਰ ਦੇ ਵਿੱਚ ਭਰਾ ਦੀ ਅਹਿਮ ਭੂਮਿਕਾ ਰਹਿੰਦੀ ਹੈ। ਭਰਾ ਦੀ ਅਹਿਮ ਭੂਮਿਕਾ ਕਿਉਂ ਆ ਕਿ ਭਰਾ ਦੀ ਜ਼ਿੰਮੇਵਾਰੀ ਹੁੰਦੀ ਸੀ ਕਿ ਉਸਨੇ ਸਹੁਰੀ ਬੈਠੀ ਭੈਣ ਨੂੰ ਲੈ ਕੇ ਆਉਣਾ। ਜੇ ਕਦਰੇ ਕੋਈ ਭਰਾ ਸਹੁਰੀ ਘਰ ਨਹੀਂ ਪਹੁੰਚਦਾ ਸੀ ਤਾਂ ਉਸ ਧੀ ਨੂੰ, ਉਸ ਨੂੰਹ ਨੂੰ ਬੜੇ ਤਾਨੇ ਮਿਹਣਿਆਂ ਦਾ ਸਾਹਮਣਾ ਕਰਨਾ ਪੈਂਦਾ ਸੀ। ਬਹੁਤਿਆਂ ਭਰਾਵਾਂ ਵਾਲੀਏ ਤੈਨੂੰ ਧੀਆਂ ਤੇ ਲੈਣ ਨਾ ਆਏ। ਤਾਂ ਜਿਹੜੀ ਧੀ ਨੂੰ ਭਰਾ ਪੇਕੇ ਉਹਦੇ ਸਹੁਰੇ ਲੈਣ ਪਹੁੰਚਦੇ ਸੀ, ਉਸ ਧੀ ਦੀ ਨੂੰਹ ਦੀ ਘਰ ਦੇ ਵਿੱਚ ਪੂਰੀ ਸਰਦਾਰੀ ਹੁੰਦੀ ਸੀ, ਪੂਰੀ ਟੌਰ ਹੁੰਦੀ ਸੀ ਕਿ ਉਸਦਾ ਭਰਾ ਉਹਨੂੰ ਲੈਣ ਆਇਆ ਹੈ। ਤੇ ਅਸੀਂ ਅੱਜ ਇਸੇ ਤਰ੍ਹਾਂ ਦੇ ਤਿਉਹਾਰ ਦੇ ਵਿੱਚ ਸ਼ਾਮਿਲ ਹੋਏ ਹਾਂ। ਸਾਡਾ ਅੱਜ ਦਾ ਤਿਉਹਾਰ ਇਸ ਲਈ ਵੀ ਖਾਸ ਆ ਕਿਉਂਕਿ ਅੱਜ ਸਾਡੇ ਨਾਲ
ਕੰਨਿਆ ਮਹਾਵਿਦਿਆਲਿਆ ਦੀਆਂ ਉਹ ਧੀਆਂ ਜੁੜੀਆਂ ਆ ਜਿਹੜੀਆਂ ਧੀਆਂ ਇੱਥੋਂ ਆਪਣੀ ਪੜ੍ਹਾਈ ਪੂਰੀ ਕਰਕੇ ਵਿਦੇਸ਼ਾਂ ਦੇ ਵਿੱਚ ਆਪਣੇ ਸਹੁਰੇ ਘਰੇ ਬੈਠੀਆਂ ਸੀ। ਆਨਲਾਈਨ ਸਬਬ ਬਣਿਆ ਤੇ ਉਹ ਧੀਆਂ ਵੀ ਸਾਡੇ ਨਾਲ ਜੁੜੀਆਂ। ਉਹਨਾਂ ਦੀ ਸ਼ਿਰਕਤ ਨੂੰ ਅਸੀਂ ਜੀ ਆਇਆਂ ਕਹਿੰਦੇ ਹਾਂ ਤੇ ਉਹਨਾਂ ਦਾ ਆਪਣੇ ਪੇਕੇ ਘਰ ਪਰਤਣ ਤੇ ਅਸੀਂ ਪੂਰਾ ਸਵਾਗਤ ਕਰਦੇ ਹਾਂ। ਧੰਨਵਾਦ। ਤੀਆਂ ਦੇ ਤਿਉਹਾਰ ਦੀ ਤਿਆਰੀ ਬਹੁਤ ਦਿਨ ਪਹਿਲਾਂ ਤੋਂ ਸ਼ੁਰੂ ਕਰ ਦਿੱਤੀ ਗਈ ਸੀ। ਬਹੁਤ ਮੁਕਾਬਲਿਆਂ ਦਾ ਆਯੋਜਨ ਕਰਨ ਬਾਰੇ ਸੋਚਿਆ ਗਿਆ, ਜਿਹਦੇ ਵਿੱਚ ਗਿੱਧਿਆਂ ਦੀ ਰਾਣੀ, ਸੋਹਣੀ ਮਹਿੰਦੀ ਦਾ ਮੁਕਾਬਲਾ, ਸੋਹਣਾ ਪੰਜਾਬਣ ਪਹਿਰਾਵਾ ਦਾ ਮੁਕਾਬਲਾ ਦਾ ਆਯੋਜਨ ਅਸੀਂ ਕੀਤਾ, ਜਿਹਦੇ ਵਿੱਚ ਬਹੁਤ ਸਾਰੀਆਂ ਕੁੜੀਆਂ ਨੇ ਜੋਸ਼ ਦੇ ਨਾਲ ਹਿੱਸਾ ਲਿਆ। ਮੈਨੂੰ ਇਹ ਦੱਸਦਿਆਂ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਇਸ ਮੁਕਾਬਲੇ ਦੇ ਵਿੱਚ ਪੰਜਾਬ ਦੇ 12 ਜ਼ਿਲ੍ਹਿਆਂ ਤੋਂ 100 ਤੋਂ ਉੱਪਰ ਪੰਜਾਬਣਾਂ ਨੇ ਆਪਣੀਆਂ ਵੀਡੀਓ ਭੇਜੀਆਂ ਵੱਖਰੇ ਵੱਖਰੇ ਮੁਕਾਬਲਿਆਂ ਦੇ ਲਈ ਤੇ ਆਪਣੀ ਪ੍ਰਤਿਭਾ ਦਾ ਮੁਜ਼ਾਹਰਾ ਕੀਤਾ। ਤੇ ਇਸ ਪ੍ਰਤਿਭਾ ਦੀ ਪਛਾਣ ਕਰਨ ਦੇ ਲਈ ਵਿਭਾਗ ਦੇ ਮੁਖੀ ਡਾਕਟਰ ਇਕਬਾਲ ਕੌਰ ਦੀ ਨਿਗਰਾਨੀ ਦੇ ਹੇਠਾਂ ਕੰਨਿਆ ਮਹਾਵਿਦਿਆਲਿਆ ਦੀਆਂ ਹੀ ਧੀਆਂ ਨੇ ਜਜਮੈਂਟ ਕੀਤੀ, ਉਹਨਾਂ ਦੀ ਪ੍ਰਤਿਭਾ ਦੀ ਪਛਾਣ ਕੀਤੀ ਤੇ ਉਸ ਨੂੰ ਸਾਡੇ ਸਾਹਮਣੇ ਰੱਖਿਆ। ਮੈਂ ਬੇਨਤੀ ਕਰਦੀ ਹਾਂ ਵਿਭਾਗ ਦੇ ਮੁਖੀ ਡਾਕਟਰ ਇਕਬਾਲ ਜੀ ਨੂੰ ਕਿ ਉਹ ਆਪਣੇ ਵੀਡੀਓ ਦੀ ਨਿਰਖ ਪਰਖ ਕਰਦਿਆਂ ਕੁਝ ਨੁਕਤੇ ਜਿਹੜੇ ਆ ਉਹ ਸਾਰਿਆਂ ਦੇ ਨਾਲ ਸਾਂਝੇ ਕਰਨ, ਜਿਹੜੇ ਮੁਕਾਬਲਿਆਂ ਦੀ ਜਜਮੈਂਟ ਉਹਨਾਂ ਦੁਆਰਾ ਕੀਤੀ ਗਈ ਸੀ। ਡਾਕਟਰ ਇਕਬਾਲ। ਸਤਿਕਾਰਤ ਪ੍ਰਿੰਸੀਪਲ ਮੈਡਮ, ਅੱਜ ਦੀ ਖਾਸ ਮਹਿਮਾਨ ਪੰਜਾਬੀ ਜ਼ੁਬਾਨ ਵਿੱਚ ਬਹੁਤ ਹੀ ਖੂਬਸੂਰਤ ਸ਼ਾਇਰੀ ਕਰਨ ਵਾਲੀ, ਔਰਤ ਦੇ ਗੂੰਗੇ ਜਜ਼ਬਿਆਂ ਨੂੰ ਬੋਲਾਂ ਦਾ ਜਾਮਾ ਪਹਿਨਾਉਣ ਵਾਲੀ ਹਸਾਸ ਸ਼ਾਇਰਾ ਸੁਖਵਿੰਦਰ ਅਮਰਤ ਜੀ, ਦੇਸ਼ ਵਿਦੇਸ਼ ਤੋਂ ਸਾਡੇ ਨਾਲ ਜੁੜੀਆਂ ਕੰਨਿਆ ਮਹਾਵਿਦਿਆਲਿਆ ਦੀਆਂ ਧੀਆਂ, ਸਾਡੀਆਂ ਪੁਰਾਣੀਆਂ ਵਿਦਿਆਰਥਣਾਂ। ਇਸ ਮੇਲੇ ਦੀ ਰੌਣਕ ਵੱਖ-ਵੱਖ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ਵਿੱਚ ਪ੍ਰਤੀਯੋਗਤਾਵਾਂ ਦਾ ਹਿੱਸਾ ਬਣੇ ਪ੍ਰਤੀਯੋਗੀ, ਸਾਡੇ ਪਿਆਰੇ ਵਿਦਿਆਰਥੀ ਤੇ ਕੰਨਿਆ ਮਹਾਵਿਦਿਆਲਿਆ ਦੇ ਅਧਿਆਪਕ ਸਹਿਬਾਨ, ਤੀਜ ਮੇਲੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਸਾਡੇ ਬਹੁਤੇ ਤਿਉਹਾਰ ਰੁੱਤਾਂ ਨਾਲ ਜੁੜੇ ਹੁੰਦੇ ਹਨ। ਇਸ ਦਾ ਭਾਵ ਹੈ ਕਿ ਅਸੀਂ ਕੁਦਰਤ ਨੂੰ ਬਹੁਤ ਨੇੜਿਓਂ ਦੇਖਦੇ ਤੇ ਮਹਿਸੂਸ ਕਰਦੇ ਹਾਂ। ਸਿਰਫ ਦੇਖਦੇ ਤੇ ਮਹਿਸੂਸ ਹੀ ਨਹੀਂ ਕਰਦੇ, ਸਗੋਂ ਕੁਦਰਤ ਵਿਚਲੀਆਂ ਉਹਨਾਂ ਤਬਦੀਲੀਆਂ ਨੂੰ ਜਸ਼ਨਾਂ ਤੇ ਸਾਂਝ ਦੇ ਰੂਪ ਵਿੱਚ ਮਨਾਉਂਦੇ ਵੀ ਹਾਂ। ਇਹ ਜਸ਼ਨ ਤੇ ਸਾਂਝ ਸਾਡੇ ਸੱਭਿਆਚਾਰ ਦੀ ਵਿਲੱਖਣਤਾ ਹੈ, ਇਹ ਸਾਡੀ ਪ੍ਰਾਪਤੀ ਹੈ। ਤੀਜ ਦਾ ਤਿਉਹਾਰ ਵੀ ਪ੍ਰਕਿਰਤੀ ਦੇ ਖਿੜਨ, ਮੌਲਣ, ਵਿਗਸਣ ਨਾਲ ਜੁੜਿਆ ਹੋਇਆ ਹੈ। ਜੇਠ ਹਾੜ ਦੀਆਂ ਸਾੜਵੀਆਂ ਧੁੱਪਾਂ ਤੋਂ ਬਾਅਦ ਜਦੋਂ ਸਾਵਣ ਦਾ ਮੇਘਲਾ ਵਰਸਦਾ ਹੈ ਤਾਂ ਕੁਦਰਤ ਹੀ ਨਹੀਂ, ਮਨੁੱਖੀ ਮਨ ਵੀ ਵਜਦ ਤੇ ਖੇੜੇ ਵਿੱਚ ਆ ਜਾਂਦਾ ਹੈ। ਤੇ ਤੀਆਂ ਦਾ ਤਿਉਹਾਰ ਔਰਤ ਨੂੰ ਖੁੱਲ੍ਹ ਤੇ ਖੇੜਾ ਪ੍ਰਦਾਨ ਕਰਦਾ ਹੈ। ਇਸ ਖੇੜੇ ਦੀ ਅਵਸਥਾ ਵਿੱਚ ਔਰਤ ਜੋ ਸਮਾਜਿਕ ਬੰਧਨਾਂ ਵਿੱਚ ਜਕੜੀ ਹੁੰਦੀ ਹੈ, ਉਸ ਦਾ ਮਨ ਸਾਰੇ ਬੰਧਨਾਂ ਤੋਂ ਆਜ਼ਾਦ ਹੋ ਕੇ ਰੂਹ ਦੀ ਬੋਲੀ ਬੋਲਣ ਲੱਗਦਾ ਹੈ ਤੇ ਰੂਹ ਦੀ ਬੋਲੀ ਤੀਆਂ ਦੇ ਤਿਉਹਾਰ ਵਿੱਚ ਢਲ ਜਾਂਦੀ ਹੈ। ਤੇ ਅੱਜ ਅਸੀਂ ਇਸ ਤਿਉਹਾਰ ਦੇ ਵਿੱਚ ਸਾਰਿਆਂ ਦੇ ਰੂਹ ਦੀ ਬੋਲੀ ਦੇਖਣੀ ਆ। ਸਾਰੇ ਪ੍ਰਤੀਯੋਗੀ ਜਿਹੜੇ ਆ ਉਹ ਆਪੋ ਆਪਣੇ ਰੂਹ ਦੀ ਬੋਲੀ ਜਿਹੜੀ ਸਾਡੇ ਸਾਹਮਣੇ ਪੇਸ਼ ਕਰਨਗੇ ਤੇ ਉਸ ਤੋਂ ਬਾਅਦ ਫਿਰ ਜਿਹੜਾ ਨਤੀਜਾ ਉਹ ਕੱਢਿਆ ਜਾਏਗਾ। ਤੇ ਆਓ, ਤੁਹਾਡਾ ਸਾਰਿਆਂ ਦਾ ਤੀਆਂ ਦੇ ਮੇਲੇ ਵਿੱਚ ਭਰਪੂਰ ਸਵਾਗਤ ਹੈ। ਡਾਕਟਰ ਇਕਬਾਲ ਹੋਰਾਂ ਦੇ ਨਾਲ ਮਹਿੰਦੀ ਦੀ ਜਜਮੈਂਟ ਕੀਤੀ ਵਿਭਾਗ ਦੀ ਹੀ ਪੁੱਤਰੀ, ਵਿਭਾਗ ਦੇ ਵਿੱਚ ਹੀ ਅਧਿਆਪਨ ਦਾ ਕਾਰਜ ਨਿਭਾ ਰਹੀ ਕਾਸਮੈਟੋਲੋਜੀ ਡਿਪਾਰਟਮੈਂਟ ਦੀ ਮਿਸ ਗਾਇਤਰੀ, ਤੇ ਇਸ ਦੇ ਨਾਲ ਕੁਝ ਹੋਰ ਜੱਜ ਸਹਿਬਾਨ ਜਿਹੜੇ ਸਾਡੇ ਨਾਲ ਜੁੜੇ, ਪਿਛਲੇ 15-20 ਦਿਨਾਂ ਤੋਂ ਸਾਡੇ ਨਾਲ ਜੁੜੇ ਰਹੇ ਇਸ ਕਾਰਜ ਨੂੰ ਪੂਰਾ ਕਰਨ ਦੇ ਲਈ। ਆਓ ਮਿਲਦੇ ਹਾਂ ਉਹਨਾਂ ਨੂੰ, ਉਹਨਾਂ ਦੀ ਜ਼ੁਬਾਨੀ ਕਿ ਕਿਵੇਂ ਉਹ ਸਾਡੇ ਨਾਲ ਜੁੜੇ ਤੇ ਕਿਸ ਤਰ੍ਹਾਂ ਦਾ ਉਹ ਅੱਜ ਮਹਿਸੂਸ ਕਰ ਰਹੇ ਨੇ। रवि सर वीडियो चला दो। सौण महीना चढ़ गया अड़ियो रत्तियां दी आई, सौण महीना चढ़ गया अड़ियो रत्तियां दी आई, गड्डा जो नचन टप्पन मारन ताड़ी रंगली मेहंदी लाई, आजो नच लो नी रत्तियां दी आई, आजो नच लो नी। Hello everyone, my name is Navpreet Kaur and I'm
that is Kanya Mahavidyalaya, ranked number 1 by India Today 2020. ਸਭ ਤੋਂ ਪਹਿਲਾਂ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਪ੍ਰਿੰਸੀਪਲ ਮੈਮ ਅਤੇ ਪੰਜਾਬੀ ਡਿਪਾਰਟਮੈਂਟ ਦਾ, ਜਿਨ੍ਹਾਂ ਨੇ ਮੈਨੂੰ ਤੁਹਾਡੇ ਰੂਬਰੂ ਹੋਣ ਦਾ ਮੌਕਾ ਦਿੱਤਾ। KMV ਦੇ ਵਿੱਚ ਯੂਨੀਵਰਸਿਟੀ ਡਿਸਟਿੰਕਸ਼ਨ ਦੇ ਨਾਲ ਮੈਂ 3 ਸਾਲ ਯੂਥ ਫੈਸਟੀਵਲ ਦੇ ਵਿੱਚ KMV ਵੱਲੋਂ ਗਿੱਧਾ ਵੀ ਰਿਪਰੈਜ਼ੈਂਟ ਕੀਤਾ। ਸੋ ਅੱਜ ਮੈਂ ਤੁਹਾਡੇ ਨਾਲ ਇੱਕ ਬਹੁਤ ਹੀ ਸੋਹਣੀ ਯਾਦ ਸਾਂਝੀ ਕਰਨ ਜਾ ਰਹੀ ਹਾਂ ਕਿ ਜਦੋਂ ਮੈਂ ਫਾਈਨਲ ਈਅਰ ਵਿੱਚ ਸੀ ਤਾਂ ਸ਼ਹੀਦ ਭਗਤ ਸਿੰਘ ਯਾਦਗਾਰੀ ਹਾਲ ਦੇ ਵਿੱਚ ਤੀਆਂ ਦਾ ਕੰਪੀਟੀਸ਼ਨ ਹੋਇਆ ਸੀ, ਜਿਸ ਵਿੱਚ ਕਿ 16 ਕਾਲਜਸ ਨੇ ਜਲੰਧਰ ਅਤੇ ਫਗਵਾੜਾ ਤੋਂ ਪਾਰਟਿਸਿਪੇਟ ਕੀਤਾ ਸੀ। ਤੇ ਮੈਨੂੰ ਅੱਜ ਵੀ ਯਾਦ ਹੈ ਕਿ ਲਾਸਟ ਮੋਮੈਂਟ ਤੇ ਮੇਰੀ ਸਪੈਸ਼ਲ ਐਂਟਰੀ ਕਰਵਾਈ ਗਈ ਸੀ ਤੇ ਬਸ ਫਿਰ ਕੀ ਸੀ, ਬਿਨਾਂ ਕਿਸੇ ਸਪੈਸ਼ਲ ਪ੍ਰੈਕਟਿਸ, ਬਿਨਾਂ ਕਿਸੇ ਸਪੈਸ਼ਲ ਮੇਕਅਪ ਤੇ ਮੈਂ ਸਟੇਜ ਤੇ ਪਰਫਾਰਮ ਕੀਤਾ। ਪੰਜਾਬੀ ਡਿਪਾਰਟਮੈਂਟ ਦੇ ਭਰੋਸੇ ਤੇ ਮਿਹਨਤ ਸਦਕਾ ਮੈਂ ਤੀਆਂ ਦੀ ਰਾਣੀ ਦਾ ਖਿਤਾਬ ਜਿੱਤਿਆ। ਸੋ ਪ੍ਰਿੰਸੀਪਲ ਮੈਮ, ਟੀਚਰਸ ਅਤੇ ਸਾਰੇ ਪਾਰਟਿਸਿਪੈਂਟਸ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ। ਵਿਸ਼ਿੰਗ ਯੂ ਅ ਵੈਰੀ ਗੁੱਡ ਲੱਕ। ਆਂਦੀ ਕੁੜੀਏ ਜਾਂਦੀ ਕੁੜੀਏ ਚੱਕ ਲਿਆ ਬਾਜ਼ਾਰ ਵਿੱਚੋਂ ਚਾਵੇਂ ਨੀ ਕਾਲੀ ਕਾਲੀ ਪੈਰ ਪੁੱਟ ਲੈ, ਤੀਆਂ ਲੱਗੀਆਂ ਬੋੜ ਦੀ ਛਾਵੇਂ ਨੀ ਕਾਲੀ ਕਾਲੀ ਪੈਰ ਪੁੱਟ ਲੈ। ਸਤਿ ਸ਼੍ਰੀ ਅਕਾਲ ਜੀ, ਮੈਂ ਹਰਵਿੰਦਰ ਕੌਰ ਕੈਨੇਡਾ ਤੋਂ ਤੇ ਮੈਂ KMV ਦੀ ਵਿਦਿਆਰਥਣ ਰਹਿ ਚੁੱਕੀ ਹਾਂ। ਇਸ ਵਾਰ ਜਦੋਂ ਪੰਜਾਬੀ ਡਿਪਾਰਟਮੈਂਟ ਵੱਲੋਂ ਸੱਦਾ ਮਿਲਿਆ ਕਿ ਵੀਡੀਓ ਦੇ ਜ਼ਰੀਏ ਤੀਆਂ ਦੇ ਮੇਲੇ ਦਾ ਹਿੱਸਾ ਬਣਨਾ ਹੈ ਤਾਂ ਸੱਚ ਜਾਣਿਓ ਇੰਜ ਲੱਗਿਆ ਜਿਵੇਂ ਪੇਕਿਆਂ ਤੋਂ ਸੱਦਾ ਆਇਆ ਹੋਵੇ ਕਿ ਆ ਜਾ ਪਿੰਡ ਤੀਆਂ ਲੱਗ ਰਹੀਆਂ ਨੇ। ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੀ ਹਾਂ ਕਿ ਮੈਂ ਉਸ ਸਮੇਂ ਕਾਲਜ ਦੇ ਵਿੱਚ ਮੌਜੂਦ ਸੀ ਜਦੋਂ ਪੰਜਾਬੀ ਡਿਪਾਰਟਮੈਂਟ ਵੱਲੋਂ ਪਹਿਲੀ ਵਾਰ ਤੀਆਂ ਦੇ ਮੇਲੇ ਦਾ ਪ੍ਰਬੰਧ ਕੀਤਾ ਗਿਆ ਤੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਕਿ ਤੂੰ ਇਹ ਵੇਖੇਂਗੀ ਕਿ ਪੀਂਘ ਕਿੱਥੇ ਪਏਗੀ, ਸਟਾਲਾਂ ਕਿੱਥੇ ਲੱਗਣਗੀਆਂ ਤੇ ਹੋਸਟਲ ਦੇ ਮੇਨ ਗੇਟ ਚੋਂ ਵੜਦਿਆਂ ਜਿਹੜਾ ਵਰਾਂਡਾ ਹੈ ਨਾ, ਕੋਰੀਡੋਰ, ਉੱਥੇ ਅਸੀਂ ਇੱਕ ਪੀਂਘ ਪਾਈ ਸੀ ਤੇ ਉਹਨੂੰ ਫੁੱਲਾਂ ਨਾਲ ਸਜਾਇਆ ਸੀ। ਤੇ ਉਸ ਤੋਂ ਬਾਅਦ ਜਦੋਂ ਵਾਰੀ ਆਈ ਮੁਟਿਆਰਾਂ ਤੋਂ ਸਵਾਲ ਪੁੱਛਣੇ ਨੇ ਜਿਨ੍ਹਾਂ ਨੇ ਤੀਆਂ ਦੀ ਰਾਣੀ ਬਣਨ ਦੇ ਮੁਕਾਬਲੇ ਦੇ ਵਿੱਚ ਹਿੱਸਾ ਲੈਣਾ, ਤਾਂ ਮੈਨੂੰ ਕਿਹਾ ਗਿਆ ਕਿ ਕੋਈ ਫਿੱਕਾ ਜਿਹਾ ਸੂਟ ਪਾ ਲਈ, ਇੱਕ ਢਾਂਗੂ ਹੱਥ 'ਚ ਫੜ ਲਈ ਤੇ ਸਟੇਜ ਤੇ ਚਲੀ ਜਾਈ, ਸਵਾਲ ਤੂੰ ਪੁੱਛੇਂਗੀ। ਤੇ ਰਾਤ ਭਰ ਬੈਠ ਕੇ ਮੈਂ ਉਹ ਕੁਝ ਸਵਾਲ ਕਾਗਜ਼ ਦੇ ਉੱਤੇ ਤਿਆਰ ਕੀਤੇ ਤੇ +2 ਦੀ ਇੱਕ ਵਿਦਿਆਰਥਣ ਤੋਂ ਸੂਟ ਮੰਗ ਕੇ ਪਾ ਕੇ ਤੇ ਸਟੇਜ ਦੇ ਉੱਤੇ ਚਲੀ ਗਈ। ਤੇ ਸੱਚ ਜਾਣਿਓ ਉਸ ਮੇਲੇ ਦੇ ਵਿੱਚੋਂ ਸਭ ਤੋਂ ਯਾਦਗਾਰੀ ਪਲ ਸੀ ਤੇ ਮੈਂ ਪੰਜਾਬੀ ਡਿਪਾਰਟਮੈਂਟ ਦਾ, ਕੰਨਿਆ ਮਹਾਵਿਦਿਆਲਿਆ ਦਾ ਸ਼ੁਕਰੀਆ ਅਦਾ ਕਰਦੀ ਹਾਂ ਕਿ ਇਹੋ ਜਿਹੇ ਪਲ ਦਿੱਤੇ ਨੇ ਜ਼ਿੰਦਗੀ ਦੇ ਵਿੱਚ ਜਿਹੜੇ ਹਮੇਸ਼ਾ ਯਾਦ ਰਹਿਣਗੇ। ਤੇ ਤੁਸੀਂ ਸਭ ਖੁਸ਼ਕਿਸਮਤ ਹੋ ਕਿ ਇਹਨਾਂ ਮੇਲਿਆਂ ਦਾ ਹਿੱਸਾ ਬਣ ਰਹੀਆਂ ਹੋ। ਸਾਡਾ ਪੰਜਾਬੀ ਡਿਪਾਰਟਮੈਂਟ ਵਧਾਈ ਦਾ ਪਾਤਰ ਹੈ ਜੋ ਇਹੋ ਜਿਹੇ ਮੇਲਿਆਂ ਦਾ ਪ੍ਰਬੰਧ ਹਲੇ ਵੀ ਕਰ ਰਿਹਾ ਹੈ, ਸੱਭਿਆਚਾਰ ਨੂੰ ਜਿਉਂਦਾ ਰੱਖ ਰਿਹਾ ਹੈ। ਤੇ ਹਾਂ, ਇੱਕ ਗੱਲ ਦੱਸਣੀ ਤਾਂ ਭੁੱਲ ਹੀ ਗਈ, ਤੇ ਜਦੋਂ ਤੀਆਂ ਦੀ ਰਾਣੀ ਮੁਕਾਬਲੇ ਦੇ ਵਿੱਚ ਹਿੱਸਾ ਲੈਣ ਵਾਲੀਆਂ ਮੁਟਿਆਰਾਂ ਤੋਂ ਸਵਾਲ ਪੁੱਛੇ, ਉਦੋਂ ਮੈਡਮ ਪ੍ਰਿੰਸੀਪਲ ਨੇ ਇਹ ਪੱਖੀ ਮੈਨੂੰ ਇਨਾਮ ਦੇ ਵਿੱਚ ਦਿੱਤੀ ਸੀ ਜਿਹਨੂੰ ਮੈਂ ਨਾਲ ਲੈ ਕੇ ਆਈ ਹਾਂ। ਤੇ ਤੁਸੀਂ ਸਭ ਵੀ ਜਿੰਨੀਆਂ ਕੁ ਯਾਦਾਂ ਮਿਲਦੀਆਂ ਨੇ ਨਾ ਇਹਨਾਂ ਮੇਲਿਆਂ ਦੇ ਵਿੱਚੋਂ, ਆਪਣੀ ਰੂਹ ਦੇ ਵਿੱਚ ਸਮਾ ਲਓ, ਆਪਣੇ ਦਿਲ ਦੇ ਵਿੱਚ ਸਮਾ ਲਓ ਉਹਨਾਂ ਨੂੰ, ਤਾਂ ਕਿ ਜ਼ਿੰਦਗੀ ਭਰ ਤੁਹਾਡੇ ਨਾਲ ਰਹਿ ਸਕਣ। ਵੀ ਕਿਉਂਕਿ ਜ਼ਿੰਦਗੀ ਦੇ ਵਿੱਚ ਸਭ ਕੁਝ ਮਿਲ ਜਾਏਗਾ, ਪਰ ਸਹੇਲੀਆਂ ਦੇ ਨਾਲ ਉਹਨਾਂ ਮੇਲਿਆਂ ਦਾ ਹਿੱਸਾ ਬਣਨਾ, ਕਾਲਜ ਦੇ ਵਿੱਚ, ਹੋਸਟਲ ਦੇ ਵਿੱਚ ਕੀਤੀਆਂ ਹੋਈਆਂ ਉਹ ਮਸਤੀਆਂ, ਹੋਸਟਲ ਵਾਲੇ ਬੋਰਡ ਦੇ ਹੇਠਾਂ ਝੂਟੀਆਂ ਗਈਆਂ ਪੀਂਘਾਂ, ਉਹ ਕਦੇ ਦੁਬਾਰਾ ਨਹੀਂ ਮਿਲਣੀਆਂ। ਸੋ ਬਹੁਤ ਬਹੁਤ ਵਧਾਈ ਕੰਨਿਆ ਮਹਾਵਿਦਿਆਲਿਆ ਨੂੰ, ਬਹੁਤ ਬਹੁਤ ਵਧਾਈ ਪੰਜਾਬੀ ਡਿਪਾਰਟਮੈਂਟ ਨੂੰ, ਤੇ ਬਹੁਤ ਬਹੁਤ ਵਧਾਈ ਤੁਹਾਨੂੰ ਸਭ ਨੂੰ। ਤੀਆਂ ਦੇ ਮੇਲੇ ਰਹੋ, ਵਸਦੇ ਰਹੋ। ਆਉਂਦੀ ਕੁੜੀਏ ਜਾਂਦੀ ਕੁੜੀਏ ਤੁਰਦੀ ਪਿੱਛਾ ਨੂੰ ਕਿਉਂ ਜਾਵੇਂ ਨੀ ਛੇਤੀ ਛੇਤੀ ਪੈਰ ਪੁੱਟ ਲੈ, ਤੀਆਂ ਲੱਗੀਆਂ ਪਿੱਪਲ ਦੇ ਛਾਵੇਂ ਨੀ ਛੇਤੀ ਛੇਤੀ ਪੈਰ ਪੁੱਟ ਲੈ, ਤੀਆਂ ਲੱਗੀਆਂ ਪਿੱਪਲ ਦੇ ਛਾਵੇਂ ਨੀ ਛੇਤੀ ਛੇਤੀ ਪੈਰ ਪੁੱਟ ਲੈ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹਰਜੀਤ ਦਿਓਲ। ਤੁਹਾਨੂੰ ਸਾਰਿਆਂ ਨੂੰ ਤੀਆਂ ਦੀਆਂ ਲੱਖ ਲੱਖ ਵਧਾਈਆਂ। ਮੈਂ ਕੰਨਿਆ ਮਹਾਵਿਦਿਆਲਿਆ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਸਾਨੂੰ ਪੁਰਾਣੇ ਵਿਦਿਆਰਥਣਾਂ ਨੂੰ ਵੀ
ਕਾਲਜ ਦੇ ਨਾਲ ਮੁੜ ਜੁੜਨ ਦਾ ਮੌਕਾ ਦਿੱਤਾ ਤੇ ਮੈਂ ਬੜਾ ਮਾਣ ਮਹਿਸੂਸ ਕਰਦੀ ਹਾਂ ਕਿ ਮੈਂ ਇਸ ਕਾਲਜ ਦੀ ਵਿਦਿਆਰਥਣ ਰਹਿ ਚੁੱਕੀ ਹਾਂ ਤੇ ਇਹ ਕਾਲਜ ਅੱਜ ਪੰਜਾਬ ਦਾ ਨੰਬਰ 1 ਕਾਲਜ ਹੈ। ਮੈਨੂੰ ਬੜਾ ਮਾਣ ਮਹਿਸੂਸ ਹੁੰਦਾ ਹੈ। ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਧੰਨਵਾਦ। ਤੁਹਾਨੂੰ ਤੀਆਂ ਦੀਆਂ ਲੱਖ ਲੱਖ ਵਧਾਈਆਂ। ਪੂਰੇ ਸਮਾਗਮ ਨੂੰ ਮੁਕੰਮਲ ਕਰਨ ਦੇ ਲਈ ਹਾਂਜੀ ਮੈਂ ਫਿਰ ਮੈਂ ਕੰਟੀਨਿਊ ਹਾਂਜੀ ਮੁਕੰਮਲ ਕਰਨ ਦੇ ਲਈ ਸਾਡੇ ਨਾਲ ਜੁੜੀਆਂ ਸੀ। ਅਸੀਂ ਅੱਜ ਵੀ ਇਹ ਬੇਸ਼ੱਕ ਉੱਥੇ ਕੈਨੇਡਾ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਕੋਈ ਵੀ ਟਾਈਮ ਹੈ, ਰਾਤ ਦਾ ਟਾਈਮ ਹੈ, ਪਰ ਇਹ ਸਾਡੇ ਨਾਲ ਜ਼ੂਮ ਤੇ ਲਾਈਵ ਬੈਠੀਆਂ ਨੇ ਸਾਡੀਆਂ ਗੱਲਾਂ ਸੁਣਨ ਦੇ ਲਈ, ਸਾਡੇ ਪ੍ਰੋਗਰਾਮ ਨੂੰ ਵੇਖਣ ਦੇ ਲਈ, ਇਹਨਾਂ ਬੱਚਿਆਂ ਨੂੰ ਸ਼ਾਬਾਸ਼ ਦੇਣ ਦੇ ਲਈ ਜਿਨ੍ਹਾਂ ਨੇ ਪ੍ਰਤੀਯੋਗੀ ਬਣ ਕੇ ਤੇ ਇੱਕ ਮੁਕਾਬਲਿਆਂ ਦੇ ਵਿੱਚ ਭਾਗ ਲਿਆ। ਮੈਂ ਬੇਨਤੀ ਕਰਾਂਗੀ ਪ੍ਰਿੰਸੀਪਲ ਡਾਕਟਰ ਅਥਿਮਾ ਸ਼ਰਮਾ ਜੀ ਨੂੰ ਕਿ ਉਹ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਉਹਨਾਂ ਨੇ ਤੇ ਉਹ ਇਸ ਪ੍ਰੋਗਰਾਮ ਦੇ ਬਾਰੇ ਆਪਣੇ ਵਿਚਾਰ ਸਾਡੇ ਸਾਹਮਣੇ ਰੱਖਣ। ਪ੍ਰਿੰਸੀਪਲ ਡਾਕਟਰ ਅਥਿਮਾ ਸ਼ਰਮਾ ਜੀ। ਫਿਰ ਇਸ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਰੇ ਮਹਿਮਾਨਾਂ ਦਾ, ਪਾਰਟਿਸਿਪੈਂਟਸ ਦਾ ਔਰ ਕਾਲਜ ਦੇ ਸਾਰੇ ਜਿਹੜੇ ਪ੍ਰਾਧਿਆਪਕ ਨੇ ਔਰ ਵਿਸ਼ੇਸ਼ ਤੌਰ ਤੇ ਸਾਡੇ ਜਿਹੜੇ ਸਟੂਡੈਂਟਸ ਨੇ ਵਿਦੇਸ਼ਾਂ ਵਿੱਚ ਔਰ ਆਪਣੇ ਦੇਸ਼ ਦੇ ਵਿੱਚ ਔਰ ਕੰਨਿਆ ਮਹਾਵਿਦਿਆਲਿਆ ਦੇ ਜਿਹੜੀਆਂ ਇਸ ਵਕਤ ਵਿਦਿਆਰਥਣਾਂ ਨੇ ਔਰ ਸਾਰਿਆਂ ਵੱਲੋਂ ਵਿਸ਼ੇਸ਼ ਤੌਰ ਤੇ ਸਵਾਗਤ ਹੈ ਸੁਖਵਿੰਦਰ ਅੰਮ੍ਰਿਤ ਜੀ ਦਾ ਕਿ ਉਹ ਅੱਜ ਸਾਡੇ ਨਾਲ ਇਸ ਤੀਆਂ ਦੇ ਸੈਲੀਬ੍ਰੇਸ਼ਨ ਦੇ ਵਿੱਚ ਜੁੜੇ ਨੇ। ਸੁਖਵਿੰਦਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਔਰ ਮੈਂ ਮੁਬਾਰਕਬਾਦ ਦੇਣਾ ਚਾਹਾਂਗੀ ਪੰਜਾਬੀ ਡਿਪਾਰਟਮੈਂਟ ਨੂੰ ਕਿ ਅੱਜ ਦੀ ਜਿਹੜੀ ਇਹ ਪ੍ਰੋਗਰਾਮ ਦੀ ਸ਼ੁਰੂਆਤ ਹੋਈ ਹੈ, ਜਿਸ ਤਰ੍ਹਾਂ ਦੇ ਨਾਲ, ਜਿਸ ਐਨਰਜੀ ਦੇ ਨਾਲ ਔਰ ਜਿਸ ਸ਼ੌਕ ਦੇ ਨਾਲ ਇਹ ਸਾਰਾ ਮੇਲਾ ਆਨਲਾਈਨ ਕਰਾਇਆ ਜਾ ਰਿਹਾ, ਉਹਨਾਂ ਦੇ ਇਨੀਸ਼ੀਏਟਿਵ ਦੇ ਨਾਲ ਟੀਚਰਸ ਡਾਕਟਰ ਇਕਬਾਲ ਔਰ ਸਾਰੇ ਜਿਹੜੇ ਪੰਜਾਬੀ ਵਿਭਾਗ ਦੇ ਟੀਚਰ ਸਾਹਿਬਾਨ ਨੇ, ਇਹਨਾਂ ਨੇ ਬਹੁਤ ਮਿਹਨਤ ਕਰਕੇ ਇਸ ਪ੍ਰੋਗਰਾਮ ਨੂੰ ਇੱਕ ਇਕੱਠਾ ਰੂਪ ਦਿੱਤਾ ਹੈ ਕਿਉਂਕਿ ਅੱਜ ਕੱਲ ਦੇ ਜਿਹੜੇ ਹਾਲਾਤ ਨੇ ਉਹਦੇ ਵਿੱਚ ਆਨਲਾਈਨ ਪ੍ਰੋਗਰਾਮ ਕਰਨਾ ਸ਼ਾਇਦ ਜਿਹੜਾ ਫਿਜ਼ੀਕਲੀ ਔਨ ਦ ਗਰਾਊਂਡ ਪ੍ਰੋਗਰਾਮ ਕਰਨ ਨਾਲੋਂ ਕਾਫੀ ਜ਼ਿਆਦਾ ਚੈਲੰਜਸ ਹੈ ਉਸ ਚੀਜ਼ ਦੇ। ਸੋ ਮੇਰੀ ਇੱਕ ਵਾਰ ਫੇਰ ਪੰਜਾਬੀ ਵਿਭਾਗ ਨੂੰ ਬਹੁਤ ਬਹੁਤ ਮੁਬਾਰਕਬਾਦ ਕਿ ਇੰਨੇ ਅੱਛੇ ਜਿਹੜੇ ਸਾਡੇ ਪ੍ਰੋਗਰਾਮਸ ਵੀ ਕਾਲਜ 'ਚ ਚੱਲ ਰਹੇ ਨੇ ਉਹਨਾਂ ਦਾ ਵੀ ਸੁਚਾਰੂ ਰੂਪ ਨਾਲ ਸੰਚਾਲਨ ਹੋ ਰਿਹਾ, ਚਾਹੇ ਉਹ MA ਹੈ, ਚਾਹੇ ਉਹ BA ਆਨਰਸ ਨੇ ਜਾਂ ਹੋਰ ਜਿਹੜੇ ਸੱਭਿਆਚਾਰਕ ਪ੍ਰੋਗਰਾਮਸ ਟਾਈਮ ਟੂ ਟਾਈਮ ਹੁੰਦੇ ਰਹਿੰਦੇ ਨੇ। ਇੱਕ ਵਾਰ ਫੇਰ ਮੇਰੇ ਬਹੁਤ ਕੰਪਲੀਮੈਂਟਸ ਔਰ ਮੁਬਾਰਕਬਾਦ ਪੰਜਾਬੀ ਡਿਪਾਰਟਮੈਂਟ। ਜਿਹੜਾ ਸਾਡੀ ਹਿੰਦੁਸਤਾਨ ਦੀ ਧਰਤੀ ਹੈ ਔਰ ਸੰਸਕ੍ਰਿਤੀ ਹੈ, ਇਹ ਤਿਉਹਾਰਾਂ ਦੇ ਨਾਲ ਸੁਸੱਜਿਤ ਹੈ। ਸਾਡਾ ਜੀਵਨ ਤਿਉਹਾਰਾਂ ਦੇ ਨਾਲ ਜੁੜਿਆ ਹੋਇਆ, ਚਾਹੇ ਅਸੀਂ ਅੱਜ 21ਵੀਂ ਸ਼ਤਾਬਦੀ ਦੇ ਵਿੱਚ ਰਹਿ ਰਹੇ ਹਾਂ, ਟੈਕਨੋਲੋਜੀ ਦਾ ਯੁੱਗ ਹੈ ਔਰ ਸਮੇਂ ਦੀ ਬਦਲਾਵ ਬਹੁਤ ਤੇਜ਼ੀ ਦੇ ਨਾਲ ਆਏ ਨੇ, ਲੇਕਿਨ ਅਸੀਂ ਸਾਰੇ ਆਪਣੇ ਤਿਉਹਾਰਾਂ ਦੇ ਨਾਲ ਬਹੁਤ ਅੱਛੀ ਤਰ੍ਹਾਂ ਜੁੜੇ ਹੋਏ ਹਾਂ। ਜਦੋਂ ਤਿਉਹਾਰਾਂ ਦਾ ਮੌਸਮ ਆਉਂਦਾ ਹੈ ਤਾਂ ਸਾਡੀ ਜਿਹੜੀ ਅੰਦਰ ਦੀ એનર્ਜੀ ਹੈ ਔਰ ਇੱਕ ਉਮੰਗ ਹੈ ਜਿਹੜੀ ਉਹ ਇੱਕ ਨਵਾਂ ਜੋਸ਼ ਪਕੜਦੀ ਹੈ। ਜਿਸ ਤਰ੍ਹਾਂ ਅੱਜ ਅਸੀਂ ਸਾਰੇ ਇੱਥੇ ਬੈਠੇ ਹੋਏ ਹਾਂ ਤੀਜ ਦਾ ਤਿਉਹਾਰ ਮਨਾਉਣ ਦੇ ਲਈ, ਜਿਹੜੀ ਸਾਡੀ ਜੀਵਨ ਸ਼ੈਲੀ ਹੈ ਉਹ ਤਿਉਹਾਰਾਂ ਦੇ ਨਾਲ ਜੁੜੀ ਹੋਈ ਹੈ ਔਰ ਮੈਨੂੰ ਬਹੁਤ ਬੇਹੱਦ ਖੁਸ਼ੀ ਹੈ ਖਾਸ ਤੌਰ ਤੇ ਇਸ ਚੀਜ਼ ਦੀ ਕਿ ਅੱਜ ਦੀ ਜਿਹੜੀ ਯੰਗ ਜਨਰੇਸ਼ਨ ਹੈ, ਜਿਹੜੀ ਜਵਾਨ ਲੜਕੀਆਂ ਨੇ ਔਰ ਲੜਕੇ ਨੇ, ਇਹਨਾਂ ਨੂੰ ਅਸੀਂ ਕਾਮਯਾਬ ਹੋਏ ਹਾਂ ਆਪਣੀ ਸੰਸਕ੍ਰਿਤੀ ਦੇ ਨਾਲ ਜੋੜਨ ਦੇ ਲਈ। ਔਰ ਵਿਸ਼ੇਸ਼ ਤੌਰ ਤੇ ਕੰਨਿਆ ਮਹਾਵਿਦਿਆਲਿਆ ਦੀਆਂ ਵਿਦਿਆਰਥਣਾਂ ਤੁਸੀਂ ਦੇਖ ਰਹੇ ਹੋ, ਚਾਹੇ ਹੁਣ ਉਹ ਵਿਦਿਆਰਥੀ ਨਹੀਂ ਨੇ, ਹੁਣ ਅੱਜ ਕੱਲ ਜਿੱਥੇ ਵੀ ਬੈਠੀਆਂ ਹੋਈਆਂ ਨੇ, ਸੋ ਆਪਣੀ ਸੰਸਕ੍ਰਿਤੀ ਦੇ ਨਾਲ, ਆਪਣੀ ਸਭਿਅਤਾ ਦੇ ਨਾਲ, ਆਪਣੀਆਂ ਜੜ੍ਹਾਂ ਦੇ ਨਾਲ ਜੁੜੀਆਂ ਹੋਈਆਂ ਨੇ। ਔਰ ਮੈਂ ਉਮੀਦ ਕਰਦੀ ਹਾਂ ਕਿ ਆਉਣ ਵਾਲੇ ਵੀ ਜਿਤਨੇ ਵੀ ਸਾਡੇ ਸਟੂਡੈਂਟਸ ਨੇ ਔਰ ਜਵਾਨ ਬੱਚੇ ਸਾਰੇ ਸਮਾਜ ਦੇ ਹਮੇਸ਼ਾ ਆਪਣੀ ਸੰਸਕ੍ਰਿਤੀ ਦੇ ਨਾਲ ਜੁੜੇ ਰਹਿਣਗੇ। ਸਾਡੀ ਜੀਵਨ ਸ਼ੈਲੀ ਦਾ ਇੱਕ ਹਿੱਸਾ ਹੈ ਸਾਡੇ ਜਿਹੜੇ ਤਿਉਹਾਰ ਨੇ ਔਰ ਖਾਸ ਤੌਰ ਤੇ ਜਿਸ ਤਰ੍ਹਾਂ ਇਸ ਦੇ ਬਾਅਦ ਹੋਰ ਵੀ ਤਿਉਹਾਰ ਆਉਣ ਵਾਲੇ ਨੇ, ਸੋ ਖਾਸ ਤੌਰ ਤੇ ਜਿਹੜੀ ਤੀਆਂ ਹੈ ਇਹ ਔਰਤਾਂ ਦੀਆਂ ਖੁਸ਼ੀਆਂ ਦੇ ਨਾਲ, ਉਹਨਾਂ ਦੇ ਚਾਵਾਂ ਦੇ ਨਾਲ ਔਰ ਮਾਨਵੀ ਰਿਸ਼ਤਿਆਂ ਦੇ ਨਾਲ ਜੁੜੀਆਂ ਹੋਈਆਂ ਨੇ। ਹੁਣੀ ਇਕਬਾਲ ਮੈਡਮ ਮੈਂਸ਼ਨ ਕਰ ਰਹੇ ਸੀਗੇ ਔਰ ਹਰਪ੍ਰੀਤ ਮੈਡਮ ਨੇ ਵੀ ਦੱਸਿਆ ਕਿ ਕਿਸ ਤਰ੍ਹਾਂ ਲੜਕੀਆਂ ਆਪਣੇ ਪੇਕਿਆਂ ਦੇ ਘਰ ਜਾ ਕੇ ਪਹਿਲੇ ਜ਼ਮਾਨੇ ਦੇ ਵਿੱਚ ਆਪਣੇ ਚਾਅ ਪੂਰੇ ਕਰਦੀਆਂ ਸੀਗੀਆਂ, ਲੇਕਿਨ ਹੁਣ ਤੇ ਲੜਕੀਆਂ ਸਸ਼ਕਤ ਨੇ, ਚਾਹੇ ਉਹ ਆਪਣੇ ਘਰ 'ਚ ਨੇ ਜਾਂ ਪੇਕਿਆਂ ਦੇ ਘਰ ਹੈ ਜਾਂ ਸਹੁਰਿਆਂ ਦੇ ਘਰ ਨੇ ਜਾਂ ਸਿਰਫ ਆਪਣੇ ਹਸਬੈਂਡ ਦੇ ਨਾਲ ਆਪਣੇ ਘਰ 'ਚ ਰਹਿੰਦੀਆਂ ਨੇ। ਉਹਨਾਂ ਦੇ ਸ਼ੌਕ, ਉਹਨਾਂ ਦੇ ਚਾਅ ਔਰ ਜੋ ਵੀ ਉਹ ਆਪਣੇ ਜੀਵਨ ਨੂੰ ਜਿਸ ਤਰ੍ਹਾਂ ਖੁਸ਼ਹਾਲ ਬਣਾਉਣਾ ਚਾਹੁੰਦੀਆਂ ਨੇ, ਉਹ ਜ਼ਰੂਰ ਅੱਜ ਵੀ ਪੂਰੇ ਹੋ ਰਹੇ ਨੇ
ਔਰ ਮੈਂ ਬੜੀ ਅੱਛਾ ਲੱਗ ਰਿਹਾ ਕਿ ਕੈਨੇਡਾ ਦੇ ਵਿੱਚ ਜਾਂ ਅਮਰੀਕਾ ਦੇ ਵਿੱਚ ਬੈਠੀਆਂ ਜਿਹੜੀਆਂ ਲੜਕੀਆਂ ਨੇ ਉਹ ਵੀ ਅੱਜ ਆਪਣੇ ਜਿਹੜੇ ਹਿੰਦੁਸਤਾਨੀ ਫੈਸ਼ਨ ਨੇ ਜਾਂ ਜਿਹੜੇ ਸਾਡੇ ਇੱਕ ਟ੍ਰੈਡੀਸ਼ਨਲ ਪਹਿਰਾਵਾ ਹੈ ਉਸ ਦੇ ਨਾਲ ਉਹ ਜੁੜੀਆਂ ਹੋਈਆਂ। ਸਾਡੇ ਜਿਹੜੇ ਤਿਉਹਾਰ ਨੇ ਉਹ ਸੈਲੀਬ੍ਰੇਸ਼ਨ ਨੇ ਸਾਡੇ ਰਿਸ਼ਤਿਆਂ ਦੀ, ਸਾਡੀ ਖੁਸ਼ਹਾਲੀ ਦੀ, ਮਾਨਵੀ ਮੂਲਿਆਂ ਦੀ। ਹੁਣ ਦੇਖੋ ਰਿਸ਼ਤਿਆਂ ਦੀ ਇਸ ਤਰ੍ਹਾਂ ਹੈ ਕਿ ਅੱਜ ਤੀਆਂ ਦੇ ਤਿਉਹਾਰ ਦੇ ਵਿੱਚ ਵੀ ਲੜਕੀਆਂ ਆਪਸੀ ਰਿਸ਼ਤਿਆਂ ਦੇ ਵਿੱਚ ਕਿਸ ਤਰ੍ਹਾਂ ਬਣ ਜਾਂਦੀਆਂ ਨੇ, ਇਕੱਠੀਆਂ ਮਿਲ ਕੇ ਗਿੱਧਾ ਪਾਣਾ, ਪਿਆਰ ਦੇ ਨਾਲ ਇੱਕ ਦੂਸਰੇ ਦੇ ਨਾਲ ਖੁਸ਼ੀਆਂ ਵੰਡਣਾ। ਔਰ ਸਾਡੀਆਂ ਜਿਹੜੀਆਂ ਹਿੰਦੁਸਤਾਨ ਦੀਆਂ ਨਰਦਰਨ ਇੰਡੀਆ ਦੀਆਂ ਖਾਸ ਤੌਰ ਤੇ ਸਾਰੀਆਂ ਸਟੇਟਸ ਦੇ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ, ਉਹਨੂੰ ਤੀਜ ਦੂਸਰੀਆਂ ਸਟੇਟਸ ਦੇ ਵਿੱਚ ਕਹਿ ਦਿੱਤਾ ਜਾਂਦਾ ਹੈ। ਆਪਣੀ ਆਪਣੀ ਤਰ੍ਹਾਂ ਦੇ ਨਾਲ ਸਾਰੇ ਇਸ ਦੀ ਸੈਲੀਬ੍ਰੇਸ਼ਨ ਕਰਦੇ ਨੇ, ਲੇਕਿਨ ਹਰ ਜਿਹੜਾ ਸਟੇਟ ਹੈ ਉਹਦੇ ਵਿੱਚ ਜਿਹੜੀ ਤੀਜ ਦਾ ਤਿਉਹਾਰ ਹੈ ਉਹ ਔਰਤਾਂ ਦੀਆਂ, ਲੜਕੀਆਂ ਦੀਆਂ ਖੁਸ਼ੀਆਂ ਦੇ ਨਾਲ, ਉਹਨਾਂ ਦੇ ਗੀਤਾਂ ਦੀ, ਉਹਨਾਂ ਦੇ ਪਹਿਰਾਵੇ ਦੀ, ਉਹਨਾਂ ਦੇ ਆਪਸੀ ਮੇਲ ਮਿਲਾਪ ਦੀਆਂ ਖੁਸ਼ੀਆਂ ਨੇ। ਔਰ ਜਿਹੜੇ ਤੀਜ ਦਾ ਤਿਉਹਾਰ ਹੈ ਹਿੰਦੁਸਤਾਨੀ ਜਿਹੜੀ ਇੰਡੀਅਨ ਮਾਈਥੋਲੋਜੀ ਦੇ ਮੁਤਾਬਿਕ शिव और पार्वती दे मिलन ਦਾ ਤਿਉਹਾਰ ਹੈ। ਇਸ ਦਾ ਕੀ ਮਤਲਬ ਹੋਇਆ ਕਿ ਜਿਹੜੀ ਸਾਡੇ ਜੀਵਨ ਦੇ ਵਿੱਚ ਮਿਠਾਸ ਹੈ, ਰਿਸ਼ਤਿਆਂ ਦੀ ਮਿਠਾਸ ਹੈ, ਚਾਹੇ ਉਹ ਆਪਸੀ ਲੜਕੀਆਂ ਦੀ, ਸਹੇਲੀਆਂ ਦੀ ਜਾਂ ਮਾਂ ਔਰ ਬੇਟੀ ਦੀ ਹੋਏ, ਜਾਂ ਉਹ ਆਪਣੇ ਹਸਬੈਂਡ ਦੀ, ਆਪਣੇ ਜੀਵਨ ਸਾਥੀ ਦੇ ਨਾਲ ਇੱਕ ਮਿਲਨ ਦੀ ਸੈਲੀਬ੍ਰੇਸ਼ਨ ਹੈ। ਸੋ ਇਸ ਨੂੰ ਅਸੀਂ ਚਾਰੋਂ ਤਰਫਾ ਮਾਨਵੀय ਖੁਸ਼ੀਆਂ ਔਰ ਰਿਸ਼ਤਿਆਂ ਦੀ ਜਿਹੜੀ ਇੱਕ ਅਸੀਂ ਖੁਸ਼ੀਆਂ ਮਨਾਉਂਦੇ ਹਾਂ, ਤੀਜ ਉਹਨਾਂ ਦਾ ਤਿਉਹਾਰ ਹੈ। ਅਸੀਂ ਅੱਛੇ ਪਹਿਰਾਵੇ ਦੇ ਨਾਲ, ਅੱਜ ਮੈਂ ਦੇਖ ਰਹੀ ਹਾਂ, ਮੈਂ ਸੁਖਵਿੰਦਰ ਜੀ ਨੂੰ ਵੀ ਦੇਖ ਰਹੀ ਸੀ ਕਿ ਪੰਜਾਬੀ ਬੜਾ ਸੋਹਣਾ ਉਹਨਾਂ ਨੇ ਜਿਹੜਾ ਬਾਗ ਉੱਪਰ ਲਿੱਤਾ ਹੋਇਆ, ਔਰ ਅਸੀਂ ਸਾਰੇ, ਮੈਂ ਦੇਖ ਰਹੀ ਹਾਂ ਸਾਡੇ ਸਟੂਡੈਂਟਸ ਨੇ ਵੀ ਔਰ ਜਿੰਨੇ ਵੀ ਟੀਚਰਸ ਸਾਹਿਬਾਨ ਨੇ ਸਾਰਿਆਂ ਨੇ ਆਪਣਾ, ਮੈਂ ਵੀ ਕੁਝ ਏਦਾਂ ਦਾ ਪਹਿਰਾਵਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਅੱਜ ਤੀਜ ਦੇ ਤਿਉਹਾਰ ਨੂੰ ਹੋਰ ਅੱਛੀ ਖੁਸ਼ੀਆਂ ਦੇ ਨਾਲ ਅਸੀਂ ਸਾਂਝਾ ਕਰ ਸਕੀਏ। ਸੋ ਅਸੀਂ ਆਪਣੀ ਸੰਸਕ੍ਰਿਤੀ ਦੇ ਨਾਲ ਜੁੜੀਏ। ਮੈਂ ਸਟੂਡੈਂਟਸ ਨੂੰ ਇਹੀ ਸੰਦੇਸ਼ ਦਵਾਂਗੀ ਕਿ ਜਦੋਂ ਸਾਵਨ ਦਾ ਮਹੀਨਾ ਆਉਂਦਾ ਹੈ ਜਾਂ ਇਸ ਤਰ੍ਹਾਂ ਦੀ ਜਿਹੜੀ ਛਮ-ਛਮ ਬਾਰਿਸ਼ ਪੈਂਦੀ ਹੈ ਔਰ ਅਸੀਂ ਖੁਸ਼ੀਆਂ ਦੇ ਨਾਲ, ਸਾਡਾ ਮਨ ਵੀ ਉਸੇ ਤਰ੍ਹਾਂ ਦੇ ਨਾਲ ਪ੍ਰਫੁੱਲਿਤ ਹੁੰਦਾ ਹੈ। ਔਰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕੰਨਿਆ ਮਹਾਵਿਦਿਆਲਿਆ ਦੇ ਵਿੱਚ ਬਹੁਤ ਮੋਰ ਵੀ ਰਹਿੰਦੇ ਨੇ, ਖੂਬਸੂਰਤੀ ਹੈ, ਸਾਡਾ ਮਾਣ ਹੈ ਜਿਹੜੇ ਇੱਥੇ ਦੇ ਮੋਰ ਹੈ। ਸੋ ਜਿਸ ਤਰ੍ਹਾਂ ਮੋਰ ਨਾਚ ਕਰਦੇ ਆ, ਇਸੇ ਤਰ੍ਹਾਂ ਦੇ ਨਾਲ ਸਾਡੀਆਂ ਜਿਹੜੀਆਂ ਲੜਕੀਆਂ ਨੇ, ਸਾਡੇ ਵਿਦਿਆਰਥੀ ਹੈ, ਔਰ ਜਿਹੜੀ ਸਮਾਜ ਦੇ ਵਿੱਚ ਜਿੱਦਾਂ 11 ਜ਼ਿਲ੍ਹਿਆਂ ਦੀਆਂ ਲੜਕੀਆਂ ਸਾਡੇ ਨਾਲ ਜੁੜੀਆਂ ਹੋਈਆਂ। ਸੋ ਸਾਲ ਬਰ ਸਾਲ ਆਉਣੇ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਸਾਰੇ ਖੁਸ਼ੀਆਂ ਦੇ ਨਾਲ ਇਹ ਤਿਉਹਾਰ ਮਨਾਈਏ। ਕੋਵਿਡ ਦਾ ਸਮੇਂ ਸਾਡਾ ਇਸ ਤਰ੍ਹਾਂ ਨਿਕਲੇ ਕਿ ਅਸੀਂ ਸਾਰੇ ਸਵਸਥ ਹੋ ਕੇ ਔਰ ਖੁਸ਼ੀ ਦੇ ਨਾਲ, ਬਿਨਾਂ ਕਿਸੇ ਨੁਕਸਾਨ ਦੇ, ਬਿਨਾਂ ਸਿਹਤ ਦੇ ਨੁਕਸਾਨ ਦੇ, ਬਿਨਾਂ ਕਿਸੇ ਕੀ ਦੇ ਨੁਕਸਾਨ ਦੇ ਅਸੀਂ ਇਸ ਤੋਂ ਅੱਗੇ ਵਧੀਏ ਔਰ ਅਗਲੇ ਸਾਲ ਅਸੀਂ ਮਿਲ ਕੇ ਫਿਜ਼ੀਕਲੀ। ਔਰ ਸੁਖਵਿੰਦਰ ਜੀ, ਅੱਜ ਮੈਂ ਵਿਸ਼ ਕਰਦੀ ਹਾਂ ਕਿ ਅਗਲੇ ਸਾਲ ਤੁਸੀਂ ਪਰਸਨਲੀ ਸਾਡੇ ਕਾਲਜ ਚ ਆਓ ਤੀਆਂ ਦੇ ਤਿਉਹਾਰ ਦੇ ਵਿੱਚ, ਔਰ ਅਸੀਂ ਮਿਲ ਕੇ ਇੱਕ ਵਾਰ ਫੇਰ ਕਿਕਲੀਆਂ ਪਾ ਸਕੀਏ, ਡਾਂਸ ਕਰ ਸਕੀਏ ਔਰ ਤੁਹਾਡੀ ਕਵਿਤਾ ਅਸੀਂ ਪਰਸਨਲੀ ਸੁਣ ਸਕੀਏ। ਸੋ ਇਹਨਾਂ ਉਮੀਦਾਂ ਦੇ ਨਾਲ ਔਰ ਸਾਰਿਆਂ ਨੂੰ ਇੱਕ ਵਾਰ ਫੇਰ ਬਹੁਤ ਮੁਬਾਰਕਬਾਦ ਦਿੰਦੇ ਹੋਏ, ਸਾਰੇ ਕਹਿੰਦੇ ਆ ਜੀਂਦੇ ਰਹੋ, ਬਸਦੇ ਰਹੋ, ਆਪਣੀ ਖੁਸ਼ਹਾਲੀ ਮਨਾਉਂਦੇ ਰਹੋ, ਪ੍ਰੋਸਪੈਰਿਟੀ ਚ ਜਿਓ, अच्छी हेल्थ ਦੇ ਵਿੱਚ ਜਿਓ ਔਰ ਆਪਣੇ ਰਿਸ਼ਤਿਆਂ ਦਾ ਮਾਣ ਕਰੋ ਔਰ ਆਪਣੀ ਕੁਦਰਤ ਨੂੰ ਬਚਾ ਕੇ ਰੱਖੋ। ਸਾਵਨ ਦਾ ਮਹੀਨਾ ਆਇਆ, ਜਲ ਨੂੰ ਬਚਾਉਣ ਦੀ ਜਿਹੜੀ ਮੁਹਿੰਮ ਹੈ ਉਹ ਸਾਨੂੰ ਚਲਾਉਣੀ ਪਏਗੀ। ਜਿਹੜੀ ਪਰਮਾਤਮਾ ਸਾਨੂੰ ਜਲ ਦਿੰਦਾ ਹੈ, ਇੰਨਾ ਪਾਣੀ ਬਰਸਾਉਂਦਾ ਹੈ ਪਰਮਾਤਮਾ ਉੱਪਰੋਂ, ਇਹਦੀ ਅਸੀਂ ਕਦਰ ਕਰੀਏ, ਇਹਨੂੰ ਬਚਾ ਕੇ ਰੱਖੀਏ ਔਰ ਆਪਣੇ ਸਮਾਜ ਔਰ ਆਪਣੇ ਦੇਸ਼ ਦੇ ਵਿੱਚ ਖੁਸ਼ਹਾਲੀ ਲਿਆਉਣ ਦੇ ਲਈ ਸਾਡੀ ਜਾਗਰੂਕਤਾ ਹੋਵੇ ਔਰ ਆਪਸੀ ਜਿਹੜਾ ਪ੍ਰੇਮ ਹੈ ਉਸ ਨੂੰ ਹੋਰ ਜ਼ਿਆਦਾ ਅਸੀਂ बढ़ाइए। ਇਹ ਪ੍ਰੇਮ ਦਾ ਤਿਉਹਾਰ ਹੈ। ਸੋ ਅੱਜ ਤੀਆਂ ਦੇ ਵਿੱਚ ਪ੍ਰੇਮ ਦਾ ਸੰਦੇਸ਼ ਦਿੰਦੇ ਹੋਏ ਮੈਂ ਸਾਰਿਆਂ ਨੂੰ ਇੱਕ ਵਾਰ ਫਿਰ ਮੁਬਾਰਕਬਾਦ ਦਿੰਦੀ ਹਾਂ ਔਰ ਮੈਂ ਉਮੀਦ ਕਰਦੀ ਹਾਂ ਕਿ ਅੱਜ ਦਾ ਜਿਹੜਾ ਇਵੈਂਟ ਹੈ ਅਸੀਂ ਸਾਰੇ ਇਸ ਨੂੰ ਖੂਬ ਇੰਜੋਏ ਕਰਾਂਗੇ। ਔਰ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ 1 ਸਾਲ ਦੇ ਬਾਅਦ ਇਕੱਠੇ ਮਿਲ ਕੇ ਫਿਜ਼ੀਕਲੀ ਇਸ ਕੰਨਿਆ ਮਹਾਵਿਦਿਆਲਿਆ ਦੇ ਆਂਗਣ ਦੇ ਵਿੱਚ ਇੱਕ ਵਾਰ ਫਿਰ ਇਸੇ ਤਰ੍ਹਾਂ ਦੇ ਨਾਲ ਖੂਬ ਜੋਸ਼ ਦੇ ਨਾਲ खुशियां मनावा। बहुत बहुत शुक्रिया। बहुत शुक्रिया मैम, बहुत सोहना सुनेहा। संस्कृति नाल जुड़ के जीवन शैली दे बदलदे ढांचिਆਂ ਵਿੱਚ ਢਲਦਿਆਂ ਹੋਇਆਂ ਹੁੰਦੀਆਂ ਧੀਆਂ ਸਾਰੇ ਬਹਿ ਕੇ ਭਰਾਵਾਂ ਨੂੰ ਨਹੀਂ ਉਡੀਕਦੀਆਂ, ਖੁਦ ਕਾਰ ਚਲਾ ਕੇ ਪੇਕੇ ਪਹੁੰਚ ਜਾਂਦੀਆਂ ਨੇ।
ਇਹ ਸਾਡੀ ਨਾਰੀ ਸਸ਼ਕਤੀਕਰਨ ਇਹਨੂੰ ਅਸੀਂ ਕਹਿ ਸਕਦੇ ਹਾਂ ਕਿ ਹੁਣ ਧੀਆਂ ਨੂੰ ਉਡਾਰੀਆਂ ਲਾਉਣੀਆਂ ਆ ਗਈਆਂ, ਉਹ ਉਡਾਰੀਆਂ ਲਾਉਂਦੀਆਂ ਕਿਤੇ ਵੀ ਪਹੁੰਚ ਸਕਦੀਆਂ ਨੇ। ਲੋਕ ਪਰੰਪਰਾ ਅਨੁਸਾਰ ਬ੍ਰਹਮਾ ਨੇ ਕਣੀਆਂ ਤੋਂ ਤਾਲ, ਪਹਾੜਾਂ ਤੋਂ ਗੂੰਜ, ਹਵਾ ਤੋਂ ਹੇਕ, ਕੂੰਜ ਤੋਂ ਦਰਦ, ਕੋਇਲ ਤੋਂ ਲੈ ਤੇ ਬੁਲਬੁਲ ਤੋਂ ਮਿਠਾਸ ਤੇ ਮਧੁਰਤਾ ਲੈ ਕੇ ਗੀਤ ਦੀ ਰਚਨਾ ਕੀਤੀ। ਗੀਤ, ਲੋਕ ਗੀਤ ਮਨੋਵੇਗਾਂ ਦੇ ਪ੍ਰਗਟਾਵੇ ਦਾ ਮਾਧਿਅਮ ਹਨ। ਸੌਣ ਮਹੀਨਾ ਰੂਹ ਨੂੰ ਖੇੜਾ ਦਿੰਦਾ ਹੈ, ਮਨ ਖੁਸ਼ੀ ਵਿੱਚ ਗਾ ਉੱਠਦਾ ਹੈ। ਮੋਰਾਂ ਦੀ ਰੁਣ ਝੁਣ ਮੌਸਮ ਨੂੰ ਸੁਹਾਵਣਾ ਬਣਾ ਦਿੰਦੀ ਹੈ ਤੇ ਇਸ ਰੁਣ ਝੁਣ ਵਾਲੇ ਮਾਹੌਲ ਦੇ ਵਿੱਚ ਪੱਤਿਆਂ ਦੀ ਸਰਸਰਾਹਟ ਸੰਗੀਤ ਪੈਦਾ ਕਰਦੀ ਹੈ। ਆਓ ਇਸੇ ਸੰਗੀਤ ਦਾ ਆਨੰਦ ਮਾਣਦੇ ਹਾਂ। ਆਪਣੀ ਹੀ ਵਿਦਿਆਰਥਣ ਆਰਜ਼ੂ ਦੇ ਰਾਹੀਂ ਸਾਉਣ ਦਾ ਮਹੀਨਾ ਆ ਗਿਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕਾਲੀ ਬਦਲੀ ਕਟਾਂ ਬਣੇ ਆਈ ਬੱਲੇ, ਹੋ ਨੀਲੇ ਅੰਬਰਾਂ ਦੇ ਥੱਲੇ ਥੱਲੇ ਛਾਈ ਬੱਲੇ। ਕਾਲੀ ਬਦਲੀ ਕਟਾਂ ਬਣੇ ਆਈ ਬੱਲੇ, ਹੋ ਨੀਲੇ ਅੰਬਰਾਂ ਦੇ ਥੱਲੇ ਥੱਲੇ ਛਾਈ ਬੱਲੇ। ਸੋਹਣੇ ਦਾ ਮਹੀਨਾ ਆ ਗਿਆ, ਸੋਹਣੇ ਦਾ ਮਹੀਨਾ ਆ ਗਿਆ, ਸੋਹਣੇ ਦਾ ਮਹੀਨਾ ਆ ਗਿਆ। ਜਦੋਂ ਭਰਦਾ ਏ ਸੋਨ ਫਰਾਟੇ, ਪੂਰੇ ਹੁੰਦੇ ਵਰੇ ਦੇ ਕਾਟੇ। ਜਦੋਂ ਭਰਦਾ ਏ ਸੋਨ ਫਰਾਟੇ, ਪੂਰੇ ਹੁੰਦੇ ਵਰੇ ਦੇ ਕਾਟੇ। ਫਸਲਾਂ ਦਾ ਅੰਤ ਕੋਈ ਨਾ, ਗੱਲ ਹੋਈ ਨਾ, ਸੋਹਣੇ ਦਾ ਮਹੀਨਾ ਆ ਗਿਆ, ਸੋਹਣੇ ਦਾ ਮਹੀਨਾ ਆ ਗਿਆ। ਜਦੋਂ ਕਿਣ ਮਿਣ ਪੈਣ ਫੁਹਾਰਾਂ, ਕਿਣ ਮਿਣ ਪੈਂਦੀਆਂ ਗੁਲਜ਼ਾਰਾਂ। ਜਦੋਂ ਕਿਣ ਮਿਣ ਪੈਣ ਫੁਹਾਰਾਂ, ਕਿਣ ਮਿਣ ਪੈਂਦੀਆਂ ਗੁਲਜ਼ਾਰਾਂ। ਹਰੀ ਭਰੀ ਹੋਈ ਧਰਤੀ ਠੰਡ ਵਰਗੀ, ਸੋਹਣੇ ਦਾ ਮਹੀਨਾ ਆ ਗਿਆ, ਸੋਹਣੇ ਦਾ ਮਹੀਨਾ ਆ ਗਿਆ। ਜਦੋਂ ਬਿਜਲੀ ਮਾਰੇ ਲਿਸ਼ਕਾਰੇ, ਕਿਤੇ ਲੁਪ ਛੁਪ ਹੋਣ ਇਸ਼ਾਰੇ। ਜਦੋਂ ਬਿਜਲੀ ਮਾਰੇ ਲਿਸ਼ਕਾਰੇ, ਕਿਤੇ ਲੁਪ ਛੁਪ ਹੋਣ ਇਸ਼ਾਰੇ। ਹਾਣੀਆਂ ਨੂੰ ਹਾਣ ਮਿਲ ਪਏ, ਫੁੱਲ ਖਿੜ ਪਏ, ਸੋਹਣੇ ਦਾ ਮਹੀਨਾ ਆ ਗਿਆ, ਸੋਹਣੇ ਦਾ ਮਹੀਨਾ ਆ ਗਿਆ। ਕਾਲੀ ਬਦਲੀ ਕਟਾਂ ਬਣੇ ਆਈ ਬੱਲੇ, ਹੋ ਨੀਲੇ ਅੰਬਰਾਂ ਦੇ ਥੱਲੇ ਥੱਲੇ ਛਾਈ ਬੱਲੇ। ਕਾਲੀ ਬਦਲੀ ਕਟਾਂ ਬਣੇ ਆਈ ਬੱਲੇ, ਹੋ ਨੀਲੇ ਅੰਬਰਾਂ ਦੇ ਥੱਲੇ ਥੱਲੇ ਛਾਈ ਬੱਲੇ। ਸੋਹਣੇ ਦਾ ਮਹੀਨਾ ਆ ਗਿਆ, ਸੋਹਣੇ ਦਾ ਮਹੀਨਾ ਆ ਗਿਆ, ਸੋਹਣੇ ਦਾ ਮਹੀਨਾ ਆ ਗਿਆ। ਕਾਲੀਆਂ ਇੱਟਾਂ ਕਾਲੇ ਰੋੜ, ਮੀਂਹ ਵਰਸਾ ਦੇ ਜ਼ੋਰੋ ਜ਼ੋਰ। ਕਾਲੀਆਂ ਇੱਟਾਂ ਕਾਲੇ ਰੋੜ, ਮੀਂਹ ਵਰਸਾ ਦੇ ਜ਼ੋਰੋ ਜ਼ੋਰ। ਰੱਬਾ ਰੱਬਾ ਮੀਂਹ ਵਰਸਾ, ਸਾਡੀ ਕੋਠੀ ਦਾਣੇ ਪਾ। ਰੱਬਾ ਰੱਬਾ ਮੀਂਹ ਵਰਸਾ, ਸਾਡੀ ਕੋਠੀ ਦਾਣੇ ਪਾ। ਹੱਥ ਕਤਲੀ ਟਾਕ ਤੇ ਚਰਖਾ, ਹੱਥ ਕਤਲੀ ਟਾਕ ਤੇ ਚਰਖਾ। ਤਰੰਜਨੀ ਕਤਲ ਚਲੀ, ਤਰੰਜਨੀ ਕਤਲ ਚਲੀ। ਤੀਜ ਦੀਆਂ ਪਾਦੋ ਦਾ ਮੁਕਲਾਵਾ ਕੇ, ਸੋਹਣੇ ਦਾ ਮਹੀਨਾ ਆ ਗਿਆ, ਕਿ 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 ਸੋਹਣੇ ਦਾ ਮਹੀਨਾ ਆ ਗਿਆ। ਥੈਂਕ ਯੂ। ਬਹੁਤ ਹੀ ਸੋਹਣੀ ਤੇ ਸੁਰੀਲੀ ਆਵਾਜ਼ ਦੇ ਵਿੱਚ ਖੂਬਸੂਰਤ ਪੇਸ਼ਕਾਰੀ। ਤੇ ਮੈਨੂੰ ਲੱਗਦਾ ਹੈ ਕਿ ਕੰਨਿਆ ਮਹਾਵਿਦਿਆਲਾ ਦਾ ਕੁਦਰਤ ਹਮੇਸ਼ਾ ਸਾਥ ਦਿੰਦੀ ਹੈ। ਜਦੋਂ ਵੀ ਅਸੀਂ ਤੀਜ ਮਨਾਉਂਦੇ ਆ ਤੇ ਕਣੀਆਂ ਜ਼ਰੂਰ ਪੈਂਦੀਆਂ। ਅੱਜ ਵੀ ਜਲੰਧਰ ਦੇ ਵਿੱਚ ਕਣੀਆਂ ਵਾਲਾ ਮੌਸਮ ਆ, ਬੱਦਲ ਵਾਲਾ ਮੌਸਮ ਆ। ਬਸ ਕੋਵਿਡ ਦੇ ਕਰਕੇ ਅੰਦਰ ਬੈਠੇ ਆ, ਅੰਦਰ ਤੀਆਂ ਮਨਾ ਰਹੇ ਆ, ਪਰ ਮੌਸਮ ਉਹੀ ਹੈ ਜੋ ਕੰਨਿਆ ਮਹਾਵਿਦਿਆਲਾ ਦੇ ਵਿਹੜੇ ਵਿੱਚ ਤੀਆਂ ਦੇ ਦਿਨ ਵੇਖਣ ਨੂੰ ਮਿਲਦਾ ਹੈ। ਗਿੱਧੇ ਵਿੱਚ ਪੰਜਾਬੀ ਮੁਟਿਆਰਾਂ ਦੀ ਆਤਮਾ ਸਾਹ ਲੈਂਦੀ ਹੈ ਤੇ ਜੋਬਨ ਸਾਨ ਚੜ੍ਹਦਾ ਹੈ।
ਇਹ ਨਾਚ ਆਮ ਤੌਰ ਤੇ ਚਾਨਣੀਆਂ ਰਾਤਾਂ ਵਿੱਚ ਪਾਇਆ ਜਾਂਦਾ ਹੈ, ਜਦੋਂ ਕੁੱਲ ਸ੍ਰਿਸ਼ਟੀ ਦੁੱਧ ਵਰਗਾ ਚਿੱਟਾ ਪੋਸ਼ਣ ਓੜ ਕੇ ਸਜੀ ਹੁੰਦੀ ਹੈ ਤੇ ਘਰ ਦੀਆਂ ਸੁਆਣੀਆਂ ਘਰ ਦਾ ਸਾਰਾ ਕੰਮਕਾਜ ਨਿਬੇੜ ਕੇ ਵਿਹਲੀਆਂ ਹੋ ਕੇ ਚਾਨਣੀ ਰਾਤ ਦੇ ਵਿੱਚ ਗਿੱਧਾ ਪਾਉਣ ਦੇ ਲਈ ਜੁੜਦੀਆਂ ਹਨ ਤੇ ਕੁਦਰਤ ਰਾਣੀ ਨਾਲ ਇੱਕਮਿਕ ਹੁੰਦੀਆਂ ਹੋਈਆਂ ਆਪਣੇ ਮਨ ਦੀਆਂ ਗੱਲਾਂ ਕੁਦਰਤ ਦੇ ਨਾਲ ਬੋਲੀਆਂ ਦੇ ਰੂਪ ਵਿੱਚ ਕਰਦੀਆਂ ਹਨ। ਸਾਵਣ ਦੀ ਰੁੱਤੇ ਰੂਹ ਨਸ਼ੇ ਵਿੱਚ ਭਿੱਜੀ ਹੁੰਦੀ ਏ ਤੇ ਮਨ ਬੇਕਾਬੂ। ਪਿਆਰ ਦੀ ਇਸ ਰੁੱਤੇ ਬਾਕੀ ਰੁੱਤਾਂ ਨਾਲੋਂ ਵੱਧ ਗਿੱਧਾ ਪੈਂਦਾ। ਪਿਆਰਾਂ ਇਸ ਨੂੰ ਗਿੱਧੇ ਦੀ ਰੁੱਤ ਵੀ ਕਹਿੰਦੀਆਂ ਹਨ। ਇੰਨੀ ਦਿਨੀ ਕੁੜੀਆਂ ਚਿੜੀਆਂ ਗੁੱਡੀਆਂ ਪਟੋਲਿਆਂ ਵਾਂਗ ਸ਼ਿੰਗਾਰੀਆਂ ਪਿੱਪਲਾਂ ਤੇ ਪੀਂਘਾਂ ਝੂਟਦੀਆਂ ਹਨ, ਮੀਂਹ ਦੀ ਕਿਣਮਿਣ ਵਿੱਚ ਗਿੱਧੇ ਪਾਉਂਦੀਆਂ ਹਨ। ਬੱਦਲਾਂ ਦੀ ਕਨਕੋਰ ਤੇ ਕਣੀਆਂ ਦੇ ਤਾਲ ਵਿੱਚ ਮੋਰਾਂ ਵਾਂਗ ਪੈਲਾਂ ਪਾਉਂਦੀਆਂ ਜੰਗਲ ਦੀਆਂ ਹਿਰਨੀਆਂ ਦੀ ਤਰ੍ਹਾਂ ਲੱਗਦੀਆਂ ਹਨ। ਵਿਆਹੀਆਂ ਕੁੜੀਆਂ ਪੇਕੇ ਘਰ ਆ ਕੇ ਗਿੱਧਾ ਪਾਉਂਦੀਆਂ ਹਨ, ਤੀਆਂ ਦਾ ਹਿੱਸਾ ਬਣਦੀਆਂ ਹਨ। ਸਹੁਰੇ ਘਰ ਤਾਂ ਬਹੁਤਾ ਸਮਾਂ ਉਹਨਾਂ ਦਾ ਘੁੰਡ ਕੱਢ ਕੇ ਹੀ ਨਿਕਲ ਜਾਂਦਾ ਹੈ। ਇਸੇ ਕਰਕੇ ਕਈ ਬੋਲੀਆਂ ਜਿਹੜੀਆਂ ਇਸ ਘੁੰਡ ਨੂੰ ਲੈ ਕੇ ਵੀ ਬਣੀਆਂ ਆ। ਕੋਰੀ ਕੋਰੀ ਕੁੰਡੀ ਵਿੱਚ ਮਿਰਚਾਂ ਰਗੜਾਂ ਸਹੁਰੇ ਦੀ ਅੱਖ ਵਿੱਚ ਪਾ ਦਿੰਦੀਆਂ, ਘੁੰਡ ਕੱਢਣੇ ਦੀ ਅਲਖ ਮੁਕਾ ਦਿੰਦੀਆਂ। ਇਹ ਬੋਲੀਆਂ ਇਸ ਤਰ੍ਹਾਂ ਦੀਆਂ ਹੈ ਕਿ ਜਦੋਂ ਗਿੱਧੇ ਦੇ ਵਿੱਚ ਪਾਈਆਂ ਜਾਂਦੀਆਂ ਆ, ਤੀਆਂ ਦੇ ਮੌਕੇ ਤੇ ਇਕੱਠੇ ਹੋ ਕੇ ਇਦਾਂ ਦੀਆਂ ਬੋਲੀਆਂ ਪਾਈਆਂ ਜਾਂਦੀਆਂ ਆ ਤੇ ਸਾਰੇ ਰਿਸ਼ਤੇ ਵਿਚਲੀਆਂ ਔਰਤਾਂ ਉੱਥੇ ਹੁੰਦੀਆਂ ਤੇ ਕੋਈ ਵੀ ਕਿਸੇ ਦੀ ਇਸ ਗੱਲ ਦਾ ਗੁੱਸਾ ਨਹੀਂ ਕਰਦਾ, ਕਿਉਂਕਿ ਇਸ ਨੂੰ ਬੋਲੀਆਂ ਦਾ ਹਿੱਸਾ ਮੰਨ ਕੇ ਪੂਰਾ ਮਨ ਦੀਆਂ ਗੱਲਾਂ ਕਰਕੇ ਜਾਣ ਲੱਗਿਆ ਇਹ ਸਾਰੀਆਂ ਗੱਲਾਂ ਉੱਥੇ ਹੀ ਛੱਡ ਕੇ ਤੀਵੀਆਂ ਘਰਾਂ ਨੂੰ ਪਹੁੰਚਦੀਆਂ ਹਨ। ਬੋਲੀਆਂ ਦੇ ਵਿੱਚ ਕਈ ਗੱਲ ਦਾ ਗੁੱਸਾ ਘਰ ਤੱਕ ਜਿਹੜਾ ਉਹ ਨਹੀਂ ਪਹੁੰਚਦਾ। ਪਿਛਲੇ ਦਿਨੀ ਗਿੱਧੇ ਦਾ ਮੁਕਾਬਲਾ ਇਸ ਪ੍ਰੋਗਰਾਮ ਦੇ ਅੰਤਰਗਤ ਅਸੀਂ ਆਯੋਜਿਤ ਕੀਤਾ ਸੀ। ਵੀਡੀਓਜ਼ ਮੰਗਵਾਈਆਂ ਸੀ ਬੱਚਿਆਂ ਦੇ ਕੋਲੋਂ, ਪੰਜਾਬਣਾਂ ਦੇ ਕੋਲੋਂ। ਬਹੁਤ ਸਾਰੇ ਬੱਚਿਆਂ ਨੇ ਉਤਸ਼ਾਹ ਦੇ ਨਾਲ, ਜੋਸ਼ ਦੇ ਨਾਲ ਆਪਣੀਆਂ ਵੀਡੀਓਜ਼ ਬਣਾ ਕੇ ਭੇਜੀਆਂ, ਪਰ ਕੁਝ ਤਕਨੀਕੀ ਕਾਰਨਾਂ ਕਰਕੇ ਇਹ ਸਾਰੀਆਂ ਵੀਡੀਓਜ਼ ਕਿਤੇ ਨੈਟਵਰਕ ਦੀ ਪ੍ਰੋਬਲਮ ਆ ਜਾਂ ਕੁਝ ਹੋਰ ਕਾਰਨਾਂ ਕਰਕੇ ਅਸੀਂ ਸਾਰੀਆਂ ਵੀਡੀਓਜ਼ ਜਿਹੜੀਆਂ ਅੱਜ ਇੱਥੇ ਨਹੀਂ ਚਲਾ ਪਾਵਾਂਗੇ। ਕੁਝ ਇੱਕ ਚੋਣਵੀਆਂ ਵੀਡੀਓਜ਼ ਜੋ ਜੱਜ ਸਾਹਿਬਾਨ ਵੱਲੋਂ ਚੁਣੀਆਂ ਗਈਆਂ ਉਹਨਾਂ ਨੂੰ ਅਸੀਂ ਗਿੱਧੇ ਦੇ ਰੂਪ ਵਿੱਚ ਅੱਜ ਸਭ ਦੇ ਸਾਹਮਣੇ ਰੱਖਦੇ ਹਾਂ। ਆਓ ਵੇਖਦੇ ਹਾਂ ਇਸ ਗਿੱਧੇ ਦੀ ਪ੍ਰਤੀਯੋਗਤਾ। ਨੀ ਮੈਂ ਨੱਚ ਨੱਚ ਪੱਟਦੇ ਆ
ਗਿੱਧਾ ਇਹੋ ਜਿਹਾ ਲੋਕ ਨਾਚ ਆ ਕਿ ਗਿੱਧਾ ਨਾ ਵੀ ਆਉਂਦਾ ਹੋਵੇ, ਜਦੋਂ ਢੋਲਕੀ ਵੱਜ ਰਹੀ ਹੋਵੇ, ਬੋਲੀਆਂ ਪੈ ਰਹੀਆਂ ਹੋਣ ਤੇ ਪੈਰ ਆਪਣੇ ਆਪ ਹੀ ਤਾਲ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਆ। ਮੈਨੂੰ ਪੱਕਾ ਯਕੀਨ ਆ ਕਿ ਇਦਾਂ ਵੀਡੀਓਜ਼ ਨੂੰ ਵੇਖਦਿਆਂ ਹੋਇਆਂ ਅਸੀਂ ਬੈਠੇ ਬੈਠੇ ਵੀ ਜ਼ਰੂਰ ਆਪਣੇ ਪੈਰ ਨੂੰ ਤਾਲ ਦੇ ਨਾਲ ਮਿਲਾਉਣ ਦੀ ਕੋਸ਼ਿਸ਼ ਕਰ ਰਹੇ ਹੋਵਾਂਗੇ। ਅੱਜ ਸਾਡੇ ਵਿੱਚ ਹਨ ਸੁਖਵਿੰਦਰ ਅੰਮ੍ਰਿਤ ਜੀ। ਤੀਜ ਦੇ ਇਸ ਮੌਕੇ ਤੇ ਸਾਡੇ ਨਾਲ ਜੁੜਨ ਤੇ ਅਸੀਂ ਤੁਹਾਨੂੰ ਧੰਨਵਾਦ ਵੀ ਕਹਿੰਦੇ ਹਾਂ, ਜੀ ਆਇਆਂ ਵੀ ਕਹਿੰਦੇ ਹਾਂ। ਤੁਸੀਂ ਸਾਡੇ ਸੱਦੇ ਨੂੰ ਕਬੂਲ ਕੀਤਾ, ਸਾਡੇ ਵਿੱਚ ਪਹੁੰਚੇ। ਨਾਰੀ ਰੂਹ ਦੀਆਂ ਛੱਲਾਂ ਦਾ ਹਰਫਾਂ ਵਿੱਚ ਅਨੁਵਾਦ ਕਰਨ ਵਾਲੀ ਕਵਿੱਤਰੀ ਸੁਖਵਿੰਦਰ ਅੰਮ੍ਰਿਤ। ਨਾਰੀ ਕਵਿੱਤਰੀਆਂ ਦੀਆਂ ਕਹਿਕਸ਼ਾਂ ਵਿੱਚ ਇੱਕ ਰੋਸ਼ਨ ਸਿਤਾਰੇ ਦਾ ਨਾਂ ਹੈ ਸੁਖਵਿੰਦਰ ਅੰਮ੍ਰਿਤ। ਉਸ ਦੀ ਕਵਿਤਾ ਵਿੱਚ ਨਦੀ ਵਰਗੀ ਰਵਾਨੀ ਹੈ, ਸਾਵਣ ਦੀ ਪਹਿਲੀ ਫੁਹਾਰ ਦੀ ਤਾਜ਼ਗੀ ਵਰਗਾ ਸੱਜਰਾਪਣ ਹੈ। ਇਹਨਾਂ ਨੇ ਆਪਣੀਆਂ ਗਜ਼ਲਾਂ, ਗੀਤਾਂ ਅਤੇ ਨਜ਼ਮਾਂ ਨਾਲ ਪੰਜਾਬੀ ਕਵਿਤਾ ਦੇ ਵਿੱਚ ਇੱਕ ਗੌਰਵਮਈ ਸਥਾਨ ਹਾਸਿਲ ਕੀਤਾ ਹੈ। ਇੱਕ ਔਰਤ ਦੇ ਜਜ਼ਬੇ, ਸੋਚਾਂ, ਸੁਪਨੇ, ਤੌਖਲਿਆਂ ਤੇ ਰੀਝਾਂ ਨੂੰ ਇਹੋ ਜਿਹੀ ਜ਼ੁਬਾਨ ਦਿੱਤੀ ਜਿਸ ਵਿੱਚ ਲੋਕ ਗੀਤਾਂ ਵਾਲੀ ਸਹਿਜ ਸੁਭਾਵਿਕਤਾ ਹੈ ਤੇ ਨਵੇਂ ਯੁੱਗ ਦੀ ਸੋਚ ਵੀ ਪਈ ਹੋਈ ਦਿਖਾਈ ਦਿੰਦੀ ਹੈ। ਆਓ ਇਹਨਾਂ ਦੇ ਲਫ਼ਜ਼ਾਂ ਨੂੰ ਸੰਗੀਤਕ ਜਾਮਾ ਪਹਿਨਾ ਕੇ ਪੇਸ਼ ਕਰਦਿਆਂ ਨੂੰ ਸੁਣੀਏ ਸਾਡੇ ਸੰਗੀਤ ਵਿਭਾਗ ਦੇ ਮੁਖੀ ਡਾਕਟਰ ਪੂਨਮ ਸ਼ਰਮਾ ਜੀ ਸੋਹਣੇ ਬੋਲਾਂ ਨੂੰ ਸੁਰੀਲੀ ਆਵਾਜ਼ ਦੇ ਰਾਹੀਂ ਪੇਸ਼ ਕਰਦਿਆਂ ਹੋਇਆਂ। ਡਾਕਟਰ ਪੂਨਮ ਸ਼ਰਮਾ। ਆਪ ਸਭ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕੁਝ ਚਿਰ ਆਇਆ ਸੀ ਉਹਨਾਂ ਦੇ ਫੁੰਕਾਰਿਆਂ ਤੇ ਰੋਸ ਜਿਹਾ। ਕੁਝ ਚਿਰ ਆਇਆ ਸੀ। मैम आपकी आवाज क्लियर नहीं आ रही। हेलो हेलो पूनम मैम आवाज ठीक, आवाज अच्छी करो, वॉल्यूम ऊपर हेलो करो। वॉल्यूम लाउड करो मैम। हेलो। यस मैम। हाँ जी ठीक है जी। नहीं मैम, थोड़ा और ऊंचा करो। आवाज हेलो हेलो। हाँ जी हाँ जी। ਕੁਝ ਚਿਰ ਆਇਆ ਸੀ ਉਹਨਾਂ ਦੇ ਫੁੰਕਾਰਿਆਂ ਤੇ ਰੋਸ ਜਿਹਾ, ਫਿਰ ਮਨ ਦੇ ਮੋਰ ਨੇ ਸੱਪਾਂ ਦੇ ਸਿਰਾਂ ਤੇ ਨੱਚਣਾ ਸਿੱਖ ਲਿਆ। ਵਾਕਈ ਹੀ ਬਹੁਤ ਸਾਰਥਕ ਨੇ ਤੁਹਾਡੇ ਇਹ ਲਫ਼ਜ਼ ਮੈਡਮ ਸੁਖਵਿੰਦਰ ਅੰਮ੍ਰਿਤ ਜੀ। ਬਹੁਤ ਤਾਂਘ ਸੀ ਮੇਰੇ ਮਨ ਦੇ ਅੰਦਰ ਕਿ ਆਪ ਜੀ ਦੇ ਲਫ਼ਜ਼ਾਂ ਨੂੰ ਆਪ ਦੇ ਰੂਬਰੂ ਗਾਵਾਂ। ਅੱਜ ਇਹ ਧੀਆਂ ਦਾ ਜਿਹੜਾ ਤਿਉਹਾਰ ਮਨਾਇਆ ਜਾ ਰਿਹਾ ਕੰਨਿਆ ਮਹਾਵਿਦਿਆਲਿਆ ਦੇ ਵਿਹੜੇ ਵਿੱਚ, ਉਸ ਵਿੱਚ ਮੈਨੂੰ ਇਹ ਮੌਕਾ ਮਿਲਿਆ ਹੈ ਕਿ ਮੈਂ ਤੁਹਾਡੇ ਹੀ ਲਫ਼ਜ਼ਾਂ ਨੂੰ ਤੁਹਾਨੂੰ ਅਰਪਣ ਕਰਾਂ। ਤੁਹਾਡੇ ਲਿਖੇ ਟੱਪੇ ਮੈਂ ਪੇਸ਼ ਕਰ ਰਹੀ ਹਾਂ। ਪਰਾਂ ਰੱਖ ਦੇ ਕਿਤਾਬਾਂ ਨੂੰ, ਹੋ ਪਰਾਂ ਰੱਖ ਦੇ ਕਿਤਾਬਾਂ ਨੂੰ, ਕਲੀਆਂ ਨੂੰ ਛਾਂ ਕਰ ਦੇ, ਕਲੀਆਂ ਨੂੰ ਛਾਂ ਕਰ ਦੇ, ਪਾਣੀ ਛਿੜਕ ਗੁਲਾਬਾਂ ਨੂੰ, ਪਾਣੀ ਛਿੜਕ ਗੁਲਾਬਾਂ ਨੂੰ, ਕੋਈ ਖਬਰ ਨਹੀਂ ਕੱਲ ਦੀ, ਕੋਈ ਖਬਰ ਨਹੀਂ ਕੱਲ ਦੀ, ਬੈਠ ਕੇ ਪਰੋਲੇ ਮਣ ਕੇ, ਧੁੱਪ ਜਿੰਨਾ ਚਿਰ ਨਹੀਂ ਟਲਦੀ, ਧੁੱਪ ਜਿੰਨਾ ਚਿਰ ਨਹੀਂ ਟਲਦੀ, ਪਾਣੀ ਨਦੀਆਂ ਦੇ ਚੜੇ ਹੋਇਆ, ਪਾਣੀ ਨਦੀਆਂ ਦੇ ਚੜੇ ਹੋਇਆ, ਆਸਾਂ ਪਰਦੇਸੀਆਂ ਦੇ, ਆਸਾਂ ਪਰਦੇਸੀਆਂ ਦੇ, ਦਿਲ ਦੁੱਖਾਂ ਨਾਲ ਭਰੇ ਹੋਏ ਆ, ਦਿਲ ਦੁੱਖਾਂ ਨਾਲ ਭਰੇ ਹੋਏ ਆ, ਇੱਕ ਜੋੜਾ ਕੁਗੀਆਂ ਦਾ, ਹੋ ਇੱਕ ਜੋੜਾ ਕੁਗੀਆਂ ਦਾ, ਵਿੱਚੋਂ ਵਿੱਚ ਖਾ ਨੀ ਗਿਆ, ਵਿੱਚੋਂ ਵਿੱਚ ਖਾਵੇ ਗਿਆ, ਸਾਨੂੰ ਦੁੱਖ ਅਣਪੁੱਗੀਆਂ ਦਾ, ਸਾਨੂੰ
ਅਣਪੁੱਗੀਆਂ ਦਾ, ਸਾਨੂੰ ਦੁੱਖ ਅਣਪੁੱਗੀਆਂ ਦਾ। ਧੰਨਵਾਦ ਜੀ, ਬਹੁਤ ਬਹੁਤ बहुत ਸ਼ੁਕਰੀਆ। अच्छा, बहुत अच्छा, ਬਹੁਤ ਵਧੀਆ। बहुत खूबसूरत वर्ड और खूबसूरत आवाज। थैंक यू सो मच। ਥੈਂਕ ਯੂ ਮੈਮ। ਮੇਰਾ ਸੱਦਾ ਸੁਖਵਿੰਦਰ ਅੰਮ੍ਰਿਤ ਜੀ ਨੂੰ ਕਿ ਉਹ ਆਪਣੇ ਬੋਲਾਂ ਦੇ ਨਾਲ, ਆਪਣੀ ਮਿੱਠੀ ਆਵਾਜ਼ ਦੇ ਨਾਲ ਸਾਡੇ ਰੂਬਰੂ ਹੋਣ। ਸੁਖਵਿੰਦਰ ਅੰਮ੍ਰਿਤ ਜੀ। ਬਹੁਤ ਬਹੁਤ ਸਤਿਕਾਰਯੋਗ ਪ੍ਰਿੰਸੀਪਲ ਸਾਹਿਬਾ, ਸਮੂਹ ਅਧਿਆਪਕ ਸਾਹਿਬਾਨ, ਪਿਆਰੀਆਂ ਵਿਦਿਆਰਥਣਾਂ, ਦੇਸ਼ ਵਿਦੇਸ਼ ਵਿੱਚ ਵਸਦੀਆਂ ਨੇ। ਅੱਜ ਬੜਾ ਸੋਹਣਾ ਗਿੱਧਾ ਪਾ ਕੇ ਦਿਖਾਇਆ, ਬੜਾ ਸੋਹਣਾ ਗਾ ਕੇ ਦਿਖਾਇਆ, ਔਰ ਮੈਡਮ ਨੇ ਬਹੁਤ ਸੋਹਣਾ ਟੱਪੇ ਗਾਏ। ਔਰ ਇਸ ਸਾਰੇ ਕਾਸੇ ਲਈ ਮੈਂ ਬਹੁਤ ਤੁਹਾਡੀ ਧੰਨਵਾਦੀ ਹਾਂ। ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮੈਨੂੰ ਇੰਨਾ ਸੋਹਣਾ ਤਿਉਹਾਰ ਮਾਣਨ ਦਾ ਮੌਕਾ ਦਿੱਤਾ। ਔਰ ਆਪਣਾ ਇੱਕ ਪੰਜਾਬੀ ਦਾ ਪ੍ਰਸਿੱਧ ਅਖਾਣ ਆ ਕਿ ਕਦੇ ਹੱਸ ਵੇ ਮਨਾ, ਕਦੇ ਖੇਡ ਵੇ ਮਨਾ, ਇਸ ਜੱਗ ਤੇ ਨਹੀਂ ਆਉਣਾ ਫੇਰ ਵੇ ਮਨਾ। ਸੋ ਅੱਜ ਤੁਸੀਂ ਉਸ ਅਖਾਣ ਨੂੰ ਅਮਲੀ ਜਾਮੇ ਦੇ ਵਿੱਚ ਸਾਰਿਆਂ ਨੇ ਪੇਸ਼ ਕੀਤਾ। ਔਰ ਮੇਰਾ ਇਹ ਪਹਿਲਾ ਮੌਕਾ ਮੈਨੂੰ ਲੱਗਦਾ ਕਿ ਮੈਂ ਇਸ ਤਰ੍ਹਾਂ ਸਕਰੀਨ ਤੇ ਸਾਰਾ ਇਸ ਤਿਉਹਾਰ ਦੇਖਿਆ। ਔਰ ਮੈਂ ਕਦੇ ਤੀਆਂ ਦਾ ਤਿਉਹਾਰ ਉਹਦਾ ਲਾਈਵ ਦੇਖਿਆ ਨੀਗਾ, ਜਿਵੇਂ ਕਾਲਜਾਂ ਵਿੱਚ ਕੁੜੀਆਂ ਗਿੱਧੇ ਪਾਉਂਦੀਆਂ, ਮੈਨੂੰ ਮੌਕਾ ਹੀ ਨਹੀਂ ਬਣਿਆ ਕਦੇ। ਪਰ ਮੈਂ ਬਚਪਨ 'ਚ ਜ਼ਰੂਰ ਤੀਆਂ ਦੇਖੀਆਂ, ਤੀਆਂ ਵਿੱਚ ਮੈਂ ਜਾਂਦੀ ਰਹੀ ਹਾਂ। ਕੁੜੀਆਂ, ਅਸੀਂ ਨਿਆਣੇ ਹੁੰਦੇ ਸੀ ਕਿਉਂਕਿ ਪਿੰਡੋਂ ਜਦੋਂ ਵਿਆਹ ਤੋਂ ਬਾਅਦ ਤਾਂ ਮੈਂ ਤੀਆਂ ਦੇਖੀ ਨਹੀਂ ਕਦੇ। ਤੇ ਵੈਸੇ ਵੀ ਕਈ ਦਹਾਕੇ ਪਹਿਲਾਂ ਤੀਆਂ ਦਾ ਤਿਉਹਾਰ ਬੰਦ ਹੋ ਗਿਆ। ਜਦੋਂ ਪੰਜਾਬ ਦਾ ਮਾਹੌਲ ਠੀਕ ਨਹੀਂ ਰਿਹਾ ਤਾਂ ਕੁੜੀਆਂ ਨੂੰ ਬਾਹਰ ਜਾਣ ਤੋਂ ਮਾਪੇ ਰੁਕਣ ਲੱਗ ਗਏ ਵੀ ਬਾਹਰ ਬਣ ਠਾਣ ਕੇ ਗਿੱਧੇ ਪਾਉਣ ਨਹੀਂ ਜਾਣਾ, ਵੀ ਘਰੇ ਕਰੋ ਜਿਹੜਾ ਕੁਝ ਕਰਨਾ ਹੈ, ਹੱਸਣਾ ਨੱਚਣਾ ਖੇਡਣਾ। ਸੋ ਮੈਨੂੰ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਜਿਹੜੀ ਸਾਡੀ ਪਰੰਪਰਾ ਦੀਆਂ ਕਦਰਾਂ ਕੀਮਤਾਂ ਬਹੁਤ ਸਾਰੀਆਂ ਮੈਨੂੰ ਨਾਮੁਖੀ ਲੱਗਦੀਆਂ ਹੁੰਦੀਆਂ ਕਿ ਇਹ ਔਰਤ ਦੇ ਹੱਕ 'ਚ ਨਹੀਂ, ਔਰਤ ਤੇ ਪਾਬੰਦੀਆਂ ਨੇ, ਇਹ ਔਰਤ ਤੇ ਬੰਦਸ਼ਾਂ ਨੇ। ਪਰ ਮੈਨੂੰ ਜਿਹੜਾ ਤੀਆਂ ਦਾ ਤਿਉਹਾਰ ਆ ਉਹ ਹਮੇਸ਼ਾ ਹੀ ਇੰਨਾ ਚੰਗਾ ਲੱਗਦਾ ਕਿ ਵੀ ਚਲੋ ਸਾਡੇ ਸਿਆਣਿਆਂ ਨੇ, ਪੁਰਖਿਆਂ ਨੇ ਕੋਈ ਕੁਛ ਦਿਨ ਤਾਂ ਸਾਲ ਦੇ ਸਾਡੀਆਂ ਧੀਆਂ ਲਈ, ਸਾਡੀਆਂ ਇਸ ਧਰਤੀ ਦੀਆਂ ਧੀਆਂ ਲਈ ਰਾਖਵੇਂ ਰੱਖੇ ਕਿ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਆਪਣਾ ਹੱਸ ਖੇਡ ਕੇ ਇਕੱਠੀਆਂ ਹੋ ਕੇ ਖੂਬ ਆਪਣੇ ਮਨਾਂ ਦੇ ਭਾਵਾਂ ਨੂੰ, ਮਨਾਂ ਦੇ ਜਜ਼ਬਾਤਾਂ ਨੂੰ, ਅਹਿਸਾਸਾਂ ਨੂੰ ਉਹਨਾਂ ਦਾ ਕਥਾਰਸਿਸ ਕਰੋ, ਹੱਸੋ ਖੇਡੋ, ਆਪਣਾ ਮਨ ਹੌਲਾ ਕਰੋ, ਦੁੱਖ ਸੁੱਖ ਸਾਂਝੇ ਕਰੋ। ਔਰ ਜਿੱਥੋਂ ਦੂਰੋਂ ਕੁੜੀਆਂ ਵਿਆਹੀਆਂ ਹੋਈਆਂ ਜਿਹੜੀਆਂ ਪੇਕੇ ਆ ਕੇ ਇੱਕ ਦੂਜੀ ਨੂੰ ਮਿਲਦੀਆਂ, ਗੀਤ ਗਾਉਂਦੀਆਂ, ਜਿਵੇਂ ਆਪਾਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਇਸ ਤਿਉਹਾਰ ਦੇ ਸੰਬੰਧ ਦੇ ਵਿੱਚ, ਮੈਂ ਉਹਨਾਂ ਸਾਰੀਆਂ ਗੱਲਾਂ ਨੂੰ ਦੁਬਾਰਾ ਨਹੀਂ ਕਹਿਣਾ ਚਾਹੁੰਦੀ। ਔਰ ਪ੍ਰਿੰਸੀਪਲ ਮੈਡਮ ਨੇ, ਇਕਬਾਲ ਕੌਰ ਉਹਨਾਂ ਨੇ, ਬਾਕੀ ਪਹਿਲਾਂ ਆਪਣੇ ਮੈਡਮ ਜਿਹੜੇ ਚਲਾ ਰਹੇ ਆ ਪ੍ਰੋਗਰਾਮ, ਸਾਰਿਆਂ ਨੇ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਇਸ ਤਿਉਹਾਰ ਬਾਰੇ। ਔਰ ਸਾਰਿਆਂ ਨੂੰ ਤੁਹਾਨੂੰ ਬਹੁਤ ਬਹੁਤ ਵਧਾਈ। ਔਰ ਮੈਂ ਸੋਚਦੀ ਹਾਂ ਕਿ ਮੈਂ ਜ਼ਿਆਦਾ ਗੱਲਾਂ ਨਾ ਕਰਾਂ ਤੇ ਮੈਂ 3-4 ਆਪਣੀਆਂ ਬੋਲੀਆਂ ਤੁਹਾਨੂੰ ਸੁਣਾ ਦੇਵਾਂ ਤੇ ਸ਼ਾਇਦ ਤੁਹਾਨੂੰ ਚੰਗੀਆਂ ਲੱਗਣ। ਉਹਦੇ ਵਿੱਚ ਵੀ ਕੁੜੀਆਂ ਦੇ ਦੁੱਖ ਸੁੱਖ ਵੀ ਔਰ ਕੋਈ ਕੁਛ ਥੋੜੇ ਖੁਸ਼ੀ ਦੇ ਅਹਿਸਾਸ ਵੀ ਨੇ ਕਿ ਖਾਣ ਨੂੰ ਤੈਨੂੰ ਖੀਰ ਦਊਂਗੀ, ਨਾਲ ਪਕਾ ਦੂੰ ਪੂੜਾ, ਬੈਠਣ ਨੂੰ ਤੈਨੂੰ ਕੁਰਸੀ ਦਊਂਗੀ, ਸੌਣ ਨੂੰ ਲਾਲ ਪੰਗੂੜਾ, ਲਾ ਕੇ ਤੇਲ ਤੇਰੇ ਬਾਹੂ ਗੋਡੇ, ਸਿਰ ਤੇ ਕਰ ਦੂੰ ਜੋੜਾ, ਜੇ ਮੇਰਾ ਪੁੱਤ ਬਣਨਾ ਲਿਖ ਕੇ ਵਿਖਾ ਦੇ ਗੁੜਾ, ਜੇ ਮੇਰਾ ਪੁੱਤ ਬਣਨਾ। ਔਰ ਇੱਕ ਬੋਲੀ ਆ ਕਿ ਮੋਰ ਤੇ ਸੱਪਣੀ ਲੜ ਪਈ, ਇੱਕ ਦਿਨ ਮੋਰ ਕਹੇ ਤੂੰ ਕੌਣ, ਸੱਪਣੀ ਨੇ ਉਹਦਾ ਪੁੰਜਾ ਫੜ ਲਿਆ, ਮੋਰ ਨੇ ਫੜ ਲਈ ਧੌਣ, ਖੇਡਾਂ ਦੇਖਣ ਪਾਣੀ ਆਇਆ, ਨਾਲੇ ਆਈ ਪੌਣ, ਨੀਲਿਆ ਮੋਰਾ ਵੇ ਤੈਨੂੰ ਰੋਵਣ ਵਾਲਾ ਕੌਣ, ਨੀਲਿਆ ਮੋਰਾ ਵੇ। ਔਰ ਇੱਕ ਬੋਲੀ ਆ ਕਿ ਅੰਬਰ ਤੋਂ ਮੇਰਾ ਪੈਰ ਤਿਲਕਿਆ, ਸਿੱਧੀ ਡਿੱਗ ਪਈ ਹੇਠ, ਬਿਨ ਕੱਜਣਾ ਤੋਂ ਕਾਇਆ ਮੇਰੀ ਢਕੇ ਹੋਏ ਸੀ ਲੇਖ, ਦੁੱਖ ਤਾਂ ਮੇਰੇ ਦਿਲ ਚੋਂ ਸਿਮਦਾ, ਰੂਹ ਚੋਂ ਸਿਮਦਾ ਸੇਕ, ਮੇਰਿਆਂ ਜ਼ਖਮਾਂ ਨੂੰ ਨੈਣਾ ਨਾਲ ਨਾ ਵੇਖ, ਮੇਰਿਆਂ ਜ਼ਖਮਾਂ ਨੂੰ। ਔਰ ਇੱਕ ਆਖਰ ਚ ਇੱਕ ਹੋਰ ਬੋਲੀ ਸੁਣਾਉਂਗੀ ਕਿ बहुत अच्छा ਜੀ, ਇੱਕ ਆਖਰ ਚ ਇੱਕ ਬੋਲੀ ਹੋਰ ਆ ਕਿ ਪਹਿਲਾਂ ਤੈਨੂੰ 100 ਕੋਹਾਂ ਤੱਕ ਖਬਰ ਸੀ ਭੋਰਾ ਭੋਰਾ, ਜੇ ਮੈਂ ਠੰਡਾ ਹੌਕਾ ਭਰਦੀ ਤੂੰ ਕਰਦਾ ਸੀ ਝੋਰਾ, ਹੁਣ ਤਾਂ ਤੈਨੂੰ ਨਾਲ ਪਈਦਾ ਸੁਣਦਾ ਨਾ ਹਟਕੋਰਾ, ਜੇ ਮੈਨੂੰ ਨਹੀਂ ਰੱਖਣਾ ਛੱਡ ਦੇ ਕਲੈਰੀਆ ਮੋਰਾ, ਜੇ ਮੈਨੂੰ ਨਹੀਂ ਰੱਖਣਾ ਛੱਡ ਦੇ ਕਲੈਰੀਆ ਮੋਰਾ। ਸੋ ਇਹਨਾਂ ਬੋਲੀਆਂ ਮੈਂ
ਹਾਜ਼ਰੀ ਮੇਰੀ ਪ੍ਰਵਾਨ ਕਰਿਓ ਤੁਸੀਂ। ਔਰ ਬਹੁਤ ਬਹੁਤ ਧੰਨਵਾਦ, ਬਹੁਤ ਚੰਗਾ ਲੱਗਿਆ। ਬਹੁਤ ਅੱਛੀਆਂ ਬੋਲੀਆਂ ਸੁਖਵਿੰਦਰ ਜੀ, ਬੜੀਆਂ ਯੂਨੀਕ ਔਰ ਪਹਿਲੀ ਵਾਰ ਮੈਂ ਇਸ ਤਰ੍ਹਾਂ ਦੀਆਂ ਬੋਲੀਆਂ ਸੁਣੀਆਂ। ਸੋ ਬਹੁਤ ਸ਼ੁਕਰੀਆ ਤੁਹਾਡਾ ਕਿ ਤੁਸੀਂ ਇਦਾਂ ਦੀਆਂ ਬੋਲੀਆਂ ਸਾਨੂੰ ਸੁਣਾਈਆਂ, ਜਿਹੜੀ ਸੰਸਕ੍ਰਿਤੀ ਦੇ ਨਾਲ ਔਰ ਅੱਜ ਦੇ ਸਮਾਜ ਦੇ ਨਾਲ ਬਹੁਤ ਜੁੜੀਆਂ ਹੋਈਆਂ। ਮਿਹਰਬਾਨੀ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਅੰਮ੍ਰਿਤ ਜੀ। ਜਿੱਦਾਂ ਕਿ ਤੁਸੀਂ ਕਿਹਾ ਹੈ ਕਿ ਤੀਆਂ ਦਾ ਤਿਉਹਾਰ ਸਕਾਰਾਤਮਕ ਸੋਚ ਨੂੰ ਪ੍ਰਗਟਾਉਣ ਵਾਲਾ ਤਿਉਹਾਰ ਆ, ਬਹੁਤੇ ਤਿਉਹਾਰ ਤੁਹਾਨੂੰ ਪਸੰਦ ਨਹੀਂ, ਤਾਂ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ, ਕਿਉਂਕਿ ਇਹ ਇੱਕ ਇਹੋ ਜਿਹਾ ਤਿਉਹਾਰ ਹੈ ਜਿਹਦੇ ਵਿੱਚ ਭਰਾ ਜਿਹੜੇ ਆ ਉਹ ਖੁਸ਼ੀ ਦੇ ਨਾਲ ਬਹੁਤ ਦਿਨ ਪਹਿਲਾਂ ਪੀਂਘਾਂ ਪਾਉਣ ਦੇ ਲਈ ਰੱਸੇ ਜਿਹੜੇ ਆਪਣੇ ਹੱਥੀਂ ਵੱਟਣੇ ਸ਼ੁਰੂ ਕਰ ਦਿੰਦੇ ਸੀ, ਤੇ ਆਪਣੀ ਭੈਣ ਦੇ ਲਈ ਪੀਂਘ ਪਾਉਣ ਦੇ ਲਈ ਹੱਥੀਂ ਵੱਟ ਕੇ ਰੱਸਾ ਤਿਆਰ ਕੀਤਾ ਜਾਂਦਾ ਸੀ ਕਿ ਉਹਦੀ ਭੈਣ ਨੇ ਸਹੁਰਿਆਂ ਤੋਂ ਆਉਣਾ ਆ ਤੇ ਉਹਦੀ ਪੀਂਘ ਸਭ ਤੋਂ ਸੋਹਣੀ, ਸਭ ਤੋਂ ਵਧੀਆ ਹੋਣੀ ਚਾਹੀਦੀ ਹੈ। ਤੇ ਉਹ ਅਸਲ 'ਚ ਰੱਸਾ ਨਹੀਂ ਬੁਣ ਰਿਹਾ ਹੁੰਦਾ ਸੀ, ਉਹ ਭੈਣ ਭਰਾ ਦਾ ਪਿਆਰ ਸੀ ਜਿਹੜਾ ਬੁਣਿਆ ਜਾ ਰਿਹਾ ਹੁੰਦਾ ਸੀ ਰੱਸੇ ਦੇ ਵਿੱਚ। ਬਹੁਤ ਸੋਹਣਾ। ਤੇ ਅਗਲੇ ਸਾਡੇ ਨਾਲ ਹੋਰ ਬਹੁਤ ਸਾਰੀਆਂ ਵਿਦੇਸ਼ੀ ਧੀਆਂ KMV ਦੀਆਂ ਜੁੜੀਆਂ ਆ, ਬਹੁਤ ਸਾਰਿਆਂ ਨੇ ਵੀਡੀਓਜ਼ ਵੀ ਬਣਾ ਕੇ ਭੇਜੀਆਂ, ਪਰ ਸਾਰੀਆਂ ਵੀਡੀਓਜ਼ ਜੇ ਅਸੀਂ ਨਹੀਂ ਵੀ ਦਿਖਾ ਸਕਦੇ ਤਾਂ ਆਓ ਵੇਖਦੇ ਹਾਂ ਇੱਕ ਵੀਡੀਓ ਹੋਰ ਕਿ ਉਹ ਵਿਦਿਆਰਥਣ ਕੰਨਿਆ ਵਿਦਿਆਲਿਆ ਦੀ ਧੀ KMV ਦੇ ਲਈ ਆਪਣੇ ਪੇਕਿਆਂ ਦੇ ਲਈ ਕੀ ਸੁਨੇਹਾ ਭੇਜ ਰਹੀ ਹੈ। ਜੀ, ਮੇਰਾ ਨਾਮ ਪ੍ਰਵਿੰਦਰ ਕੌਰ ਤੇ ਮੈਂ ਕੰਨਿਆ ਮਹਾਵਿਦਿਆਲੇ ਦੀ ਵਿਦਿਆਰਥਣ ਰਹਿ ਚੁੱਕੀ ਹਾਂ। ਅੱਜ ਮੈਂ ਤੁਹਾਡੇ ਨਾਲ ਆਪਣੀ ਜ਼ਿੰਦਗੀ ਦੇ ਕੁਝ ਪਲ ਸਾਂਝੇ ਕਰਨ ਜਾ ਰਹੀ ਹਾਂ, ਜਿਹੜੇ ਕਿ ਅਸੀਂ ਕੰਨਿਆ ਮਹਾਵਿਦਿਆਲੇ ਵਿੱਚ ਗੁਜ਼ਾਰੇ ਉਹ ਪਲ, ਕਾਲਜ ਦੇ ਵਿੱਚ ਰਹਿ ਕੇ ਗੁਜ਼ਾਰੇ ਉਹ ਪਲ, ਜਿਹੜੇ ਅਸੀਂ ਹੋਸਟਲ ਦੇ ਕਮਰਿਆਂ ਵਿੱਚ ਗੁਜ਼ਾਰੇ, ਚਾਹੇ ਉਹ ਪਲ ਜਿਹੜੇ ਅਸੀਂ ਪੰਜਾਬੀ ਅਧਿਆਪਕ ਨਾਲ ਰਹਿੰਦਿਆਂ ਹੋਇਆਂ ਤੀਆਂ ਦੇ ਪ੍ਰੋਗਰਾਮਾਂ ਵਿੱਚ ਜਾਣਾ, ਸੈਮੀਨਾਰਾਂ ਵਿੱਚ ਜਾਣਾ, ਉਹ ਪਲ ਬਹੁਤ ਹੀ ਹਸੀਨ ਸੀ ਸਾਡੇ ਲਈ। ਉਹ ਪਲ ਅੱਜ ਵੀ ਸਾਡੇ ਲਈ ਯਾਦਾਂ ਬਣ ਕੇ ਰਹਿ ਗਏ ਨੇ। ਉਹ ਪਲਾਂ ਨੂੰ ਅਸੀਂ ਕਦੀ ਭੁਲਾ ਨਹੀਂ ਸਕਦੇ। ਅੱਜ ਵੀ ਕਿਤੇ ਜਦੋਂ ਅਸੀਂ ਕੰਨਿਆ ਮਹਾਵਿਦਿਆਲੇ ਦੀ ਉਪਲਬਧੀ ਦੀ ਗੱਲ ਸੁਣਦੇ ਹਾਂ ਤਾਂ ਸਾਨੂੰ ਬਹੁਤ ਮਾਣ ਮਹਿਸੂਸ ਹੁੰਦਾ ਹੈ ਕਿ ਅਸੀਂ ਉਸ ਕਾਲਜ ਦਾ ਹਿੱਸਾ ਰਹਿ ਚੁੱਕੀਆਂ ਹਨ ਜਿਸ ਨੂੰ ਪੰਜਾਬ ਵਿੱਚ ਪਹਿਲੇ ਨੰਬਰ 'ਤੇ ਮੰਨਿਆ ਜਾ ਰਿਹਾ ਹੈ। ਅੱਜ ਮੈਂ ਤੁਹਾਡੇ ਲਈ ਕੁਝ ਉਹ ਪਲ ਜਿਹੜੇ ਅਸੀਂ ਗੁਜ਼ਾਰੇ ਸੀ ਇੱਕ ਤਸਵੀਰਾਂ ਦੇ ਰੂਪ ਵਿੱਚ ਸਾਂਝੇ ਕਰਨ ਜਾ ਰਹੀ ਹਾਂ। ਅਤੇ ਮੈਂ ਆਉਣ ਵਾਲੇ ਵਿਦਿਆਰਥੀਆਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਇਹਨਾਂ ਪਲਾਂ ਨੂੰ ਜੀਓ ਅਤੇ ਇੱਕ ਯਾਦ ਬਣਾ ਕੇ ਇੱਥੋਂ ਨਿਕਲਿਓ। ਬੜੇ ਚੇਤੇ ਆਉਂਦੇ ਨੇ ਯਾਰ ਅਣਮੁੱਲੇ ਹਵਾ ਦੇ ਬੁੱਲੇ। ਜਦੋਂ ਅਸੀਂ ਇਹਨਾਂ ਵਿਦਿਆਰਥਣਾਂ ਨਾਲ ਗੱਲ ਕੀਤੀ ਸੀ ਕਿ ਅਸੀਂ ਤੀਆਂ ਮਨਾ ਰਹੇ ਹਾਂ, ਅਸੀਂ ਤੁਹਾਡੀ ਸ਼ਮੂਲੀਅਤ ਇਹਦੇ ਵਿੱਚ ਚਾਹੁੰਦੇ ਹਾਂ, ਤਾਂ ਸੱਚ ਜਾਣਿਓ ਇਹਨਾਂ ਨੇ ਇੰਨੇ ਚਾਅ ਦੇ ਨਾਲ ਇੰਨਾ ਸੋਹਣਾ ਹੁੰਗਾਰਾ ਦਿੱਤਾ ਜਿਵੇਂ ਸੱਚੀ ਇਹਨਾਂ ਨੂੰ ਇਹੋ ਹੀ ਲੱਗਿਆ ਕਿ ਸਾਡੇ ਪੇਕਿਆਂ ਤੋਂ ਸੁਨੇਹਾ ਆ ਗਿਆ ਤੇ ਜਾਣਾ ਤੇ ਅਸੀਂ ਜ਼ਰੂਰ ਹੈ। ਔਰ ਇਹ ਰੋਜ਼ ਇਹਨਾਂ ਦੇ ਮੈਸੇਜ ਆਉਂਦੇ ਸੀ, ਕਿੰਨੇ ਵਜੇ ਲਾਈਵ ਹੋਣਾ ਆ, ਅਸੀਂ ਲਾਈਵ ਹੋ ਸਕਦੇ ਹਾਂ, ਅਸੀਂ ਜ਼ੂਮ ਦੇ ਨਾਲ ਜੁੜ ਸਕਦੇ ਹਾਂ। ਤੇ ਅਸੀਂ ਬਹੁਤ ਖੁਸ਼ ਹਾਂ ਕਿ ਸਾਡੀਆਂ ਧੀਆਂ ਅਜੇ ਵੀ ਸਾਡੇ ਨਾਲ ਇੰਨਾ ਪਿਆਰ ਕਰਦੀਆਂ, ਸੰਸਥਾ ਦੇ ਨਾਲ ਇੰਨੀਆਂ ਜੁੜੀਆਂ ਆ ਤੇ ਸੰਸਥਾ ਨੂੰ ਹਰ ਵੇਲੇ ਯਾਦ ਰੱਖਦੀਆਂ। ਇਹ ਉਹ ਬੱਚੇ ਨੇ ਜਿਹੜੇ ਇੱਥੇ ਪੜ੍ਹਦਿਆਂ ਦੌਰਾਨ ਜੇ ਕਦੀ ਰਾਤ ਨੂੰ ਵੀ ਇਹਨਾਂ ਨੂੰ ਕੰਮ ਦੇ ਦਿੱਤਾ ਸੀ ਤੇ ਕੰਮ ਕੀਤੇ ਤੋਂ ਪਹਿਲਾਂ ਸੌਂਦੀਆਂ ਨਹੀਂ ਸੀ। ਜਦ ਤੱਕ ਟੀਚਰ ਵੱਲੋਂ ਦਿੱਤੀ ਗਈ ਡਿਊਟੀ ਨੂੰ ਪੂਰਾ ਨਹੀਂ ਕਰ ਲੈਂਦੀਆਂ ਸੀ ਤਦ ਤੱਕ ਇਹਨਾਂ ਨੂੰ ਨੀਂਦ ਨਹੀਂ ਆਉਂਦੀ ਸੀ। ਬਹੁਤ ਵਧੀਆ ਤਰੀਕੇ ਦੇ ਨਾਲ ਇਹ ਬੱਚੇ ਕੰਨਿਆ ਮਹਾਵਿਦਿਆਲਿਆ ਦੇ ਨਾਲ ਅਜੇ ਤੱਕ ਜੁੜੇ ਹੋਏ ਆ। ਲੋਕ ਪਹਿਰਾਵੇ ਲੋਕ ਸਮੂਹ ਨੂੰ ਪਛਾਣ ਦਿੰਦੇ ਹਨ। ਪਹਿਰਾਵੇ ਦੀ ਬਣਤਰ ਕਿਸੇ ਇਲਾਕੇ ਦੀਆਂ ਮੌਸਮੀ ਹਾਲਤਾਂ ਦੇ ਨਾਲ ਜੁੜੀ ਹੁੰਦੀ ਹੈ। ਪੰਜਾਬ ਵਿੱਚ ਕਪਾਹ ਦੀ ਫਸਲ ਵਧੇਰੇ ਹੁੰਦੀ ਹੈ, ਇਸ ਕਰਕੇ ਪੰਜਾਬ ਦੇ ਵਿੱਚ ਕਪਾਹ ਦਾ ਬਣਿਆ ਖੱਦਰ ਵਧੇਰੇ ਪ੍ਰਚਲਿਤ ਰਿਹਾ ਹੈ। ਕਪਾਹ ਤੋਂ ਕੱਪੜੇ ਤੱਕ ਦੇ ਸਫ਼ਰ ਵਿੱਚ ਪੰਜਾਬੀ ਤੀਵੀਆਂ ਦਾ ਵੱਧ ਯੋਗਦਾਨ ਹੈ, ਜਿਸ ਵਿੱਚ ਉਹ ਤ੍ਰਿੰਜਣ ਨੇ ਜਨਮ ਲਿਆ। ਪੰਜਾਬੀ ਮਰਦਾਂ ਤੇ ਔਰਤਾਂ ਦੇ ਪਹਿਰਾਵੇ ਵਿੱਚ ਵੱਖਰਤਾ ਵੀ ਹੈ ਤੇ ਸਰਦਾਰੀ ਵੀ। ਪੰਜਾਬਣਾਂ ਦੇ ਲੋਕ ਪਹਿਰਾਵੇ ਵਿੱਚ ਕਮੀਜ਼, ਸਲਵਾਰ, ਘੱਗਰਾ, ਕੁੜਤੀ, ਚੁੰਨੀ, ਫੁਲਕਾਰੀ ਸ਼ਾਮਿਲ ਹਨ। ਆਮ ਤੌਰ ਤੇ ਵਿਆਹ ਤੋਂ ਬਾਅਦ ਕੁੜੀਆਂ ਘੱਗਰੇ ਪਾਉਂਦੀਆਂ ਹਨ। ਘੱਗਰੇ ਦਾ ਘੇਰਾ 20 ਗਜ਼ ਲੰਬਾ ਹੁੰਦਾ ਸੀ। ਘੱਗਰੇ ਦੇ ਘੇਰੇ ਦਾ ਵੱਡਾ ਹੋਣਾ ਔਰਤ ਦੀ ਸਰਦਾਰੀ ਦਾ ਪ੍ਰਤੀਕ ਸੀ। ਸ਼ੌਕੀਨ ਮੁਟਿਆਰਾਂ ਘੱਗਰੇ ਵਿੱਚ ਪਾਏ ਨਾਲੇ ਨੂੰ ਘੁੰਗਰੀਆਂ ਜਾਂ ਫੁੰਮਣੀਆਂ ਬਣ ਕੇ ਆਪਣੇ ਸੋਹਜ ਦਾ ਪ੍ਰਗਟਾਵਾ ਕਰਦੀਆਂ ਸਨ। ਕੁੜਤੀ ਤੇ ਸ਼ੀਸ਼ੇ, ਮੋਤੀ ਤੇ ਕਸੀਦੇ ਰਾਹੀਂ ਮੋਰਨੀਆਂ ਪਾ ਕੇ ਆਪਣੇ ਪਹਿਰਾਵੇ ਨੂੰ ਸੋਹਣਾ ਬਣਾਉਂਦੀਆਂ ਤੇ ਆਪਣੇ ਅੰਦਰਲੇ ਹੁਨਰ ਨੂੰ ਬਾਹਰ ਲਿਆਉਂਦੀਆਂ। ਇਹਨਾਂ ਬਿਨਾਂ ਛਾਪੇ ਤੋਂ ਪੁੱਠੇ ਪਾਸਿਓਂ ਹੱਥ ਦੇ ਨਾਲ ਕੱਢੀਆਂ ਫੁਲਕਾਰੀਆਂ, ਡੋਰੀਏ, ਸੁੱਬਰ, ਸਾਲੂ ਪੰਜਾਬਣਾਂ ਦੇ ਸ਼ਿੰਗਾਰ ਹਨ ਤੇ ਇਹਨਾਂ ਦੀ ਪ੍ਰਤਿਭਾ ਦਾ ਨਮੂਨਾ ਵੀ, ਕਿਉਂਕਿ ਇਹ
ਸਾਲੂ ਸੋਬਰ ਫੁਲਕਾਰੀਆਂ ਬਿਨਾਂ ਛਾਪੇ ਤੋਂ ਪੁੱਠੇ ਪਾਸਿਓਂ ਇਸ ਤਰੀਕੇ ਦੇ ਨਾਲ ਇਹਨੇ ਸਲੀਕੇ ਦੇ ਨਾਲ ਕੱਢਿਆ ਜਾਂਦਾ ਸੀ ਕਿ ਉਹ ਉਹਨਾਂ ਦੇ ਸ਼ਿੰਗਾਰ ਦਾ ਹਿੱਸਾ ਬਣਿਆ। ਅੱਜ ਵੀ ਸਾਡੇ ਘਰਾਂ ਦੇ ਵਿੱਚ ਇਹ ਫੁਲਕਾਰੀਆਂ ਪਈਆਂ ਨੇ। ਬੇਸ਼ੱਕ ਹੁਣ ਇਹਦਾ ਰੁਝਾਨ ਜਿਹੜਾ ਹੈ ਹੱਥੀਂ ਕੱਢਣ ਦਾ ਘਟ ਰਿਹਾ, ਪਰ ਅਜੇ ਵੀ ਸਾਡੇ ਘਰਾਂ ਦੇ ਵਿੱਚ ਇਸ ਦਾ ਹੋਣਾ ਜ਼ਰੂਰੀ ਮੰਨਿਆ ਜਾਂਦਾ ਹੈ। ਤੇ ਆਓ ਵੇਖਦੇ ਹਾਂ ਪੰਜਾਬੀ ਪਹਿਰਾਵੇ ਦੇ ਨਾਲ ਆਯੋਜਿਤ ਹੋਇਆ ਮੁਕਾਬਲਾ ਸੋਹਣੀ ਪੰਜਾਬਣ ਮੁਟਿਆਰ ਦਾ ਪਹਿਰਾਵਾ। ਦੁਪਹਿਰ ਵਿੱਚ ਚੱਲਦੀਆਂ ਪੱਖੀਆਂ ਬੈਠੀਆਂ ਤਰਿੰਜਣ ਚ ਸੋਹਣੀਆਂ ਸੁਨੱਖੀਆਂ ਟਿਕੜ ਦੁਪਹਿਰ ਵਿੱਚ ਚੱਲਦੀਆਂ ਪੱਖੀਆਂ ਬੈਠੀਆਂ ਤਰਿੰਜਣ ਚ ਸੋਹਣੀਆਂ ਸੁਨੱਖੀਆਂ ਬੈਠੀਆਂ ਤਰਿੰਜਣ ਚ ਸੋਹਣੀਆਂ ਸੁਨੱਖੀਆਂ ਨੀ ਤੂੰ ਸਾਰੀਆਂ ਚੋਂ ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਇਆ ਆਪ ਸਾਹਮਣੇ ਭਾਵੇਂ ਦੇ ਬਾਗੰਡ ਮਾਇਆ ਸਾਡੀ ਕੰਧਾਂ ਦਾ ਮੋਛਾ ਮੋੜਿਆ ਓਏ ਸਾਡੀ ਕੰਧਾਂ ਦਾ ਮੋਛਾ ਜੁੱਤੀ ਕਸੂਰੀ ਪੈਰੀ ਨਾ ਪੂਰੀ ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ ਜਿੰਨਾ ਰਹਾਂਗੀ ਮੈਂ ਘਰ ਨਾ ਜਾਣਾ ਓਨੀ ਰਾਹੀਂ ਵੇ ਮੈਨੂੰ ਮੁੜਨਾ ਪਿਆ ਓਨੀ ਰਾਹੀਂ ਵੇ ਮੈਨੂੰ ਮੁੜਨਾ ਪਿਆ ਸਿੱਧੀ ਸਾਦੀ ਜੱਟੀ ਸਾਡੀ ਪਰੀਆਂ ਤੋਂ ਸੋਹਣੀ ਪਰੀਆਂ ਤੋਂ ਸੋਹਣੀ ਅਸੀਂ ਕੀ ਲੈਣਾ ਕਿਸੇ ਦੇ ਮੁਖ ਸ਼ਿੰਗਾਰੇ ਤੂੰ ਮਿੱਤਰਾ ਭਾਵੇਂ ਸਾਰੀ ਦੁਨੀਆ ਚ ਜਾ ਕੇ ਵੇਖ ਲਓ ਹੁਸਨ ਮੁਕਾਬਲਾ ਕਰਾ ਕੇ ਵੇਖ ਲਓ ਭਾਵੇਂ ਸਾਰੀ ਦੁਨੀਆ ਚ ਜਾ ਕੇ ਵੇਖ ਲਓ ਹੁਸਨ ਮੁਕਾਬਲਾ ਕਰਾ ਕੇ ਵੇਖ ਲਓ ਫਿਰ ਵੀ ਜੇ ਕਿਸੇ ਨੂੰ ਇਹ ਝੂਠ ਲੱਗਦਾ ਅਰਸ਼ਾਂ ਤੋਂ ਪਰੀਆਂ ਬੁਲਾ ਕੇ ਵੇਖ ਲਓ ਖਾਵਾ ਸੱਚ ਰੱਬ ਦੇ ਦੁਆਰਾਂ ਵਰਗਾ ਰੂਪ ਕਿਤੇ ਨਹੀਂ ਪੰਜਾਬੀ ਮੁਟਿਆਰਾਂ ਵਰਗਾ ਭਾਵੇਂ ਜੁੱਤੀ ਕਸੂਰੀ ਪੈਰੀ ਨਾ ਪੂਰੀ ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ ਜਿੰਨਾ ਰਹਾਂਗੀ ਮੈਂ ਘਰ ਨਾ ਜਾਣਾ ਓਨੀ ਰਾਹੀਂ ਵੇ ਮੈਨੂੰ ਮੁੜਨਾ ਪਿਆ ਓਨੀ ਰਾਹੀਂ ਵੇ ਮੈਨੂੰ ਮੁੜਨਾ ਕੁਰਤੀ ਮੇਰੀ ਚੀਟ ਦੀ ਦੁਪੱਟਾ ਮੇਰਾ ਲਹਿਰਿਆ ਲੈਣ ਕਿਉਂ ਨਾ ਆਇਓ ਦਮਾਦਿਆ ਵੈਰਿਆ ਜਾ ਮੈਂ ਨਾ ਤੇਰੀ ਨਾਰ ਬੇਈਮਾਨਾ ਏ ਘਰ ਆਪਣੇ ਨੂੰ ਜਾ ਬੇਈਮਾਨਾ ਏ ਬੇਈਮਾਨਾ ਏ ਘਰ ਆਪਣੇ ਨੂੰ ਜਾ ਬੇਈਮਾਨਾ ਏ ਸੱਸ ਮੇਰੇ ਮਾਰਦੀ ਸਿੱਧਾ ਕਲੇਜਾ ਸਾੜਦੀ ਸਿਰ ਨੂੰ ਲਾਵਾਂ ਕੰਗੀ ਤੇ ਬੋਦਾ ਮੇਰਾ ਸਾੜਦੀ ਹਾਏ ਰੱਖਣ ਦੀ ਨਾ ਚਾਹ ਬੇਈਮਾਨਾ ਏ ਘਰ ਆਪਣੇ ਨੂੰ ਜੁੱਤੀ ਕਸੂਰੀ ਪੈਰੀ ਨਾ ਪੂਰੀ ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ ਜਿੰਨਾ ਰਹਾ ਦੀ ਮੈਂ ਸਾਰ ਨਾ ਜਾਣਾ ਓਨੀ ਰਾਹੀਂ ਵੇ ਸਾਨੂੰ ਮੁੜਨਾ ਪਿਆ ਓਨੀ ਰਾਹੀਂ ਵੇ ਸਾਨੂੰ ਮੁੜਨਾ ਪਿਆ ਜੁੱਤੀ ਕਸੂਰੀ
जुत्ती कसूरी पैरी ना पूरी हाय रब्बा वे सानू तुरना पिया हाय रब्बा वे सानू तुरना पिया जिन्ना रहा भी मैं पार ना जाना ओनी राही वे मैनू मुड़ना पिया ओनी राही वे मैनू मुड़ना पिया ਬਹੁਤਾ ਨਾ ਨਚਾਓ ਨੀ ਪਿੰਡ ਮੇਰੇ ਸਹੁਰਿਆਂ ਦਾ ਹਾਏ ਮੇਰੀ ਝਾਂਜਰੋਂ ਨਾ ਸ਼ੋਰ ਮਚਾਓ ਨੀ ਪਿੰਡ ਮੇਰੇ ਸਹੁਰਿਆਂ ਦਾ जुत्ती कसूरी पैरी ना पूरी हाय रब्बा वे सानू तुरना पिया हाय रब्बा वे ਜੇ ਮੁੰਡਿਆ ਸਾਡੀ ਟੋਰ ਤੂੰ ਵੇਖਣੀ ਜੇ ਮੁੰਡਿਆ ਸਾਡੀ ਟੋਰ ਤੂੰ ਵੇਖਣੀ ਗੜਵਾਲੇ ਦੇ ਚਾਂਦੀ ਦਾ ਵੇ ਲੱਕ ਹਿੱਲੇ ਮਜਾ ਜਣ ਚਾਂਦੀ ਦਾ ਵੇ ਲੱਕ ਹਿੱਲੇ ਮਜਾ ਜਣ ਅਸੀਂ ਕੁੜੀਏ ਨਾ ਤੇਰੀ ਟੋਰ ਨਹੀਂ ਵੇਖਣੀ ਜੇ ਮੁੰਡਿਆ ਸਾਡੀ ਟੋਰ ਤੂੰ ਵੇਖਣੀ ਜੇ ਮੁੰਡਿਆ ਸਾਡੀ ਟੋਰ ਤੂੰ ਵੇਖਣੀ ਗੜਵਾਲੇ ਦੇ ਚਾਂਦੀ ਦਾ ਵੇ ਲੱਕ ਹਿੱਲੇ ਮਜਾ ਜਣ ਚਾਂਦੀ ਦਾ ਵੇ ਲੱਕ ਹਿੱਲੇ ਮਜਾ ਜਣ ਅਸੀਂ ਕੁੜੀਏ ਨਾ ਤੇਰੀ ਐਤਕੀ ਤੂੰ ਵੇਖ ਲੈਣ ਦੇ ਵਤੀਆਂ ਪੇਕਿਆਂ ਦੇ ਪਿੰਡ ਸਰਦਾਰਾ ਐਤਕੀ ਤੂੰ ਵੇਖ ਲੈਣ ਦੇ ਵਤੀਆਂ ਪੇਕਿਆਂ ਦੇ ਪਿੰਡ ਸਰਦਾਰਾ ਕੱਲੇ ਦਾ ਨਾ ਟਾਈਮ ਲੰਘਣਾ ਨੀ ਤੇਰੇ ਬਿਨਾ ਨਹੀਂ ਓ ਸੋਹਣੀਏ ਗੁਜ਼ਾਰਾ ਕੱਲੇ ਦਾ ਨਾ ਟਾਈਮ ਲੰਘਣਾ ਨੀ ਤੇਰੇ ਬਿਨਾ ਨਹੀਂ ਓ ਸੋਹਣੀਏ ਗੁਜ਼ਾਰਾ ਐਤਕੀ ਤੂੰ ਵੇਖ ਲੈਣ ਦੇ ਵਤੀਆਂ ਪੇਕਿਆਂ ਦੇ ਪਿੰਡ ਸਰਦਾਰਾ ਐਤਕੀ ਤੂੰ ਵੇਖ ਲੈਣ ਦੇ ਵਤੀਆਂ ਪੇਕਿਆਂ ਦੇ ਪਿੰਡ ਸਰਦਾਰਾ ਕੱਲੇ ਦਾ ਨਾ ਟਾਈਮ ਲੰਘਣਾ ਨੀ ਤੇਰੇ ਬਿਨਾ ਨਹੀਂ ਓ ਸੋਹਣੀਏ ਗੁਜ਼ਾਰਾ ਕੱਲੇ ਦਾ ਨਾ ਟਾਈਮ ਕਾਲੇ ਰੰਗ ਦਾ ਪਰਾਂਦਾ ਮੇਰੇ ਸੱਜਣਾ ਨੇ ਆਂਦਾ ਨੀ ਮੈਂ ਚੁੰਮ ਚੁੰਮ ਰੱਖਦੀ ਫਿਰਾਂ ਤੇ ਪੱਬਾ ਭਾਰ ਨੱਚਦੀ ਫਿਰਾਂ ਕਾਲਾ ਹੀ ਪਰਾਂਦਾ ਨਾਲ ਮੇਰੀਆਂ ਵੀ ਕਾਲੀਆਂ ਅੰਬਰੀ ਕਟਾਵਾ ਜਕਾਲੀਆਂ ਅੰਬਰੀ ਕਟਾਵਾ ਜਕਾਲੀਆਂ ਕਾਲਾ ਹੀ ਪਰਾਂਦਾ ਨਾਲ ਮੇਰੀਆਂ ਵੀ ਕਾਲੀਆਂ ਅੰਬਰੀ ਕਟਾਵਾ ਜਕਾਲੀਆਂ ਅੰਬਰੀ ਕਟਾਵਾ ਜਕਾਲੀਆਂ ਵੇਲੇ ਦੇ ਮੈਨੂੰ ਮਖਮਲ ਦੀ ਪੱਖੀ ਘੁੰਗਰੂਆਂ ਵਾਲੀ ਕੀਤਾ ਮੁੜ ਕੇ ਪਾਣੀ ਪਾਣੀ ਭਿੱਜ ਗਿਆ ਮੇਰਾ ਸੂਟ ਜਪਾਨੀ ਪਿਘਲੇ ਕਰ ਜੁੱਤੀ ਕਸੂਰੀ ਪੈਰੀ ਨਾ ਪੂਰੀ ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ ਜਿੰਨਾ ਰਹਾ ਵੀ ਮੈਂ ਪਾਰ ਨਾ ਜਾਣਾ ਓਨੀ ਰਾਹੀ ਵੇ ਮੈਨੂੰ ਮੁੜਨਾ ਪਿਆ ਓਨੀ ਰਾਹੀ ਵੇ ਮੈਨੂੰ ਮੁੜਨਾ ਪਿਆ Wow, very nice. Beautiful. Very, very nice. बहुत अच्छा show. Very nice. We are so proud of all these young ladies. Very nice. ਸ਼ੁਕਰੀਆ ਮੈਮ ਫੇਸਬੁੱਕ ਤੇ ਬਹੁਤ ਸਾਰੇ ਵਿਦਿਆਰਥੀ ਸਾਡੇ ਨਾਲ ਲਾਈਵ ਨੇ ਤੇ ਉਹ ਤੁਹਾਡੀ ਮਿੱਠੀ ਆਵਾਜ਼ ਨੂੰ ਸੁਣਨਾ ਚਾਹੁੰਦੇ ਆ ਗੀਤ ਤੇ ਬਣ ਰਹੀ ਹੈ देखो मैं कोई बहुत ना मैनू पता है मैं की गाना है तुसी मैनू पहला दसिया भी नहीं ना मैं कोई तैयारी की है और मेरा गला भी आजकल बहुत सेंसिटिव होया खराब है
ਲੇਕਿਨ ਇਹਨਾਂ ਬੱਚਿਆਂ ਨੂੰ ਜਿਨ੍ਹਾਂ ਨੇ ਇੰਨਾ ਕੰਮ ਕੀਤਾ, ਮੈਂ ਸੋਚਦੀ ਹਾਂ ਕਿ ਮੈਂ ਬਿਲਕੁਲ ਨਾ ਕਰ ਦਿਆਂਗੀ ਤੇ ਅੱਛਾ ਨਹੀਂ ਲੱਗੇਗਾ। तो इसलिए मैं एक लाइन सिर्फ कुछ गुनगुना देंगी, लेकिन दिस इज डेडिकेटेड टू आवर स्टूडेंट्स। ਮੈਨੂੰ ਇੰਨਾ ਇਨਸਪੀਰੇਸ਼ਨ ਮਿਲਿਆ ਇਹਨਾਂ ਦਾ ਦੇਖ ਕੇ ਕਿ ਇਹਨਾਂ ਨੇ ਕਿੰਨੀ ਮਿਹਨਤ ਕੀਤੀ ਹੈ, ਔਰ ਘਰ ਦੇ ਵਿੱਚ ਰਹਿੰਦਿਆਂ ਹੋਇਆਂ ਇੱਕ ਪੂਰਾ ਪ੍ਰੈਜੈਂਟੇਸ਼ਨ ਤਿਆਰ ਕਰਨਾ। ਮੈਨੂੰ ਬੜੀ ਖੁਸ਼ੀ ਹੈ ਕਿ ਕਈ ਬੱਚਿਆਂ ਨੇ ਆਪਣੇ ਸੈਟਸ ਤਿਆਰ ਕੀਤੇ ਹੋਏ ਸੀਗੇ ਪਿੱਛੇ ਪੰਜਾਬੀ ਕਲਚਰ ਦੀਆਂ ਚੀਜ਼ਾਂ ਰੱਖ ਕੇ, ਔਰ ਹੁਣੀ ਮੈਂ ਐਂਡ ਵਿੱਚ ਦੇਖਿਆ ਆਪਣੀ ਪਰਾਂਦੀ ਨੂੰ ਬੜੀ ਅਦਾ ਦੇ ਨਾਲ ਅੱਗੇ ਪਿੱਛੇ ਆਪਣੀ ਜਿਹਨੂੰ ਕਹੋ ਕਿ ਪੂਰੀ ਇੱਕ हाँ एक लहर कह सकते हैं। हम सारे नाल पोएट्स भी बैठे हैं, लेकिन उन्होंने बच्चों ने बहुत अच्छी प्रेजेंटेशन दी है अपने दिल नाल। और मेरा ख्याल है कि इस समय जेडे घर बैठे हैं बच्चे, असी कामयाब होए हैं इन्हां दी क्रिएटिविटी नू और इन्हां दी जेडी इनिशिएटिव नू ਅੱਗੇ ਲਿਆਉਣ ਦੇ ਵਿੱਚ। ਕਾਲਜ ਦੇ ਵਿੱਚ ਟੀਚਰਸ ਇਹਨਾਂ ਨੂੰ ਗਾਈਡ ਕਰਦੇ ਰਹਿੰਦੇ ਨੇ, ਲੇਕਿਨ ਅੱਜ ਮੈਨੂੰ ਬੜਾ ਇਸ ਚੀਜ਼ ਨੂੰ ਦੇਖ ਕੇ ਐਸ਼ੋਰੈਂਸ ਮਿਲ ਰਹੀ ਹੈ ਕਿ ਸਾਡੇ ਬੱਚੇ ਆਪਣੇ ਆਪ ਇੰਨੀ ਖਮਤਾ ਰੱਖਦੇ ਨੇ ਕਿ ਉਹ ਆਪਣਾ ਆਈਟਮ ਖੁਦ ਤਿਆਰ ਕਰ ਸਕਣ, ਆਪਣੇ ਆਪ ਨੂੰ। ਉਹਨਾਂ ਨੂੰ ਕੋਈ ਕਾਸਮੈਟੋਲੋਜੀ ਦੇ ਐਕਸਪਰਟਸ ਦੀ ਜਾਂ ਕੋਈ ਡਰੈਸ ਡਿਜ਼ਾਈਨਰਸ ਦੀ ਜ਼ਰੂਰਤ ਨਹੀਂ ਹੈ। ਬੜੇ ਕ੍ਰੀਏਟਿਵ ਔਰ ਐਸਥੈਟਿਕਸ ਨੇ ਬੱਚਿਆਂ ਦੇ ਅੰਦਰ, ਔਰ ਉਹਨਾਂ ਨੇ ਕਿਸ ਤਰ੍ਹਾਂ ਮਿਊਜ਼ਿਕ ਸਿਲੈਕਟ ਕੀਤੇ ਨੇ, ਬਿਲਕੁਲ ਇਹਨਾਂ ਦੀ ਪਰਸਨਲ ਇੰਡੀਵਿਜੂਅਲ ਕ੍ਰੀਏਸ਼ਨਸ ਨੇ। So my congratulations to all the girls. और मैं जी लाइन मैंने मैडम ने कही है हरप्रीत जी ने, मैं एक लाइन जरूर गुनगुनावांगी। अच्छा नहीं गा सकांगी, लेकिन फिर भी बच्चों ने क्योंकि इन्नी मेहनत की है तो मैंने लगता है मैंने भी एक लाइन गा देनी चाहिए है। सो मेरे दिमाग च एक गाना आ रहा जिहड़ा शायद मैं कभी 40 साल पहला सुनिया सीगा या लर्न मतलब सुन के ही इंसान गा सकता है। बड़ी अच्छी गायिका ने इनू गाया होया। सो मैं एक लाइन ਇਹਦੇ ਬਾਰੇ ਮੈਂ ਗਾਵਾਂਗੀ। ਸੋ ਇਹ ਇੱਕ ਉਸ ਲੇਡੀ ਗਾ ਰਹੀ ਹੈ ਪੰਜਾਬੀ ਕਲਚਰ ਦੇ ਵਿੱਚ ਬੈਠ ਕੇ, ਜਿਹੜੀ ਕਿ ਸਵੇਰੇ ਸਵੇਰੇ ਦੁੱਧ ਰਿੜਕ ਰਹੀ ਹੈ ਔਰ ਆਪਣੇ ਹਸਬੈਂਡ ਦੇ ਆਉਣ ਦੀ ਜਾਂ ਆਪਣੇ ਜਿਹੜਾ ਉਹਦਾ ਜਿਹੜਾ ਪ੍ਰੇਮ ਜਿਸਨੂੰ ਕਰਦੀ ਹੈ ਉਹਦੇ ਆਉਣ ਦੀ ਇੰਤਜ਼ਾਰ ਦੇ ਵਿੱਚ ਉਹ ਇਹ ਗਾਣਾ ਗਾ ਰਹੀ ਹੈ। ਸੋ ਇਟਸ ਅ ਵੈਰੀ ਬਿਊਟੀਫੁਲ ਸੌਂਗ ਆਈ ਫੀਲ। ਸੋ ਇਟ ਗੋਜ਼ ਲਾਈਕ ਦਿਸ। मेरी रौंगली मदानी बावा गोरिया, मेरी रौंगली मदानी बावा गोरिया, तेरे और दी उम्मीद तबे लोरिया, मेलोए लोए मेलोए लोए दूध गिरता दूध गिरता, मेरी रौंगली मदानी बावा गोरिया। That's all. Thank you so much. ਬਹੁਤ ਬਹੁਤ ਸ਼ੁਕਰੀਆ ਮੈਮ, ਬਹੁਤ ਸੋਹਣਾ ਲੱਗਿਆ ਸਾਨੂੰ ਸੁਣ ਕੇ। ਸਾਡੇ ਨਾਲ ਇੱਕ ਕੈਨੇਡਾ ਤੋਂ ਹੋਰ ਵਿਦਿਆਰਥਣ ਜੁੜੀ ਹੈ ਵੀਡੀਓ ਦੇ ਰਾਹੀਂ। ਉਹ KMB ਦੇ ਵਿੱਚ ਸਟੂਡੈਂਟ ਇੰਗਲਿਸ਼ ਡਿਪਾਰਟਮੈਂਟ ਤੋਂ ਸੀ, ਪੋਸਟ ਗ੍ਰੈਜੂਏਟ ਇੰਗਲਿਸ਼ ਡਿਪਾਰਟਮੈਂਟ ਤੋਂ MA ਇੰਗਲਿਸ਼ ਦੀ ਵਿਦਿਆਰਥਣ, ਪਰ ਉਹਦਾ ਪੰਜਾਬੀ ਵਿਭਾਗ ਦੇ ਨਾਲ ਵੀ ਬੜਾ ਲਗਾਓ ਸੀ। ਆਓ ਮਿਲਦੇ ਹਾਂ ਉਸ ਵਿਦਿਆਰਥਣ ਨੂੰ। साउन महीना कटा कालियां चढ़ के बदल आया, रल मिल सखियां ने अज गिद्धा खूब पाया। सत श्री अकाल जी, मेरा नाम हरनरिंदर ते मैनू बहुत अज खुशी महसूस हो रही है कि इन्ने सालों बाद फिर सानू याद किया गया, सानू मौका मिला इस प्लेटफॉर्म के जरिए अपनियां दिल दीयां गल्लां सांझियां करन दा। ਕਾਲਜ ਲਾਈਫ ਦੇ ਵਿੱਚ ਜਦੋਂ ਤੀਆਂ ਦਾ ਮੇਲਾ ਹੁੰਦਾ ਸੀ, ਕਿਵੇਂ ਅਸੀਂ ਉਸ ਨੂੰ ਇੰਜੋਏ ਕਰਦੇ ਸੀ, ਕਿਵੇਂ ਸਾਡੀਆਂ ਰਿਸਪੌਂਸਿਬਿਲਿਟੀਜ਼ ਹੁੰਦੀਆਂ ਸੀ, ਕਿਵੇਂ ਸਟਾਲਾਂ ਦਾ ਧਿਆਨ ਰੱਖਦੇ ਸੀ। ਬਹੁਤ ਸਾਰੇ ਕੰਮਕਾਰ ਉਸ ਟਾਈਮ ਹੈਲਪ ਕਰੀ ਦੀ ਸੀ ਟੀਚਰ ਦੀ, ਅਤੇ ਬਹੁਤ ਇੰਜੋਏਮੈਂਟ ਹੁੰਦੀਆਂ ਸੀ, ਬਹੁਤ ਯਾਦਾਂ ਹੁੰਦੀਆਂ ਸੀਗੀਆਂ। ਤੁਹਾਨੂੰ ਸਾਰਿਆਂ ਨੂੰ ਇਹੀ ਬੇਨਤੀ ਹੈ ਵੀ ਦੁਬਾਰਾ ਉਹ ਟਾਈਮ ਆਇਆ, ਖੂਬ ਰਲ ਮਿਲ ਕੇ ਇੰਜੋਏ ਕਰੋ, ਆਪਣੀ ਯਾਦਾਂ ਲੈ ਕੇ ਜਾਓ ਇਸ ਕਾਲਜ ਦੇ ਵਿੱਚੋਂ, ਸਕਸੈਸਫੁਲ ਹੋਵੋ ਲਾਈਫ ਦੇ ਵਿੱਚ। ਅੱਜ ਵੀ ਅਸੀਂ ਜਦੋਂ KMB ਦੀਆਂ ਸਾਰੀਆਂ ਪ੍ਰਾਪਤੀਆਂ ਸੁਣਦੇ ਹਾਂ, ਸਾਨੂੰ ਬਹੁਤ ਜ਼ਿਆਦਾ ਮਾਣ ਮਹਿਸੂਸ ਹੁੰਦਾ ਹੈ ਕਿ ਅਸੀਂ ਕਾਲਜ ਦਾ ਇਸ ਸੰਸਥਾ ਦਾ ਹਿੱਸਾ ਹਾਂ। ਅਤੇ ਅੰਤ ਵਿੱਚ ਇਹੀ ਕਹਿਣਾ ਚਾਹਾਂਗੇ, ਥੈਂਕ ਯੂ ਵੈਰੀ ਮੱਚ ਸਾਨੂੰ ਮੌਕਾ ਦਿੱਤਾ ਦੁਬਾਰਾ ਆਪਣੇ ਕਾਲਜ ਦੇ ਨਾਲ ਜੁੜਨ ਦਾ। ਥੈਂਕ ਯੂ ਵੈਰੀ ਮੱਚ। ਮਹਿੰਦੀ ਸ਼ਗਨਾਂ ਦਾ ਪ੍ਰਤੀਕ ਹੈ, ਖੁਸ਼ੀਆਂ ਦਾ ਪ੍ਰਤੀਕ ਹੈ। ਮਹਿੰਦੀ ਹੱਥਾਂ ਤੇ ਲੱਗ ਕੇ ਜਿੱਥੇ ਆਪਣਾ ਲਾਲ ਰੰਗ ਦਿੰਦੀ ਏ,
ਖੁਸ਼ੀ ਤੇ ਖੇੜਾ ਦਿੰਦੀ ਏ, ਉੱਥੇ ਦੀ ਖੁਸ਼ਬੂ ਜਿਹੜੀ ਏ ਉਹ ਰੂਹ ਨੂੰ ਮਹਿਕਾਉਂਦੀ ਏ। ਸਾਉਣ ਮਹੀਨੇ ਦੇ ਵਿੱਚ ਮਹਿੰਦੀ ਲਾਉਣਾ ਵੀ ਇੱਕ ਸ਼ਗਨ ਮੰਨਿਆ ਜਾਂਦਾ ਆ। ਕੁੜੀਆਂ ਇਕੱਠੀਆਂ ਹੋ ਕੇ ਇੱਕ ਦੂਸਰੇ ਦੇ ਮਹਿੰਦੀ ਲਾ ਕੇ ਗੀਤ ਗਾਉਂਦੀਆਂ, ਨੱਚਦੀਆਂ, ਪੀਂਘਾਂ ਛੂਟਦੀਆਂ ਨੇ। ਮਹਿੰਦੀ ਦਾ ਮੁਕਾਬਲਾ ਆਯੋਜਿਤ ਕਰਵਾਇਆ ਗਿਆ ਪੰਜਾਬੀ ਵਿਭਾਗ ਵੱਲੋਂ, ਜਿਸ ਦੀਆਂ ਕੁਝ ਵੀਡੀਓ ਅਸੀਂ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਹਾਂ। ਮਹਿੰਦੀ ਮੁਕਾਬਲਾ। ਸੌਣ ਮਹੀਨਾ ਚੜਿਆ ਬਰਸਾਤਾਂ ਚਾਲੂ ਹੋ ਗਈਆਂ। ਸੌਣ ਮਹੀਨਾ ਚੜਿਆ ਬਰਸਾਤਾਂ ਚਾਲੂ ਹੋ ਗਈਆਂ। ਤੇਰੇ ਮੇਰੇ ਮਿਲਣ ਵਾਲੀਆਂ, ਤੇਰੇ ਮੇਰੇ ਮਿਲਣ ਵਾਲੀਆਂ ਰਾਤਾਂ ਚਾਲੂ ਹੋ ਗਈਆਂ। ਸੌਣ ਮਹੀਨਾ ਚੜਿਆ ਬਰਸਾਤਾਂ ਚਾਲੂ ਹੋ ਗਈਆਂ। ਸੌਣ ਮਹੀਨਾ ਚੜਿਆ ਬਰਸਾਤਾਂ ਚਾਲੂ ਹੋ ਗਈਆਂ। ਸ਼ਗਨਾਂ ਦੀ ਮਹਿੰਦੀ ਆਵੋ ਨੀ ਲਾਵੋ ਸ਼ਗਨਾਂ ਦੀ ਮਹਿੰਦੀ। ਧੀਆਂ ਮੁਟਿਆਰਾਂ ਹੋਈਆਂ ਖੰਭਾਂ ਤੋਂ ਡਾਰਾਂ ਹੋਈਆਂ। ਧੀਆਂ ਮੁਟਿਆਰਾਂ ਹੋਈਆਂ ਖੰਭਾਂ ਤੋਂ ਡਾਰਾਂ ਹੋਈਆਂ। ਬਾਬੁਲ ਤੇਰੇ ਨੂੰ ਧੀਏ ਨੀਂਦ ਨਾ ਪੈਂਦੀ। ਆਵੋ ਨੀ ਲਾਵੋ ਸ਼ਗਨਾਂ ਦੀ ਮਹਿੰਦੀ। ਆਵੋ ਨੀ ਲਾਵੋ ਸ਼ਗਨਾਂ ਦੀ ਮਹਿੰਦੀ। ਵੇ ਮਾਇਆ ਤੇਰੇ ਵੇਖਣ ਨੂੰ ਚੁੱਕ ਚਰਖਾ ਗਲੀ ਦੇ ਵਿੱਚ ਢਾਵਾਂ। ਵੇ ਲੋਕਾਂ ਪਾਣੀ ਮੈਂ ਕੱਤਦੀ ਦੰਦ ਤੇਰੀਆਂ ਯਾਦਾਂ ਦੇ ਪਾਵਾਂ। ਵੇ ਮਾਇਆ ਤੇਰੇ ਵੇਖਣ ਨੂੰ। ਪਾਵਾਂ ਕਿਵੇਂ ਕਜਲਾਵੇ ਅੱਖੀਆਂ ਚ ਤੂੰ ਬਸਦਾ ਇਨਾਂ ਅੱਖੀਆਂ ਚ ਪਾਵਾਂ
किवें कजलावे अखियां च तू वसदा हर वेले चन्ना मेरा तेरे वल मुँह हर वेले चन्ना मेरा तेरे वल मुँह दुनिया च ना तेरा अखियां च तू फुल बूटियां दी मेहंदी जेड़ी लग के ना दी मेहंदी तेरी लग के ना लेंदी लगे सब ते हो जाए लाल मेहंदी लगदी मुकत राना नी मेहंदी लगदी मुकत राना मेहंदी लगदी मुकत राना फुल बूटियां दी मेहंदी जेड़ी लग के ना लेंदी लगे सब ते हो जाए लाल मेहंदी लगदी मुकत राना नी मेहंदी लगदी माए कालिया बागा दी मेहंदी नीले माए कालिया बागा दी मेहंदी गली गली में पत्थर चुननिया गली गली में पत्थर चुननिया लोकी कण मस्तानी नीला दे माहे कालिया बागा दी मेहंदी नीला दे माहे कालिया बागा दी मेहंदी गो मेहंदी मैं हथों ते लानिया गो मेहंदी मैं हथों ते लानिया बाटी बन बन बंदी नीला दे माहे कालिया बागा दी मेहंदी नीला दे माहे कालिया बागा दी मेहंदी जिन्ना दे मेहंदी नी मेहंदी मेहंदी नी मेहंदी मेहंदी नी मेहंदी अज रल के लावण आया नी भैणों ते परछाइयां मेहंदी नी मेहंदी नी मेहंदी मेहंदी नी मेहंदी मेहंदी नी मेहंदी अज रल के लावण आया नी भैणों ते परछाइयां मेहंदी नी मेहंदी 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 नी मेहंदी मेहंदी नी सुन सोनिया वे वंग कहंदी सुन सोनिया वे वंग कहंदी मेरी तलियां ते लगू तेरे नां दी मेहंदी मेरी तलियां ते लगू तेरे नां दी मेहंदी ਦੇ ਮਹੀਨੇ ਵਿੱਚ ਕੁੜੀਆਂ ਦੇ ਸੀਨੇ ਵਿੱਚ ਕਿਕਲੀਆਂ ਪਾਉਂਦੇ ਲੱਖਾਂ ਚ ਮਹਿੰਦੀਆਂ ਲਵਾਉਂਦੀਆਂ ਤੇ ਚੁੰਨੀਆਂ ਰੰਗਾਉਂਦੀਆਂ ਮਹਿੰਦੀਆਂ ਲਵਾਉਂਦੀਆਂ ਤੇ ਚੁੰਨੀਆਂ ਰੰਗਾਉਂਦੀਆਂ ਹੈ ਚੂੜੀਆਂ ਦੇ ਪੁੱਛਦੀਆਂ ਸੌਣ ਦੇ ਮਹੀਨੇ ਵਿੱਚ ਕੁੜੀਆਂ ਦੇ ਸੀਨੇ ਵਿੱਚ ਕਿਕਲੀਆਂ ਪਾਉਂਦੇ ਲੱਖਾਂ ਚ ਕਿਕਲੀਆਂ ਪਾਉਂਦੇ ਲੱਖਾਂ ਚ
ਇਹ ਸੀ ਮਹਿੰਦੀ ਸ਼ਗਨਾਂ ਦੀ। ਮਹਿੰਦੀ ਦਾ ਮੁਕਾਬਲਾ ਪ੍ਰਦੀਪ ਸਰ, ਜੇ ਸੰਭਵ ਹੈ ਤੇ ਸਾਡੇ ਵਿਦਿਆਰਥਣ ਹਰਵਿੰਦਰ ਕੌਰ ਕੈਨੇਡਾ ਤੋਂ ਜ਼ੂਮ ਤੇ ਸਾਡੇ ਨਾਲ ਆ, ਜੇ ਹੋ ਸਕੇ ਤਾਂ ਤੁਸੀਂ ਉਹਨਾਂ ਨੂੰ ਲਾਈਵ ਕਰਕੇ ਕਾਲਜ ਦੇ ਨਾਂ ਕੁਝ ਸੁਨੇਹਾ ਦੇਣਾ ਚਾਹੁੰਦੇ ਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿਕਾਰਯੋਗ ਮੈਡਮ ਪ੍ਰਿੰਸੀਪਲ ਇਕਬਾਲ ਮੈਮ, ਹਰਪ੍ਰੀਤ ਮੈਮ, ਸਮੂਹ ਟੀਚਰ ਸਾਹਿਬਾਨ ਤੇ ਸਾਰੇ ਹਾਜ਼ਰੀਨ, ਸਭ ਨੂੰ ਤੀਜ ਦੀ ਬਹੁਤ-ਬਹੁਤ ਵਧਾਈ। ਕੰਨਿਆ ਮਹਾਵਿਦਿਆਲੇ ਦੇ ਦਿਲੋਂ ਸ਼ੁਕਰਗੁਜ਼ਾਰ ਹਾਂ ਕਿ 14 ਸਾਲਾਂ ਬਾਅਦ ਤੀਜ ਮਨਾਉਣ ਦਾ ਮੌਕਾ ਮਿਲਿਆ ਹੈ ਆਪਣੇ ਕਾਲਜ ਦੇ ਨਾਲ, ਆਪਣੇ ਟੀਚਰਸ ਦੇ ਨਾਲ। ਤੇ ਪੰਜਾਬੀ ਡਿਪਾਰਟਮੈਂਟ ਆਪਣੇ ਵਿਰਸੇ ਨੂੰ ਜਿਉਂਦਾ ਰੱਖਣ ਦੀ ਜੋ ਭਰਪੂਰ ਕੋਸ਼ਿਸ਼ ਕਰ ਰਿਹਾ ਹੈ, ਉਹਦੇ ਲਈ ਬਹੁਤ-ਬਹੁਤ ਵਧਾਈ ਦਾ ਪਾਤਰ ਹੈ। ਵੱਖ-ਵੱਖ ਮੁਕਾਬਲਿਆਂ 'ਚ ਜਿਨ੍ਹਾਂ ਮੁਟਿਆਰਾਂ ਨੇ ਹਿੱਸੇ ਲਏ ਨੇ, ਬਹੁਤ ਹੀ ਖੂਬਸੂਰਤ ਪੇਸ਼ਕਾਰੀ ਕੀਤੀ ਹੈ, ਬਹੁਤ ਜ਼ਿਆਦਾ ਮਿਹਨਤ ਕੀਤੀ ਹੈ। ਜਿੱਤ ਹਾਰ ਜਿਹੜੀ ਹੈ ਉਹ ਸਿੱਕੇ ਦੇ ਦੋ ਪਹਿਲੂ ਨੇ, ਉਹਨੂੰ ਕੋਈ ਵੱਡੀ ਕਰਕੇ ਦਿਲ ਨੂੰ ਨਹੀਂ ਲਾਉਣਾ ਚਾਹੀਦਾ, ਕਿਉਂਕਿ ਜਿਹੜੇ ਮੁਕਾਬਲੇ ਨੇ ਇਹ ਸਾਡੀ ਸ਼ਖਸੀਅਤ, ਸਾਡੇ ਵਿਅਕਤਿਤਵ ਨੂੰ ਉਸਾਰਦੇ ਨੇ, ਉਹਦਾ ਵਿਕਾਸ ਕਰਦੇ ਨੇ। ਉਹਨਾਂ 'ਚ ਹਿੱਸਾ ਲੈਣਾ ਹੀ ਸਭ ਤੋਂ ਵੱਡੀ ਗੱਲ ਹੈ। ਤੇ ਇਹ ਜੀਵਨ ਦਾ ਅਨੁਭਵ ਜੋ ਹੈ, ਤੀਆਂ ਦੇ ਵਿੱਚ ਹਿੱਸਾ ਲੈਣਾ, ਮੁਕਾਬਲਿਆਂ 'ਚ ਹਿੱਸਾ ਲੈਣਾ, ਜ਼ਿੰਦਗੀ ਭਰ ਬਹੁਤ ਖੁਸ਼ੀਆਂ ਦੇਗਾ ਤੁਹਾਨੂੰ, ਤੁਹਾਡੇ ਦਿਲ ਦੇ ਵਿੱਚ ਤੁਹਾਡੇ ਨਾਲ ਰਹੇਗਾ। ਤੇ ਮੈਮ ਇੱਕ ਬੋਲੀ ਪਾ ਸਕਦੀ ਹਾਂ? ਕੁੜੀਆਂ ਨੇ ਆ ਕੇ ਜਦੋਂ ਤੀਆਂ ਨੂੰ ਸ਼ਿੰਗਾਰਿਆ, ਪਿੱਪਲਾਂ ਦੇ ਉੱਤੇ ਪਈਆਂ ਪੀਂਘਾਂ ਨੂੰ ਉਲਾਰਿਆ, ਅੱਡੀ ਨਾਲ ਮਿੱਟੀ ਅੱਜ ਪੱਟ ਨੀ ਮਜਾਜਣੇ, ਲੱਕ ਨੂੰ ਹਿਲਾ ਨਾਲੇ ਨੱਚ ਨੀ ਮਜਾਜਣੇ, ਲੱਕ ਨੂੰ ਹਿਲਾ ਨਾਲੇ ਨੱਚ ਨੀ ਮਜਾਜਣੇ। ਬਹੁਤ ਬਹੁਤ ਸ਼ੁਕਰੀਆ ਮੈਮ, ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸ਼ੁਕਰੀਆ ਇਹ ਸੁਨਹਿਰਾ ਮੌਕਾ ਜ਼ਿੰਦਗੀ 'ਚ ਦੁਬਾਰਾ ਦੇਣ ਲਈ। ਥੈਂਕ ਯੂ। ਪ੍ਰਦੀਪ ਸਰ, ਦੂਸਰੇ ਜੱਜ ਸਾਡੇ ਨਾਲ ਹਰਜੀਤ ਦਿਓਲ। ਹਰਜੀਤ ਦਿਓਲ ਜੀ ਲਾਈਵ ਹੋ ਸਕਦੇ हैं? मैडम अपने आप को अनम्यूट करो जी। हरजीत मैम। हरजीत मैम अनम्यूट करो अपने आप ਨੂੰ। यस मैम। ਹਾਂਜੀ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਤੀਆਂ ਦੀਆਂ ਬਹੁਤ-ਬਹੁਤ ਵਧਾਈਆਂ। ਤੇ ਹੁਣੇ ਹੈਰੀ ਦੀ ਬੋਲੀ ਸੁਣੀ ਤੇ ਉਹਨੇ ਇੰਨਾ ਵਧੀਆ ਕਿਹਾ, ਸੱਚੀ ਇੰਨੀ ਖੁਸ਼ੀ ਹੋ ਰਹੀ ਆ। ਤੁਹਾਡਾ ਤਹਿ ਦਿਲੋਂ ਮੈਮ, ਪ੍ਰਿੰਸੀਪਲ ਮੈਮ ਦਾ ਸ਼ੁਕਰੀਆ, ਹਰਪ੍ਰੀਤ ਮੈਮ ਦਾ ਸ਼ੁਕਰੀਆ, ਸਾਰੇ ਟੀਚਰ ਸਾਹਿਬਾਨ, ਉਹਨਾਂ ਨੂੰ ਦੇਖ ਕੇ ਇੰਨੀ ਖੁਸ਼ੀ ਹੋ ਰਹੀ ਆ। ਏਦਾਂ ਲੱਗਦਾ ਕਿ ਮੁੜ ਵਾਪਸ ਕਾਲਜ ਵਿੱਚ ਅਸੀਂ ਆ ਗਏ ਆ। ਤੇ ਮੈਨੂੰ ਯਾਦ ਆ ਕਿ ਮੈਂ ਜਦੋਂ ਗਿੱਧਾ ਕੀਤਾ ਸੀ ਕਾਲਜ, ਤਾਂ ਸਾਡਾ ਥੀਮ ਗਿੱਧੇ ਦਾ ਤੀਆਂ ਦਾ ਸੀਗਾ। ਤੇ ਉਹਦੇ ਵਿੱਚ ਉਹਦੀਆਂ 2 ਲਾਈਨਾਂ ਮੈਮ ਮੈਂ ਸਟਾਰਟਿੰਗ ਦੀਆਂ ਜੇ ਬੋਲ ਸਕਾਂ, ਜੇ ਤੁਹਾਡੀ ਪਰਮਿਸ਼ਨ ਹੋਵੇ ਤੇ। ਹਾਂਜੀ। ਅੱਜ ਵਿੱਚ ਤਰਿੰਜਣਾ ਦੇ ਮੈਂ ਚਰਖਾ ਢਾਉਣੀ ਆ, ਅੱਜ ਵਿੱਚ ਤਰਿੰਜਣਾ ਦੇ ਮੈਂ ਚਰਖਾ ਢਾਉਣੀ ਆ, ਚਰਖੇ ਦੇ ਸ਼ੀਸ਼ੇ ਚੋਂ ਤੱਕਦੀ ਸ਼ਰਮਾਉਣੀ ਆ, 2 ਤੰਦਾਂ ਪਾਉਣੀ ਆ, ਯਾਦਾਂ ਗਲ ਲਾਉਣੀ ਆ, ਅੱਜ ਵਿੱਚ ਤਰਿੰਜਣਾ ਦੇ ਮੈਂ ਚਰਖਾ ਢਾਉਣੀ ਆ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ। ਤੇ ਸੱਚੀ ਅੱਜ ਫਿਰ ਕਾਲਜ ਵਾਪਸ ਆ ਗਈਆਂ ਆ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ। ਥੈਂਕ ਯੂ ਜੀ। ਬਹੁਤ-ਬਹੁਤ ਸ਼ੁਕਰੀਆ, ਬਹੁਤ ਖੁਸ਼ੀ ਹੋਈ ਤੁਹਾਨੂੰ ਵੇਖ ਕੇ, ਮਿਲ ਕੇ। ਸਾਡੀ ਤੀਸਰੀ ਜੱਜ ਸੀ ਸਾਡੀ ਸਾਬਕਾ ਵਿਦਿਆਰਥਣ ਨਵਪ੍ਰੀਤ ਕੌਰ, ਸਾਡੇ ਨਾਲ ਲਾਈਵ ਨਹੀਂ ਹੋ ਸਕੇ ਕਿਉਂਕਿ ਅਚਾਨਕ ਉਹਨਾਂ ਦੀ ਬੇਟੀ ਜ਼ਿਆਦਾ ਬਿਮਾਰ ਹੋ ਗਈ, ਹਸਪੀਟਲ 'ਚ ਐਡਮਿਟ ਕਰਵਾਉਣਾ ਪਿਆ ਤੇ ਸਵੇਰੇ ਹੀ ਉਹਨਾਂ ਦਾ ਮੈਸੇਜ ਆਇਆ ਕਿ ਮੈਂ ਲਾਈਵ ਨਹੀਂ ਹੋ ਪਾਵਾਂਗੀ। ਅਸੀਂ ਪੂਰਾ ਕੰਨਿਆ ਮਹਾਵਿਦਿਆਲਾ ਦਾ ਪਰਿਵਾਰ ਦੁਆ ਕਰਦਾ ਹੈ ਕਿ ਉਹਨਾਂ ਦੀ ਬੇਟੀ ਜਲਦੀ ਠੀਕ ਹੋਵੇ, ਘਰ ਵਾਪਸ ਪਰਤੇ ਤੇ ਫਿਰ ਕਿਸੇ ਸੈਲੀਬ੍ਰੇਸ਼ਨ ਦੇ ਵਿੱਚ ਉਹ ਸਾਡੇ ਨਾਲ ਜੁੜਨ। ਹੁਣ ਵੇਲਾ ਨਤੀਜਿਆਂ ਦਾ। ਮੁਕਾਬਲੇ ਆਯੋਜਿਤ ਹੋਏ ਸੀ ਗਿੱਧੇ ਦਾ ਤੀਆਂ ਦੀ ਰਾਣੀ ਲਈ, ਸੋਹਣਾ ਪੰਜਾਬਣ ਦਾ ਪਹਿਰਾਵਾ ਤੇ ਸੋਹਣੀ ਮਿਲੀ। ਇਸ ਤੋਂ ਪਹਿਲਾਂ ਕਿ ਅਸੀਂ ਨਤੀਜੇ ਐਲਾਨ ਕਰੀਏ, ਮੈਂ ਬੇਨਤੀ ਕਰਾਂਗੀ ਡਾਕਟਰ ਇਕਬਾਲ ਨੂੰ ਕਿ ਉਹ ਇਸ ਪ੍ਰੋਗਰਾਮ ਦੇ ਆਯੋਜਨ ਵਿੱਚ ਬਹੁਤ ਸਾਰੇ
ਸਾਡੇ ਸਾਥੀਆਂ ਦਾ ਯੋਗਦਾਨ ਆ, ਕਿਉਂਕਿ ਆਨਲਾਈਨ ਇਦਾਂ ਦਾ ਪ੍ਰੋਗਰਾਮ ਕਰਵਾਉਣਾ ਕਿਸੇ ਇਕੱਲੇ ਦੇ ਹੱਥ ਵਿੱਚ ਨਹੀਂ ਹੈ। ਸਾਰਾ ਕਾਲਜ ਹੀ ਇਹਦੇ ਵਿੱਚ ਜੁੜਿਆ ਸੀ, ਖਾਸ ਤੌਰ ਤੇ ਕੰਪਿਊਟਰ ਡਿਪਾਰਟਮੈਂਟ, ਪ੍ਰਿੰਸੀਪਲ ਮੈਡਮ ਦੀ ਯੋਗ ਅਗਵਾਈ, ਤੇ ਮੈਂ ਚਾਹਾਂਗੀ ਇਕਬਾਲ ਮੈਡਮ ਇੱਕ ਵਾਰੀ ਇਹਨਾਂ ਸਾਰਿਆਂ ਦਾ ਧੰਨਵਾਦ ਕਰਾਂ, ਫਿਰ ਅਸੀਂ ਰਿਜ਼ਲਟ ਵਾਲੇ ਪਾਸੇ ਚੱਲਦੇ। ਅਸੀਂ ਧੰਨਵਾਦੀ ਹਾਂ ਪ੍ਰਿੰਸੀਪਲ ਮੈਡਮ ਦੇ, ਜਿਨ੍ਹਾਂ ਦੀ ਹੱਲਾਸ਼ੇਰੀ ਤੇ ਅਗਵਾਈ ਨਾਲ ਹੀ ਅਜਿਹੇ ਕਾਰਜ ਸੰਪੂਰਨ ਹੁੰਦੇ ਹਨ। ਵਿਸ਼ੇਸ਼ ਧੰਨਵਾਦ ਸੁਖਵਿੰਦਰ ਅਮਰ ਜੀ ਦਾ, ਸਾਡਾ ਸੱਦਾ ਪ੍ਰਵਾਨ ਕਰਨ ਲਈ ਤੇ ਸਾਨੂੰ ਸਮਾਂ ਦੇਣ ਵਾਸਤੇ। ਧੰਨਵਾਦੀ ਹਾਂ ਆਪਣੀਆਂ ਪੁਰਾਣੀਆਂ ਵਿਦਿਆਰਥਣਾਂ ਦੇ, ਕੰਨਿਆ ਮਹਾਵਿਦਿਆਲਾ ਦੀਆਂ ਧੀਆਂ ਦੇ, ਜੋ ਇੰਨਾ ਪਿਆਰ ਤੇ ਮੋਹ ਬਰਸਾ ਰਹੀਆਂ ਸਾਡੇ ਤੇ ਅੱਜ। ਬਹੁਤ ਸਾਰਾ ਪਿਆਰ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਪ੍ਰਤੀਯੋਗੀਆਂ ਨੂੰ ਤੇ ਸਾਡੇ ਕੰਨਿਆ ਮਹਾਵਿਦਿਆਲਾ ਦੇ ਵਿਦਿਆਰਥੀਆਂ ਨੂੰ, ਜਿਨ੍ਹਾਂ ਦੀ ਸ਼ਮੂਲੀਅਤ ਨਾਲ ਹੀ ਇਹ ਮੇਲਾ ਸੰਭਵ ਹੋ ਸਕਿਆ ਹੈ। ਬਹੁਤ ਆਭਾਰੀ ਹਾਂ ਕੰਨਿਆ ਮਹਾਵਿਦਿਆਲਾ ਦੇ ਅਧਿਆਪਕਾਂ ਦੇ, ਖਾਸ ਕਰਕੇ ਕੰਪਿਊਟਰ ਵਿਭਾਗ ਤੋਂ ਸੁਮਨ ਮੈਡਮ, ਰਜਨੀ ਮੈਡਮ, ਨਿਧੀ ਮੈਡਮ, ਰਵੀ ਸਰ ਤੇ ਪ੍ਰਦੀਪ ਸਰ, JMC ਵਿਭਾਗ ਤੋਂ ਕਰਨ ਸਰ ਦੇ, ਜਿਨ੍ਹਾਂ ਦੀ ਮਿਹਨਤ ਨਾਲ ਹੀ ਇਹ ਮੇਲਾ ਜਿਹੜਾ ਹੈ ਉਹ ਸਫਲ ਹੋਇਆ ਹੈ। ਅੰਤ ਵਿੱਚ ਜਿਸ ਤਰ੍ਹਾਂ ਮੈਡਮ ਨੇ ਕਿਹਾ ਹੈ ਕਿ ਅਸੀਂ ਆਉਣ ਵਾਲੇ ਤਿਉਹਾਰ ਆਨਲਾਈਨ ਨਹੀਂ, ਕੋਲ ਬੈਠ ਕੇ ਜਿਹੜੇ ਆ ਉਹ ਮਨਾਈਏ। ਪਰਮਾਤਮਾ ਅੱਗੇ ਸਾਡੀ ਸਾਰਿਆਂ ਦੀ ਇਹੀ ਅਰਦਾਸ ਹੈ। ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਪੰਜਾਬੀ ਬੋਲੀਆਂ ਤੇ ਪੰਜਾਬੀ ਲੋਕ ਕਾਵਿ ਦੇ ਵਿੱਚ ਬਹੁਤ ਕੁਝ ਇਹੋ ਜਿਹਾ ਹੁੰਦਾ ਆ ਜਿਹੜੀਆਂ ਧੀਆਂ ਸਿੱਧਾ ਆਪਣੇ ਬਾਬਲ ਨੂੰ ਨਹੀਂ ਕਹਿ ਸਕਦੀਆਂ ਤੇ ਗੀਤਾਂ ਦੇ ਰਾਹੀਂ ਕਹਿੰਦੀਆਂ। ਸਾਉਣ ਮਹੀਨੇ ਨਾਲ ਸੰਬੰਧਿਤ ਇੱਕ ਛੋਟਾ ਜਿਹਾ ਗੀਤ, ਜਿਹਦੇ ਕੋਲ ਮੈਂ ਤੁਹਾਨੂੰ ਜਿਹੜੀ ਕਵਿਤਾ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹਾਂਗੀ ਕਿ ਕਿਉਂ ਉਹ ਕਹਿੰਦੀ ਹੈ ਕਿ ਸਾਉਣ ਮਹੀਨੇ ਦੇ ਵਿੱਚ ਮੇਰਾ ਵਿਆਹ ਜਿਹੜਾ ਉਹ ਨਾ ਕੀਤਾ ਜਾਵੇ। ਬੀਬੀ ਦਾ ਬਾਬਲ ਬੀਬੀ ਨੂੰ ਪੁੱਛਦਾ, ਕਿਸ ਦੇ ਸਾਹਾ ਸੁਧਾਈਏ ਤੇਰਾ, ਹਾੜ ਨਾ ਸੋਧਿਓ ਸਾਉਣ ਨਾ ਸੋਧਿਓ, ਅਸੂ ਦਾ ਕਰਿਓ ਕਾਜ, ਕਣਕਾ ਨਾ ਬੁੱਸੇ ਕੁੜਮ ਨਾ ਰੁੱਸੇ, ਨਿੰਦਿਆ ਨਾ ਜਾਵੇ ਕਾਨ ਮੇਰਾ। ਮੈਂ ਤੈਨੂੰ ਆਖਦੀ ਮੇਰੇ ਬਾਬਲਾ, ਤੂੰ ਧਰਮੀਆਂ ਲਖ ਦਾਤਿਆ, ਸਾਵਣ ਸਾਹਾ ਨਾ ਸੁਧਾਇਓ ਹਰੇ ਰਾਮ। ਸਾਵਣ ਵਰਸੇ ਬਦਲੀ ਮੇਰੇ ਬਾਬਲਾ, ਸੁਧਰਮੀਆਂ ਲਖ ਦਾਤਿਆ, ਤੇ ਭਿੱਜ ਗਏ ਕੇਸਨੀ, ਸਾਹਨ ਜੀ ਦੇ ਭਿੱਜ ਗਏ ਕੇਸਰੀ ਹਰੇ ਰਾਮ। ਤੋ ਇਦਾਂ ਦੇ ਭਾਵ ਪੰਜਾਬਣਾਂ ਮੁਟਿਆਰਾਂ ਆਪਣੇ ਬਾਬਲ ਦੇ ਨਾਲ ਲੋਕ ਗੀਤਾਂ ਦੇ ਰਾਹੀਂ ਸਾਂਝੀਆਂ ਕਰਦੇ ਆ। ਇਹਦੇ ਵਿੱਚ ਬੜੇ ਤਰਕ ਦੇ ਨਾਲ ਦੱਸਿਆ ਗਿਆ ਕਿ ਸਾਉਣ ਮਹੀਨੇ ਦੇ ਵਿੱਚ ਵਿਆਹ ਜਿਹੜਾ ਉਹ ਕਿਉਂ ਨਹੀਂ ਕਰਨਾ, ਅਨਾਜ ਖਰਾਬ ਹੋ ਸਕਦਾ ਆ, ਬਾਰਿਸ਼ ਦੇ ਵਿੱਚ ਜਿਹੜਾ ਮੁਸ਼ਕਲ ਆ ਸਕਦੀ ਹੈ ਵਿਆਹ ਕਰਵਾਉਣ ਦੇ ਲਈ। ਤੇ ਆਓ ਅਸੀਂ ਹੁਣ ਚੱਲਦੇ ਹਾਂ ਨਤੀਜਿਆਂ ਵਾਲੇ ਪਾਸੇ। ਮੈਂ ਪ੍ਰਿੰਸੀਪਲ ਮੈਮ ਦੀ ਆਗਿਆ ਚਾਹਾਂਗੀ ਰਿਜ਼ਲਟ ਅਨਾਉਂਸ ਕਰਨ ਦੇ ਲਈ। ਸਭ ਤੋਂ ਪਹਿਲਾ ਮੁਕਾਬਲਾ ਸੁੰਦਰ ਮਹਿੰਦੀ ਦਾ। ਤੀਸਰਾ ਸਥਾਨ ਪ੍ਰਵੀਨ ਜਲੰਧਰ ਤੋਂ, ਦੂਸਰਾ ਜਸਪ੍ਰੀਤ ਕੌਰ, ਪਹਿਲਾ ਹਰਨੀਤ ਕੌਰ, ਹੌਸਲਾ ਅਫਜ਼ਾਈ ਸੁਖਜੀਤ ਕੌਰ। ਸੁੰਦਰ ਮਹਿੰਦੀ ਦਾ ਆਰਟ ਆਸ਼ਨਾ ਸਲੂਜਾ ਨੂੰ ਤੇ ਸਫਾਈ ਨਾਲ ਲਗਾਈ ਗਈ ਮਹਿੰਦੀ ਸਿਮਰਨਪ੍ਰੀਤ ਕੌਰ। ਇਹਨਾਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਸਾਡਾ ਦੂਸਰਾ ਮੁਕਾਬਲਾ ਸੀ ਧੀਆਂ ਦੀ ਰਾਣੀ ਸੋਹਣਾ ਪਹਿਰਾਵਾ। ਸੋਹਣਾ ਪੰਜਾਬੀ ਪਹਿਰਾਵਾ ਦੇ ਵਿੱਚ ਤੀਸਰਾ ਸਥਾਨ ਹਾਸਲ ਕੀਤਾ ਹੈ ਨਵਦੀਪ ਕੌਰ, ਦੂਸਰਾ ਸਥਾਨ ਸਿਮਰਨਜੀਤ ਕੌਰ ਹੁਸ਼ਿਆਰਪੁਰ ਤੋਂ, ਤੇ ਪਹਿਲਾ ਸਥਾਨ ਹਾਸਲ ਕੀਤਾ ਹੈ ਤੇਜਿੰਦਰ ਕੌਰ ਨੇ ਹੁਸ਼ਿਆਰਪੁਰ ਤੋਂ। ਸਾਡਾ ਅਗਲਾ ਮੁਕਾਬਲਾ ਧੀਆਂ ਦੀ ਰਾਣੀ ਗਿੱਧਿਆਂ ਦੇ ਆਧਾਰ ਤੇ, ਜਿਹਦੇ ਵਿੱਚ ਤੀਸਰਾ ਸਥਾਨ ਹਾਸਲ ਕੀਤਾ ਹੈ ਅਮਨਦੀਪ ਕੌਰ ਨੇ ਤੇ ਰਮਨੀਕ ਕੌਰ ਨੇ ਬ੍ਰੈਕਟਡ ਹੈ। ਪਹਿਲਾ ਦੂਸਰਾ ਸਥਾਨ ਪ੍ਰੀਤ ਬਰਨਾਲਾ ਤੋਂ, ਉਹ ਅੱਜ ਸਾਡੇ ਵਿੱਚ ਵੀ ਬੈਠੇ ਆ ਜ਼ੂਮ ਤੇ ਲਾਈਵ ਨੇ ਸਾਡੇ ਨਾਲ, ਪ੍ਰੀਤ ਬਰਨਾਲਾ ਤੋਂ। ਪਹਿਲਾ ਸਥਾਨ ਮੀਨਾਕਸ਼ੀ ਨਵਾਂ ਸ਼ਹਿਰ ਤੋਂ, ਤੇ ਤੀਆਂ ਦੀ ਰਾਣੀ ਚੁਣੀ ਗਈ ਹੈ ਚੈਲਸੀ ਨਵਾਂ ਸ਼ਹਿਰ ਤੋਂ। ਬਹੁਤ ਬਹੁਤ ਵਧਾਈਆਂ, ਬਹੁਤ ਬਹੁਤ ਮੁਬਾਰਕਾਂ ਜੇਤੂਆਂ ਨੂੰ। ਸਾਰਿਆਂ ਦੀ ਪਾਰਟਿਸਿਪੇਸ਼ਨ ਬਹੁਤ ਵਧੀਆ ਸੀ, ਬਹੁਤ ਸੋਹਣੇ ਤਰੀਕੇ ਦੇ ਨਾਲ ਸਾਰਿਆਂ ਨੇ ਪੇਸ਼ਕਾਰੀ ਆਪਣੀ ਦਿੱਤੀ ਵੀਡੀਓ ਦੇ ਰਾਹੀਂ, ਪਰ ਜੱਜ ਸਾਹਿਬਾਨ ਨੇ ਆਪਣੇ ਨੁਕਤਿਆਂ ਦੇ ਨਾਲ ਉਹਨਾਂ ਨੂੰ ਪਛਾਣਿਆ, ਪਰਖਿਆ ਤੇ ਇਹ ਰਿਜ਼ਲਟ ਤਿਆਰ ਕੀਤੇ।
ਸਾਰਿਆਂ ਨੂੰ ਇੱਕ ਵਾਰੀ ਬਹੁਤ-ਬਹੁਤ ਵਧਾਈ। ਮੈਂ ਬੇਨਤੀ ਕਰਾਂਗੀ ਪ੍ਰਿੰਸੀਪਲ ਮੈਡਮ ਡਾਕਟਰ ਅਤਿਮਾ ਸ਼ਰਮਾ ਜੀ ਨੂੰ ਕਿ ਉਹ ਅੱਜ ਦੇ ਇਸ ਪ੍ਰੋਗਰਾਮ ਦੇ ਲਈ ਜਾਂ ਜੇਤੂ ਵਿਦਿਆਰਥੀਆਂ ਦੇ ਲਈ ਕੁਝ ਬੋਲ ਜਿਹੜੇ ਉਹ ਸਾਂਝੇ ਕਰਨ। ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਾਂਗੀ ਕਿ ਬੱਚਿਆਂ ਦਾ ਇਸ ਹੁਨਰ ਦੇਖ ਕੇ ਜਦੋਂ ਵੀ ਮੈਂ ਕੰਪੀਟੀਸ਼ਨ ਦਾ ਕੋਈ ਵੀ ਐਂਟਰੀ ਦੇਖੀ ਮੇਰੇ ਮੂੰਹੋਂ ਹਰ ਵਕਤ ਵਾਓ ਨਿਕਲ ਰਿਹਾ ਸੀ। ਵਾਟ ਅ ਪ੍ਰੈਜੈਂਟੇਸ਼ਨ, ਹਾਊ ਟੈਲੈਂਟਡ, ਕਿੰਨਾ ਹੁਨਰ ਹੈ, ਕਿੰਨੀ ਕ੍ਰੀਏਟੀਵਿਟੀ ਹੈ ਸਾਡੇ ਬੱਚਿਆਂ ਦੇ ਅੰਦਰ। ਔਰ ਵਿਸ਼ੇਸ਼ ਤੌਰ ਤੇ ਜੋ ਲੜਕੀਆਂ ਗਾਣੇ ਦੇ ਨਾਲ ਚੱਲ ਰਹੀਆਂ ਸੀ ਔਰ ਉਹਨਾਂ ਨੇ ਆਪਣੀਆਂ ਸੁੰਦਰ ਡਰੈਸਿਸ ਨੂੰ ਡਿਸਪਲੇ ਕੀਤਾ, ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਜੱਜਿਸ ਇਹਦੀ ਜਜਮੈਂਟ ਕਿੱਦਾਂ ਕਰਨਗੇ। ਮੈਂ ਬੜਾ ਸ਼ੁਕਰ ਮਨਾ ਰਹੀ ਸੀ ਕਿ ਮੈਂ ਜੱਜ ਨਹੀਂ ਹਾਂ ਅੱਜ ਦੇ ਮੁਕਾਬਲੇ ਦੀ। ਔਰ ਜਿਹੜੇ ਮਹਿੰਦੀਆਂ ਦਾ ਮੁਕਾਬਲਾ ਹੈ ਉਹ ਤੇ ਮੇਰਾ ਦਿਲ ਕਰ ਰਿਹਾ ਸੀਗਾ ਕਿ ਮੈਂ ਹਰ ਮਹਿੰਦੀ ਦੀ ਜਿਹੜੀ ਡਿਜ਼ਾਈਨ ਨੂੰ ਆਪਣੇ ਕੋਲ ਰੱਖ ਲਵਾਂ ਤਾਂ ਕਿ ਕੱਲ ਨੂੰ ਜੇ ਮੈਨੂੰ ਮੌਕਾ ਮਿਲੇ ਤੇ ਮੈਂ ਜ਼ਰੂਰ ਇਸ ਡਿਜ਼ਾਈਨ ਨੂੰ ਉਹਨੂੰ ਫੋਲੋ ਕਰ ਸਕੀਏ, ਅਸੀਂ ਲਗਵਾ ਸਕੀਏ। ਲਗਾਉਣ ਦਾ ਹੁਨਰ ਨਹੀਂ ਸਾਨੂੰ ਆਉਂਦਾ। ਸਾਡੇ ਬੱਚੇ ਬੜੇ ਟੈਲੈਂਟਡ ਨੇ ਔਰ ਇੰਨਾ ਅੱਛਾ ਬੱਚਿਆਂ ਨੇ ਆਪਣਾ ਟੈਲੈਂਟ ਦਿਖਾਇਆ ਹੈਗਾ। ਬਹੁਤ ਸਾਰੇ ਲੋਕ ਕਈ ਵਾਰ ਕਹਿ ਦਿੰਦੇ ਨੇ ਕਿ ਅੱਜ ਦੀਆਂ ਜਨਰੇਸ਼ਨਸ ਹੈ ਜਿਹੜੀਆਂ ਉਹ ਭਟਕ ਰਹੀਆਂ ਨੇ ਜਾਂ ਉਹਨਾਂ ਦਾ ਫੋਕਸ ਜਿਹੜਾ ਹੈਗਾ ਉਹ ਆਪਣੀ ਟੈਲੈਂਟ ਦੇ ਉੱਪਰ ਜਾਂ ਆਪਣੀ ਡਿਵੈਲਪਮੈਂਟ ਦੇ ਉੱਪਰ ਓਵਰਆਲ ਨਹੀਂ ਹੈਗਾ। ਲੇਕਿਨ ਮੈਂ ਕਦੀ ਵੀ ਇਸ ਚੀਜ਼ ਦੇ ਨਾਲ ਸਹਿਮਤ ਨਹੀਂ ਰਹੀ। ਔਰ ਅੱਜ ਤੁਸੀਂ ਸਾਰੇ ਬੱਚਿਆਂ ਨੇ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਹੈ, ਚਾਹੇ ਉਹ KMB ਦੇ ਸਟੂਡੈਂਟਸ ਨੇ, ਚਾਹੇ 올ਡ ਸਟੂਡੈਂਟਸ ਨੇ, ਪ੍ਰੈਜ਼ੈਂਟ ਸਟੂਡੈਂਟਸ ਜਾਂ ਫਿਰ ਜਿਹੜੇ ਦੂਸਰੇ ਕੋਈ ਜ਼ਿਲ੍ਹਿਆਂ ਤੋਂ ਬੱਚਿਆਂ ਨੇ। ਵੈਸੇ ਤਾਂ ਸਾਡੇ ਵੀ ਬੱਚੇ ਬਾਕੀ ਦੇ ਜ਼ਿਲ੍ਹਿਆਂ ਤੋਂ ਬਹੁਤ ਨੇ, ਲੇਕਿਨ ਜਿਹੜੇ ਨਾਨ KMB ਸਟੂਡੈਂਟਸ ਨੇ ਵੀ ਪਾਰਟਿਸਿਪੇਟ ਕੀਤਾ। ਮੈਨੂੰ ਸਾਰਿਆਂ ਨੂੰ ਕਹਿੰਦਿਆਂ ਹੋਇਆ ਬਹੁਤ ਖੁਸ਼ੀ ਹੁੰਦੀ ਹੈ ਕਿ ਤੁਸੀਂ ਇਹ ਪ੍ਰੂਵ ਕਰਦੇ ਹੋ। ਮੇਰਾ ਵਿਸ਼ਵਾਸ ਜਿਹੜਾ ਅੱਜ ਦੀ ਜਨਰੇਸ਼ਨ 'ਚ ਹੈ ਕਿ ਤੁਸੀਂ ਬਹੁਤ ਟੈਲੈਂਟਡ ਹੋ ਸਾਰੇ ਔਰ ਤੁਹਾਡਾ ਹੁਨਰ ਹੈ ਜਿਹੜਾ ਉਹ ਹਿੰਦੁਸਤਾਨ ਨੂੰ, ਸਾਡੇ ਸਮਾਜ ਨੂੰ, ਸਾਡੇ ਪੰਜਾਬ ਨੂੰ ਇੱਕ ਗੌਰਵ ਦਾ ਜ਼ਰੂਰ ਇੰਨਾ ਵੱਡਾ ਤੁਸੀਂ ਕਾਰਨ ਦਿੰਦੇ ਹੋ ਸਾਨੂੰ। ਸੋ ਥੈਂਕ ਯੂ ਸੋ ਮਚ। ਅੱਜ ਤੁਸੀਂ ਮੇਰਾ ਵਿਸ਼ਵਾਸ ਹੈ ਜਿਹੜਾ ਉਹਨੂੰ ਤੁਸੀਂ ਕਾਇਮ ਰੱਖਿਆ ਹੈ ਕਿ ਅੱਜ ਦਾ ਜਿਹੜਾ ਯੰਗ ਬੱਚੇ ਬੜੇ ਟੈਲੈਂਟਡ ਨੇ ਔਰ ਤੁਸੀਂ ਆਪਣੇ ਟੈਲੈਂਟ ਨੂੰ ਬਰਕਰਾਰ ਰੱਖੋ, ਆਪਣੀਆਂ ਹੌਬੀਜ਼ ਨੂੰ, ਔਰ ਕੱਲ ਨੂੰ ਇਹਨਾਂ ਵਿੱਚੋਂ ਕੋਈ ਚੀਜ਼ ਤੁਹਾਡਾ ਪ੍ਰੋਫੈਸ਼ਨ ਵੀ ਬਣ ਸਕਦੀ ਹੈ, ਤੁਹਾਡੀ ਸ਼ਕਤੀ ਵੀ ਬਣ ਸਕਦੀ ਹੈ। ਔਰ ਜਿਹੜੀਆਂ ਹੌਬੀਜ਼ ਹੈ ਉਹ ਤਾਂ ਹਮੇਸ਼ਾ ਇਨਸਾਨ ਦੀ ਇੱਕ ਤਾਕਤ ਹੁੰਦੀਆਂ ਨੇ, ਉਹਦੀ ਪਹਿਚਾਨ ਬਣਦੀਆਂ ਨੇ। ਸੋ ਮੈਂ ਸਭ ਲੜਕੀਆਂ ਨੂੰ ਇਹੀ ਕਹਾਂਗੀ ਅੱਜ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਹੈ ਕਿ ਆਪਣੇ ਹੁਨਰ ਨੂੰ ਜ਼ਰੂਰ ਹੋਰ ਜ਼ਿਆਦਾ ਨਿਖਾਰੋ ਔਰ ਆਪਣੇ ਆਉਣ ਵਾਲੇ ਜੀਵਨ ਨੂੰ ਸੁੰਦਰ ਹੋਰ ਇਸੇ ਤਰ੍ਹਾਂ ਬਣਾਉਂਦੇ ਰਹੋ। ਔਰ ਸਾਰਿਆਂ ਨੂੰ ਪਾਰਟਿਸਿਪੈਂਟਸ ਨੂੰ ਬਹੁਤ ਜ਼ਿਆਦਾ ਮੁਬਾਰਕਬਾਦ। ਇਹ ਮੈਂ ਸਾਰੀ ਗੱਲ ਇਸ ਕਰਕੇ ਕੀਤੀ ਹੈ ਕਿ ਜਿਨ੍ਹਾਂ ਦੇ ਪ੍ਰਾਈਜ਼ ਨਹੀਂ ਵੀ ਆਏ ਉਹਨਾਂ ਨੂੰ ਡਿਸਕਰੇਜ ਹੋਣ ਦੀ ਬਿਲਕੁਲ ਜ਼ਰੂਰਤ ਨਹੀਂ ਹੈ, ਕਿਉਂਕਿ ਅਸੀਂ ਹਰ ਇੱਕ ਚੀਜ਼ ਨੂੰ ਬੜਾ ਇੰਜੋਏ ਕੀਤਾ। ਜਿਹੜੇ ਪਾਰਟਿਸਿਪੈਂਟਸ ਦਾ ਪ੍ਰਾਈਜ਼ ਨਹੀਂ ਆਇਆ, ਅਗਰ ਤੁਸੀਂ ਪਾਰਟਿਸਿਪੇਟ ਨਾ ਕਰਦੇ ਤੇ ਇਹ ਜਿਹੜਾ ਪੂਰਾ ਮਾਹੌਲ ਹੈ ਜਾਂ ਜਿਹੜਾ ਪੂਰਾ ਦਾ ਪੂਰਾ ਮੇਲਾ ਸੀ ਅੱਜ ਦਾ ਉਹ ਕਾਮਯਾਬ ਨਾ ਹੋ ਸਕਦਾ। तो ਤੁਹਾਡੀ ਹਰ ਇੱਕ ਇਨਸਾਨ ਦੀ, ਹਰ ਇੱਕ ਪਾਰਟਿਸਿਪੈਂਟ ਦੀ ਜਿਹੜੀ ਮਿਹਨਤ ਹੈ ਉਹ ਬੜੀ ਸਾਰਥਕ ਰਹੀ ਹੈ ਔਰ ਅਸੀਂ ਸਾਰੇ ਇਸ ਚੀਜ਼ ਨੂੰ ਮਿਲ ਕੇ ਤੁਹਾਡਾ ਬੜਾ ਅਪਰੀਸ਼ੀਏਟ ਕਰਦੇ ਹਾਂ। ਮੈਂ ਵਿਸ਼ੇਸ਼ ਤੌਰ ਤੇ ਬੜੀ ਧੰਨਵਾਦੀ ਹਾਂ ਸਾਰੇ ਜੱਜਿਸ ਦੀ। ਜਿਸ ਤਰ੍ਹਾਂ ਮੈਂ ਕਿਹਾ ਕਿ ਮੈਂ ਬੜਾ ਸ਼ੁਕਰ ਮਨਾ ਰਹੀ ਸੀ ਕਿ ਮੈਂ ਜੱਜ ਨਹੀਂ ਹਾਂ, ਨਹੀਂ ਤਾਂ ਬੜਾ ਮੁਸ਼ਕਲ ਕੰਮ ਹੋਣਾ ਸੀ ਇਹ। ਸੋ ਤੁਸੀਂ ਸਾਰਿਆਂ ਨੇ ਮਿਲ ਕੇ ਇਹ ਜਜਮੈਂਟ ਕੀਤੀ ਹੈ ਔਰ ਆਨਲਾਈਨ ਸਾਰਾ ਕੁਝ ਦੇਖ ਕੇ ਉਸਦੀ ਜਜਮੈਂਟ ਕਰਨਾ ਆਪਣੇ ਆਪ 'ਚ ਇੱਕ ਚੈਲੰਜ ਹੈ, ਇੱਕ ਨਵੀਂ ਸ਼ੈਲੀ ਹੈ, ਇੱਕ ਨਵਾਂ ਜਿਹੜਾ ਤੁਸੀਂ ਕਾਮਯਾਬੀ ਦੇ ਨਾਲ ਕੰਮ ਕੀਤਾ। ਜੱਜਿਸ ਨੂੰ ਵਿਸ਼ੇਸ਼ ਤੌਰ ਤੇ, ਸਾਡੇ ਆਪਣੇ ਵੀ ਵਿੱਚ ਬੱਚੇ ਬੈਠੇ ਨੇ ਜਿਹੜੇ ਕੋਈ ਐਕਸ ਸਟੂਡੈਂਟਸ ਵੀ ਨੇ, ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ। ਔਰ ਮੈਂ ਵਿਸ਼ੇਸ਼ ਤੌਰ ਤੇ ਪੰਜਾਬੀ ਡਿਪਾਰਟਮੈਂਟ ਨੂੰ ਬੜੀ ਮੁਬਾਰਕਬਾਦ ਦੇਣਾ ਚਾਹੁੰਦੀ ਹਾਂ। ਮੈਡਮ ਇਕਬਾਲ ਦੇ ਜਦੋਂ ਮੈਨੂੰ ਦੱਸਿਆ ਕਿ ਪਲਾਨ ਕਰ ਰਹੇ, ਮੈਂ ਇਹਨਾਂ ਨੂੰ ਬਿਲਕੁਲ ਨਹੀਂ ਸੀ ਕਿਹਾ ਇਹ ਕੰਮ ਕਰਨ ਦੇ ਲਈ। ਇਹਨਾਂ ਨੇ ਖੁਦ ਹੀ ਇਹ ਗੱਲ ਸੋਚੀ ਔਰ ਉਸਨੂੰ ਇੱਕ ਕਾਮਯਾਬੀ ਦੇ ਨਾਲ ਉਹਨੂੰ ਅੱਜ ਇਹ ਕਰਕੇ ਦਿਖਾਇਆ। ਸੋ ਮੈਨੂੰ ਇਸ ਚੀਜ਼ ਦੀ ਬੜੀ ਖੁਸ਼ੀ ਹੈ ਔਰ ਮੈਂ ਤੁਹਾਨੂੰ ਇੱਕ ਵਾਰ ਫਿਰ ਸਾਰੇ ਪੰਜਾਬੀ ਡਿਪਾਰਟਮੈਂਟ ਦੇ ਇੱਕ ਇੱਕ ਸਦੱਸਿਆ ਨੂੰ, ਕਿਉਂਕਿ ਮੈਨੂੰ ਇਹ ਅਹਿਸਾਸ ਹੈ ਕਿ ਜੂਨੀਅਰ ਮੋਸਟ ਤੋਂ ਲੈ ਕੇ ਸੀਨੀਅਰ ਮੋਸਟ ਤੱਕ ਨੇ ਬਹੁਤ ਮਿਹਨਤ ਕੀਤੀ ਹੈ। ਮੈਂ ਕਿਸੇ ਇੱਕ ਦਾ ਨਾਮ ਨਹੀਂ ਲਵਾਂਗੀ, ਲੇਕਿਨ ਸਾਰਿਆਂ ਦੀ ਜਿਹੜੀ ਮਿਹਨਤ ਹੈ ਉਸਦੀ ਬੜੀ ਮੁਬਾਰਕਬਾਦ ਦੇ ਤੁਸੀਂ ਹੱਕਦਾਰ ਹੋ। ਔਰ ਉਸਦੇ ਨਾਲ ਨਾਲ ਜਿਹੜੇ ਬਾਕੀ ਦੇ ਲੋਕਾਂ ਨੇ ਸਪੋਰਟ ਕੀਤਾ, ਇਕਬਾਲ ਮੈਡਮ ਨੇ ਸਾਰਿਆਂ ਦੇ ਨਾਮ ਵੀ ਲਏ ਹੈ, ਸਪੈਸ਼ਲੀ ਜਿਹੜੀ ਟੈਕਨੋਲੋਜੀ ਦੇ ਨਾਲ ਜਿਨ੍ਹਾਂ ਨੇ ਸਪੋਰਟ ਕੀਤਾ ਹੈ ਉਹਨਾਂ ਦਾ ਵੀ ਬਹੁਤ ਅਹਿਮ ਰੋਲ ਹੈ। ਔਰ ਵੀਡੀਓਜ਼ ਨੂੰ ਮੰਗਵਾਉਣਾ, ਉਹਨਾਂ ਨੂੰ ਚਲਾਉਣਾ, ਫਿਰ ਉਹਦੀ ਰਿਹਰਸਲ ਕਰਕੇ ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਪੂਰਾ ਸਿੰਕਰੋਨਾਈਜ਼ ਕਰਕੇ ਪ੍ਰੈਜੈਂਟੇਸ਼ਨ ਕਰਨਾ। ਤੁਹਾਨੂੰ ਸਾਰਿਆਂ ਨੂੰ ਬਹੁਤ ਸ਼ਾਬਾਸ਼ ਔਰ ਮੁਬਾਰਕਬਾਦ। ਔਰ ਇਸ ਗੁੱਡ ਵਿਸ਼ੇਸ ਦੇ ਨਾਲ ਕਿ ਆਉਣ ਵਾਲਾ ਸਮੇਂ ਹੈਲਦੀ ਰਹੇ, ਅਸੀਂ ਇਸ ਕੋਵਿਡ ਦੇ ਸਕੇਅਰ ਤੋਂ, ਚੈਲੰਜ ਤੋਂ ਉੱਭਰ ਕੇ ਪੂਰੀ ਮਾਨਵਤਾ ਸੁਖਾਂਤ ਹੋਏ ਔਰ ਅਗਲੀ ਵਾਰ ਅਸੀਂ ਹੋਰ ਖੁਸ਼ੀਆਂ ਦੇ ਨਾਲ ਤੀਜ ਮਨਾਈਏ। ਇੱਕ ਵਾਰ ਫਿਰ ਸਾਰਿਆਂ ਨੂੰ ਬਹੁਤ ਮੁਬਾਰਕਬਾਦ।
ਔਰ ਤੀਜ ਦੀਆਂ ਮੁਬਾਰਕਾਂ, ਸਾਡੇ ਸਮਾਜ ਦੇ ਵਿੱਚ ਖੁਸ਼ਹਾਲੀ ਆਏ। ਪਾਣੀ ਦੀ ਗੱਲ ਅਸੀਂ ਬਾਰ-ਬਾਰ ਮੈਂ ਕਰ ਰਹੀ ਹਾਂ ਕਿਉਂਕਿ ਮੈਨੂੰ ਅਹਿਸਾਸ ਹੈ ਕਿ ਆਉਣ ਵਾਲਾ ਸਮੇਂ ਜਿਹੜਾ ਉਹ ਪਾਣੀ ਦੀ ਬੜੀ ਦਿੱਕਤ ਪੂਰੀ ਦੁਨੀਆ ਦੇ ਅੰਦਰ ਹੈ। ਇਹਦੀ ਇੱਕ ਇੱਕ ਬੂੰਦ ਜਦੋਂ ਬਰਸਦੀ ਹੈ ਸਾਨੂੰ ਖੁਸ਼ੀਆਂ ਮਨਾਉਣੀਆਂ ਚਾਹੀਦੀਆਂ ਔਰ ਇਹਨੂੰ ਪ੍ਰੀਜ਼ਰਵ ਕਰਨਾ ਚਾਹੀਦਾ ਹੈ। ਮੈਂ ਦੁਬਾਰਾ ਇਹ ਮੈਸੇਜ ਦੇ ਰਹੀ ਹਾਂ। ਸੋ ਅੱਜ ਦੀ ਜਿਹੜੀ ਤੀਜ ਹੈ, ਅੱਜ ਦੇ 21st ਸੈਂਚੁਰੀ ਦੇ ਜਿਹੜਾ ਸੈਕੰਡ ਡੈਕੇਡ ਚ ਅਸੀਂ ਥਰਡ ਡੈਕੇਡ ਚ ਹੁਣ ਐਂਟਰ ਕਰਨ ਵਾਲੇ ਹਾਂ। ਸੋ ਇਸ ਦਾ ਮੈਸੇਜ ਇਹੀ ਹੈ, ਲੈਟਸ ਸੇਵ ਵਾਟਰ, ਲੈਟਸ ਆਨਰ ਤੀਜ from that point of view ਕਿ ਅਸੀਂ ਪਾਣੀ ਦੀ ਕਦਰ ਕਰੀਏ ਔਰ ਆਪਸੀ ਰਿਸ਼ਤਿਆਂ ਦੀ ਕਦਰ ਕਰੀਏ, ਪਿਆਰ ਦੀ, ਸਦਭਾਵਨਾ ਦੀ ਔਰ ਆਪਸੀ ਟੋਲਰੈਂਸ ਦੀ, ਆਪਣੀ ਸੰਸਕ੍ਰਿਤੀ ਨੂੰ ਬਚਾ ਕੇ ਰੱਖਣ ਦੀਆਂ ਇਹ ਸਭ ਜ਼ਰੂਰਤਾਂ ਵੱਲ ਧਿਆਨ ਦਿੰਦੇ ਹੋਏ ਤੀਜ ਦੀਆਂ ਇੱਕ ਵਾਰ ਫੇਰ ਸਾਰਿਆਂ ਨੂੰ ਬਹੁਤ ਮੁਬਾਰਕ। हरप्रीत मैम अनम्यूट करो अपने आप को। ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਮੈਮ। ਇਸ ਆਸ ਨਾਲ ਕਿ ਅਸੀਂ ਕੰਨਿਆ ਮਹਾਵਿਦਿਆਲਿਆ ਦੇ ਵਿਹੜੇ ਵਿੱਚ ਫਿਰ ਜਲਦੀ ਇਕੱਠੇ ਹੋਵਾਂਗੇ ਸਾਰੇ ਤਿਉਹਾਰ ਮਨਾਉਣ ਦੇ ਲਈ। ਤਦ ਤੱਕ ਲਈ ਹੱਸਦੇ ਰਹੋ, ਵਸਦੇ ਰਹੋ, ਖੁਸ਼ ਰਹੋ, KMV ਦੀਆਂ ਧੀਆਂ ਖੁਸ਼ ਰਹਿਣ। ਸ਼ੁਕਰੀਆ।